Hello everyone and very warm welcome to Chetan Bharat Learning। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕਵਰ ਕਰਾਂਗੇ ਜੀਓਗ੍ਰਾਫੀ ਦੇ ਇੰਪੋਰਟੈਂਟ ਟੌਪਿਕਸ ਥਰੂ ਐਮਸੀਕਿਊਜ਼ ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ ਲਈ ਜੋ 31 ਮਈ 2026 ਨੂੰ ਜੋ ਐਗਜ਼ਾਮ ਸ਼ੈਡਿਊਲਡ ਹੈ। ਫਿਲਹਾਲ ਦੀ ਘੜੀ ਵਿੱਚ ਬਹੁਤ ਸਾਰੀ ਅਟਕਣਾਂ ਇਸ ਐਗਜ਼ਾਮ ਤੇ ਲਗਾਈਆਂ ਜਾ ਰਹੀਆਂ, ਪਰ ਮੇਰਾ ਇਹੀ ਸਟੂਡੈਂਟਸ ਨੂੰ ਇੱਕ ਐਡਵਾਈਸ ਹੈ ਕਿ ਜਦ ਤੱਕ ਕੋਈ ਆਫੀਸ਼ੀਅਲ ਕਮਿਊਨੀਕੇਸ਼ਨ ਬੋਰਡ ਪੱਖੋਂ ਨਹੀਂ ਆਉਂਦੀ ਤਦ ਤੱਕ ਤੁਸੀਂ 31 ਮਈ 2026 ਨੂੰ ਹੀ ਆਪਣਾ ਪੇਪਰ ਮੰਨ ਕੇ ਚੱਲੋ। ਉਸ ਤੋਂ ਅੱਗੇ ਜੇ ਡਿਲੇ ਹੁੰਦਾ then it's up to the board। ਪਰ ਫਿਲਹਾਲ ਦੀ ਘੜੀ ਵਿੱਚ ਤੁਸੀਂ ਰਿਊਮਰਸ ਦੇ ਵਿੱਚ ਬਿਲਕੁਲ ਵੀ ਬਿਲੀਵ ਨਹੀਂ ਕਰਨਾ। ਤੁਸੀਂ ਆਪਣਾ ਇੰਪੋਰਟੈਂਟ ਸਮਾਂ ਜਿਹੜਾ ਹੈਗਾ ਉਹ ਬਿਲਕੁਲ ਵੀ ਵੇਸਟ ਨਹੀਂ ਕਰਨਾ। ਸੋ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਟੌਪਿਕਸ ਹੋਣਗੇ ਜਿਓਮੋਰਫੋਲੋਜੀ, ਕਲਾਈਮੇਟੋਲੋਜੀ ਤੇ ਓਸ਼ੀਆਨੋਗ੍ਰਾਫੀ, ਜਿਹਦੇ ਵਿੱਚੋਂ ਮੈਕਸਿਮਮ ਸਵਾਲ ਪੁੱਛੇ ਜਾਂਦੇ ਹਨ। ਸੋ ਲੈਟਸ ਸਟਾਰਟ। ਪਹਿਲਾ ਕੁਐਸਚਨ ਆਪਾਂ ਦੇਖਦੇ ਹਾਂ, underground columns or pillars in limestone caves are formed by union of which two features। ਦੇਖੋ ਇਹ ਜਿਹੜਾ ਕੁਐਸਚਨ ਹੈਗਾ ਇਹ ਕਾਸਟ ਟੋਪੋਗ੍ਰਾਫੀ ਨਾਲ ਲਿੰਕਡ ਕੁਐਸਚਨ ਹੈ। ਕਾਸਟ ਟੋਪੋਗ੍ਰਾਫੀ ਸਿੰਪਲ ਸਵਾਲ ਤੁਹਾਡੇ ਦੁਆਰਾ ਪੁੱਛਿਆ ਜਾ ਸਕਦਾ ਕਿ ਕਾਸਟ ਟੋਪੋਗ੍ਰਾਫੀ ਕਿਹੜੇ ਏਜੰਟ ਨਾਲ ਲਿੰਕਡ ਹੈ? ਵਾਟਰ ਦੇ ਨਾਲ ਲਿੰਕਡ ਹੈ ਜੀ। ਕਾਸਟ ਲੈਂਡਸਕੇਪ ਬਣਦਾ ਕਿੱਥੇ ਹੈ? ਜਿੱਥੇ ਕਾਰਬੋਨੇਟ ਰੌਕਸ ਪਾਏ ਜਾਂਦੇ ਆ। ਕਾਰਬੋਨੇਟ ਰੌਕਸ ਦੇ ਵਿੱਚ ਹੁੰਦਾ ਕੀ ਹੈ? ਦੇਖੋ, ਜਦੋਂ ਵੀ ਆਪਾਂ ਵਾਟਰ ਦੀ ਗੱਲ ਕਰਦੇ ਹਾਂ ਐਜ਼ ਐਨ ਏਜੰਟ, ਤਾਂ ਉਰੇ ਤੁਸੀਂ ਦੇਖੋਗੇ ਪਾਣੀ ਦੇ ਵਿੱਚ ਜਦੋਂ CO2 ਐਡ ਹੋ ਜਾਂਦਾ ਤਾਂ ਇੱਕ ਕਾਰਬੋਨਿਕ ਐਸਿਡ ਬਣਾ ਲੈਂਦਾ ਜੋ ਕਿ ਇੱਕ ਵੀਕ ਐਸਿਡ ਹੁੰਦਾ। ਹੁਣ ਇਸ ਐਸਿਡ ਦੀ ਪ੍ਰੋਪਰਟੀ ਹੈ ਕਿ ਜਿਹੜੇ ਵੀ ਰੌਕ ਮਟੀਰੀਅਲ ਚੋਂ ਪਾਸ ਕਰਦਾ ਹੈ, ਜੇ ਉਹ ਰੌਕ ਮਟੀਰੀਅਲ ਦੇ ਵਿੱਚ ਕਾਰਬੋਨੇਟ ਪ੍ਰੈਜ਼ੈਂਟ ਹੈਗਾ ਤਾਂ ਉਹਨੂੰ ਉਹ ਡਿਸੋਲਵ ਕਰ ਦਿੰਦਾ ਹੈ, ਉਹਨੂੰ ਉਹ ਸੋਲੂਸ਼ਨ ਫਾਰਮ ਦੇ ਵਿੱਚ ਕਨਵਰਟ ਕਰ ਦਿੰਦਾ ਹੈ। ਐਗਜ਼ਾਮਪਲ ਲਾਈਮਸਟੋਨ, ਐਗਜ਼ਾਮਪਲ ਡੋਲੋਮਾਈਟ, ਐਗਜ਼ਾਮਪਲ ਜਿਪਸਮ। ਇਹ ਤਿੰਨ ਰੌਕਸ ਜਿਹੜੇ ਹੈਗੇ ਆ ਇਹਨਾਂ ਦੇ ਵਿੱਚ ਕਾਰਬੋਨੇਟ ਜਿਹੜਾ ਹੈਗਾ ਉਹਨੂੰ ਡਿਸੋਲਵ ਕਰ ਦਿੱਤਾ ਜਾਂਦਾ ਹੈ ਬਾਈ ਵੀਕ ਕਾਰਬੋਨਿਕ ਐਸਿਡ। ਪਾਣੀ ਦੇ ਵਿੱਚ CO2 ਰਲਿਆ, CO2 ਦੇ ਰਲਣ ਦੇ ਨਾਲ ਕਾਰਬੋਨਿਕ ਐਸਿਡ ਬਣਿਆ। ਕਾਰਬੋਨਿਕ ਐਸਿਡ ਕੀ ਕਰਦਾ ਹੈ? ਇਹ ਜਿਹੜੇ ਰੌਕਸ ਨੇ ਇਹਨਾਂ ਦੇ ਵਿੱਚ ਕਾਰਬੋਨੇਟ ਨੂੰ ਡਿਸੋਲਵ ਕਰਕੇ ਇੱਕ ਸੋਲੂਸ਼ਨ ਫਾਰਮ ਦੇ ਵਿੱਚ ਕਨਵਰਟ ਕਰ ਦਿੰਦਾ ਹੈ। ਹੁਣ ਮੰਨ ਲਓ ਕੋਈ ਰੌਕ ਸੀਗਾ, ਕਿਤੇ ਕੋਈ ਰੌਕ ਸੀਗਾ, ਉਹਦੇ ਵਿੱਚ ਕੋਈ ਇੱਕ ਦਰਾਰ ਪੈ ਗਈ ਤੇ ਇੱਥੋਂ ਹੁਣ ਰੇਨ ਵਾਟਰ ਐਂਟਰ ਹੋਣਾ ਸ਼ੁਰੂ ਕਰਦਾ ਤੇ ਰੇਨ ਵਾਟਰ ਦੇ ਨਾਲ ਨਾਲ ਉਹਦੇ ਵਿੱਚ CO2 ਵੀ ਐਡ ਹੁੰਦੀ ਹੈ। ਤੇ ਇਹ ਜੇ ਮੰਨ ਲਓ ਮਟੀਰੀਅਲ ਡੋਲੋਮਾਈਟ ਜਾਂ ਫਿਰ ਲਾਈਮਸਟੋਨ ਜਾਂ ਫਿਰ ਜਿਪਸਮ ਦਾ ਬਣਿਆ ਹੋਇਆ ਹੈ ਤਾਂ ਹੌਲੀ ਹੌਲੀ ਇਹਨੂੰ ਡਿਸੋਲਵ ਕਰਨਾ ਸ਼ੁਰੂ ਕਰੂਗਾ ਤੇ ਆਹ ਜਿਹੜਾ ਪਾਰਟ ਹੈਗਾ ਇਸ ਪਾਰਟ ਚੋਂ ਡਿਸੋਲਵ ਫਾਰਮ ਦੇ ਵਿੱਚ ਜਿਹੜਾ ਮਟੀਰੀਅਲ ਹੈ ਉਹ ਬਾਹਰ ਨਿਕਲਣਾ ਸ਼ੁਰੂ ਹੋ ਜਾਊਗਾ, ਰਾਈਟ। ਤਾਂ ਇਵੈਂਚੁਅਲੀ ਤੁਸੀਂ ਦੇਖੋਗੇ ਉਰੇ ਇੱਕ ਕੇਵ ਲਾਈਕ ਸਟਰਕਚਰ ਬਣ ਜਾਊਗਾ, ਹੋਲੋ ਸਟਰਕਚਰ ਬਣ ਜਾਊਗਾ। ਇਹ ਜਿਹੜਾ ਸੋਲੂਸ਼ਨ ਜਾ ਰਿਹਾ ਹੈ ਇਹਦੇ ਵਿੱਚ ਕਾਰਬੋਨਿਕ ਐਸਿਡ ਹੈ ਤੇ ਇਹਦੇ ਨਾਲ ਨਾਲ ਕਾਰਬੋਨਿਕ ਐਸਿਡ ਨੇ ਕੀ ਕੀਤਾ ਹੈ? ਕਾਰਬੋਨੇਟ ਨੂੰ ਡਿਸੋਲਵ ਕਰਕੇ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ। ਜਦੋਂ ਵੀ ਅਜਿਹੀ ਕੋਈ ਸਿਚੁਏਸ਼ਨ ਆਊਗੀ ਜਿੱਥੇ ਜਿਹੜਾ CO2 ਲੈਵਲ ਹੈ ਉਹ ਘਟਣਾ ਸ਼ੁਰੂ ਹੋ ਜਾਊਗਾ ਤਾਂ ਇਵੈਂਚੁਅਲੀ ਕੀ ਹੋਊਗਾ? ਜਿਹੜਾ ਸੋਲੂਸ਼ਨ ਬਣਿਆ ਹੋਇਆ ਕਾਰਬੋਨੇਟ ਦਾ ਉਹ ਵੀ ਕਾਰਬੋਨੇਟ ਨੂੰ ਉੱਥੇ ਡਿਪੋਜ਼ਿਟ ਕਰਨਾ ਸ਼ੁਰੂ ਕਰ ਦੂਗਾ। ਪਾਣੀ ਅੱਗੇ ਨਿਕਲ ਜਾਊਗਾ, ਉੱਥੇ ਪਿੱਛੇ ਸਿਰਫ ਕੀ ਬਚੂਗਾ? ਕਾਰਬੋਨੇਟ ਬਚੂਗਾ। ਉਹ ਜਿਹੜਾ ਕਾਰਬੋਨੇਟ ਮਟੀਰੀਅਲ ਕਿਤੋਂ ਇਰੋਡ ਹੋ ਕੇ ਆ ਰਿਹਾ ਸੀਗਾ ਹੁਣ ਉਹ ਕਿਤੇ ਡਿਪੋਜ਼ਿਟ ਹੋ ਸਕਦਾ। ਤਾਂ ਇਹ ਡਿਪੋਜੀਸ਼ਨਲ ਫੀਚਰਸ, ਇਰੋਜਨਲ ਫੀਚਰਸ ਜਿਹੜੇ ਹੈਗੇ ਆ ਬਾਈ ਗਰਾਊਂਡ ਵਾਟਰ ਐਜ਼ ਐਨ ਏਜੰਟ ਉਰੇ ਆਪਾਂ ਦੇਖਣ ਨੂੰ ਮਿਲਦੇ ਆ। ਤਾਂ ਆਪਾਂ ਕਾਸਟ ਟੋਪੋਗ੍ਰਾਫੀ ਦੀ ਗੱਲ ਕਰਦੇ ਹਾਂ। ਇਹ ਕੁਐਸਚਨ ਕਾਸਟ ਟੋਪੋਗ੍ਰਾਫੀ ਦਾ ਕਰਾਉਣ ਦਾ ਮੇਰਾ ਮਕਸਦ ਇਹ ਹੈ ਕਿ ਕਾਸਟ ਟੋਪੋਗ੍ਰਾਫੀ ਤੇ ਕੁਐਸਚਨ ਪੁੱਛਿਆ ਜਾ ਸਕਦਾ, ਤੁਸੀਂ ਉਸ ਨੂੰ ਰਿਵਾਈਜ਼ ਜ਼ਰੂਰ ਕਰਨਾ। ਹੁਣ ਇਹ ਕੁਐਸਚਨ ਤੇ ਆਉਂਦੇ ਆ ਜੀ ਆਪਾਂ। Underground columns or pillars in limestone caves are formed by union of which two features? The answer is stalactites and stalagmites। stalactites ਤੇ stalagmites ਦੀ ਗੱਲ ਹੋ ਰਹੀ ਹੈ ਉਰੇ। ਇਹ ਦੋ ਜਿਹੜੇ ਫੀਚਰਸ ਨੇ ਕੁਝ ਇਸ ਤਰੀਕੇ ਦੇ ਤੁਹਾਨੂੰ ਦੇਖਣ ਨੂੰ ਮਿਲਦੇ ਆ ਕੇਵਸ ਦੇ ਵਿੱਚ। ਜਿਹੜੇ ਤਾਂ ਗਰਾਊਂਡ ਤੋਂ ਪਿਲਰਸ ਕੁਝ ਇਸ ਤਰੀਕੇ ਦੇ ਤੁਹਾਨੂੰ ਦੇਖਣ ਨੂੰ ਮਿਲ ਰਹੇ ਆ, ਇਹਨਾਂ ਨੂੰ ਆਪਾਂ ਕਹਿੰਦੇ ਆ ਸਟੈਲਗੇਮਾਈਟਸ। ਤੇ ਉੱਤੋਂ ਜਿਹੜੇ ਆ ਰਹੇ ਆ ਆਹਾ ਇਨਵਰਟਡ ਪਿਲਰਸ ਜਿਹੜੇ ਆ ਰਹੇ ਨੇ
ਇਹਨਾਂ ਨੂੰ ਆਪਾਂ ਕੀ ਕਹਿੰਦੇ ਆ, ਇਹਨਾਂ ਨੂੰ ਆਪਾਂ ਕਹਿੰਦੇ ਆ ਸਟੈਲੈਕਟਾਈਟਸ। The stalactites and stalagmites are important features depicting the karst topography। ਅਗਲੇ ਸਵਾਲ ਬਾਅਦ ਵੱਧਦੇ ਹਾਂ ਜੀ। ਇਹ ਜਿਹੜਾ ਕੁਐਸਚਨ ਹੈਗਾ ਇਹ ਲਿਖਦਾ ਹੈ with the erosional features of glaciers। ਦੇਖੋ ਜਿਓਮੋਰਫੋਲੋਜੀ ਦੇ ਵਿੱਚ ਜਦੋਂ ਫੀਚਰਸ ਦੀ ਗੱਲ ਕਰਦੇ ਆ ਕਾਸਟ ਟੋਪੋਗ੍ਰਾਫੀ ਇੰਪੋਰਟੈਂਟ ਹੈ, ਫਿਰ ਉਸ ਤੋਂ ਬਾਅਦ ਸੈਕਿੰਡ ਮੋਸਟ ਇੰਪੋਰਟੈਂਟ ਜਿਹੜਾ ਟੌਪਿਕ ਬਣਦਾ ਉਹ ਬਣਦਾ ਹੈ ਇਰੋਜਨਲ ਐਂਡ ਡਿਪੋਜੀਸ਼ਨਲ ਲੈਂਡਫਾਰਮਸ ਕ੍ਰੀਏਟਡ ਬਾਈ ਗਲੇਸ਼ੀਅਰ ਐਕਸ਼ਨ। ਹੁਣ ਇਹ ਸਵਾਲ ਗਲੇਸ਼ੀਅਰ ਐਕਸ਼ਨ ਨਾਲ ਲਿੰਕਡ ਹੈ ਜੀ। ਕੁਐਸਚਨ ਹੈ ਜੀ, ਅ ਸ਼ਾਰਪ ਜੈਗਡ ਨਾਈਫ ਐਜ ਰਿਜ formed between two adjacent glaciated valleys or cirques are called ਜਾਂ ਫਿਰ is called। ਕਹਿੰਦੇ ਇੱਕ ਨਾਈਫ ਲਾਈਕ ਜਿਵੇਂ ਨਾਈਫ ਦਾ ਐਜ ਹੁੰਦਾ, ਜਿਵੇਂ ਇਹ ਇੱਕ ਐਜ ਹੈ, ਉਸ ਤਰੀਕੇ ਦਾ ਇੱਕ ਫੀਚਰ ਬਣਿਆ ਹੋਇਆ, ਇਹਨੂੰ ਕੀ ਕਿਹਾ ਜਾਂਦਾ ਹੈ? ਇਹਨੂੰ ਕਿਹਾ ਜਾਂਦਾ ਹੈ ਅਰੀਟ। ਅਰੀਟ ਕਿਹਾ ਜਾਂਦਾ ਹੈ, ਰਾਈਟ। ਸੋ ਆਪਾਂ ਜੇ ਇੱਕ ਵਾਰੀ ਗਲੇਸ਼ੀਅਲ ਜਿਓਮੋਰਫੋਲੋਜੀ ਨੂੰ ਸਮਝੀਏ ਤਾਂ ਕੁਝ ਇਸ ਤਰੀਕੇ ਦੀ ਹੁੰਦੀ। ਆ ਦੇਖੋ, ਇਹ ਹੈਗੀ ਹੈ ਇੱਕ ਨਾਈਫ ਲਾਈਕ ਰਿਜ, ਯਾਨੀ ਕਿ ਦੋਨੋਂ ਪਾਸੇ ਤੁਸੀਂ ਦੇਖੋ ਇਹ ਵੈਲੀ ਹੈ, ਇਧਰ ਵਾਲੇ ਪਾਸੇ ਵੈਲੀ ਹੈਗੀ ਹੈ, ਵਿਚਾਲੇ ਇੱਕ ਰਿਜ ਟਾਈਪ ਹੈਗੀ ਹੈ ਜਿਹੜੀ, ਉਹਨੂੰ ਆਪਾਂ ਕਹਿੰਦੇ ਆ ਰੀਟ। ਜੇ ਆਹੀ ਇਸ ਸਾਈਡ ਤੋਂ ਵੀ ਹੈ, ਇਸ ਸਾਈਡ ਤੋਂ ਵੀ ਹੈ ਤੇ ਇਸ ਸਾਈਡ ਤੋਂ ਵੀ ਹੈ, ਤਿੰਨੋਂ ਪਾਸੋਂ ਇਹ ਇਰੋਡ ਹੋ ਚੁੱਕੀ ਹੈ, ਤਾਂ ਤੁਸੀਂ ਦੇਖੋਗੇ ਕਿ ਇਹ ਇੱਕ ਪੁਆਇੰਟਡ ਟਿਪ ਟਾਈਪ ਬਣਦੀ ਹੈ, ਜਿਵੇਂ ਇੱਕ ਪਹਾੜ ਦਾ ਟੌਪ ਤੁਹਾਨੂੰ ਦਿਖਾਈ ਦਿੰਦਾ ਹੈ। ਦੋ ਤੋਂ ਵੱਧ ਤੁਸੀਂ ਦੇਖੋਗੇ ਇਸ ਸਾਈਡ, ਤਾਂ ਐ ਲੱਗਦਾ ਹੈ ਕਿ ਜਿਵੇਂ ਹੌਰਨ ਬਣਿਆ ਹੁੰਦਾ ਹੈ। ਆ ਦੇਖੋ ਹੌਰਨ। ਤੇ ਸਰਕ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਸਰਕ ਵੀ ਗਲੇਸ਼ੀਅਰ ਦੀ ਮੂਵਮੈਂਟ ਦੇ ਨਾਲ ਹੀ ਬਣਦਾ। ਫਰਜ਼ ਕਰੋ ਕਿ ਉਰੇ ਗਲੇਸ਼ੀਅਰ ਹੈ, ਕੁਝ ਇਸ ਤਰੀਕੇ ਨਾਲ ਗਲੇਸ਼ੀਅਰ ਹੈਗਾ, ਐਂਡ ਗਲੇਸ਼ੀਅਰ ਅੰਡਰ ਦ ਇਨਫਲੂਐਂਸ ਆਫ ਗ੍ਰੈਵਿਟੀ ਕੁਝ ਇਸ ਤਰੀਕੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ, ਤੇ ਗਲੇਸ਼ੀਅਰ ਦੇ ਸਰਫੇਸ ਦੇ ਨਾਲ ਤੁਸੀਂ ਦੇਖੋਗੇ ਇਸ ਸਾਈਡ ਤੇ ਬਹੁਤ ਸਾਰੀ ਰੌਕਸ ਵੀ ਨਾਲ ਅਟੈਚ ਨੇ, ਜੋ ਕਿ ਉਹ ਵੀ ਅੰਡਰ ਦ ਇਨਫਲੂਐਂਸ ਆਫ ਗ੍ਰੈਵਿਟੀ ਗਲੇਸ਼ੀਅਰ ਦੇ ਨਾਲ ਥੱਲੇ ਮੂਵ ਕਰਨ ਦੀ ਕੋਸ਼ਿਸ਼ ਕਰਨਗੇ, ਤੇ ਨਾਲ ਜਦੋਂ ਮੂਵ ਕਰੂਗਾ ਤਾਂ ਸਰਫੇਸ ਨੂੰ ਅਬਰੇਡ ਕਰਦਾ ਹੋਇਆ ਜਾਊਗਾ। ਅਬਰੇਸ਼ਨ ਹੋਊਗੀ, ਉਰੇ ਬਲਕਿੰਗ ਹੋਊਗੀ, ਬੁਰੇ ਤਰੀਕੇ ਨਾਲ ਸਰਫੇਸ ਨੂੰ ਇਰੋਡ ਕੀਤਾ ਜਾਊਗਾ। ਤੇ ਜਦੋਂ ਇਹ ਇਸ ਤਰੀਕੇ ਨਾਲ ਇਰੋਡ ਕਰਦਾ ਜਾਂਦਾ ਹੈ ਤਾਂ ਆਹ ਜਿਹੜਾ ਫੇਸ ਬਣਦਾ, ਇਹ ਜਿਹੜਾ ਫੇਸ ਬਣਦਾ, ਇਹਨੂੰ ਆਪਾਂ ਕਹਿੰਦੇ ਆ ਉਰੇ ਸਰਕ। ਯਾਨੀ ਕਿ ਇਹ ਅਰੀਟ ਹੋ ਗਿਆ, ਰਾਈਟ। ਇਹ ਅਰੀਟ ਹੋ ਗਿਆ। ਅਰੀਟ ਦੀ ਸਾਈਡ ਵਾਲਾ ਜਿਹੜਾ ਪਾਰਟ ਹੈਗਾ, ਅਰੀਟ ਦੀ ਜਿਹੜੀ ਸਾਈਡ ਵਾਲਾ ਪਾਰਟ ਹੈ, ਕੁਝ ਇਸ ਤਰੀਕੇ ਦੀ ਜਿਹੜੀ ਵੈਲੀ ਬਣ ਰਹੀ ਹੈ, ਉਹਨੂੰ ਆਪਾਂ ਕੀ ਕਹਿ ਰਹੇ ਹਾਂ? ਉਹਨੂੰ ਆਪਾਂ ਕਹਿੰਦੇ ਆ ਸਰਕ। ਤੇ ਫਿਰ ਗਲੇਸ਼ੀਅਰਸ ਦੇ ਇਰੋਜਨ ਨਾਲ ਕਿਤੇ ਐ ਹੋਊਗਾ ਕਿ ਕੁਝ ਡਿਪਰੈਸ਼ਨਲ ਹੋਲੋਸ ਬਣਨਗੇ, ਉੱਤੇ ਕੁਝ ਜ਼ਿਆਦਾ ਡੀਪ ਹੋਲੋਸ ਬਣ ਜਾਣਗੇ। ਉੱਥੇ ਧੀਰੇ ਤੁਸੀਂ ਦੇਖੋਗੇ ਪਾਣੀ ਇਕੱਠਾ ਹੋ ਰਿਹਾ, ਗਲੇਸ਼ੀਅਰ ਮੈਲਟਿੰਗ ਹੋ ਰਹੀ ਹੈ। ਉਹ ਜਿਹੜੇ ਗਲੇਸ਼ੀਅਰ ਲੇਕਸ ਬਣਦੇ ਆ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਟਾਨ, TARN, ਟਾਨ। ਤਾਂ ਇਹ ਦੋਸਤੋ ਚੀਜ਼ਾਂ ਇੰਪੋਰਟੈਂਟ ਨੇ, ਰਾਈਟ। ਇਸ ਤੋਂ ਮਗਰੋਂ hanging valley is associated with which kind of erosional landform ਜਾਂ erosional features? ਇਹ ਵੀ ਸਵਾਲ ਪੁੱਛਿਆ ਜਾਂਦਾ ਹੈ ਕਿ hanging valley ਵੀ ਗਲੇਸ਼ੀਅਰਸ ਦੇ ਨਾਲ ਹੀ ਲਿੰਕ ਹੁੰਦੀ ਹੈ। ਕੁਝ ਇਸ ਤਰੀਕੇ ਨਾਲ ਤੁਹਾਨੂੰ hanging valley ਦੇਖਣ ਨੂੰ ਮਿਲੂਗੀ। ਵੈਲੀ ਕੀ ਹੁੰਦਾ? ਵੈਲੀ ਹੁੰਦਾ ਕਿ ਇੱਕ ਇਹ ਕੁਝ ਇਸ ਤਰੀਕੇ ਦੀ ਆਹ ਤੁਹਾਨੂੰ ਇੱਕ ਏਰੀਆ ਦੇਖਣ ਨੂੰ ਮਿਲ ਰਿਹਾ, on both the sides ਇਹ ਮਾਊਂਟੇਨਸ ਨੇ, ਤੇ ਵਿਚਾਲੇ ਇੱਕ ਡਿਪਰੈਸ਼ਨ ਹੈ, ਇੱਕ ਉਹ ਹੈਗੀ ਹੈ ਵੈਲੀ। ਜਿਵੇਂ ਆਪਾਂ ਮਨਾਲੀ ਦੀ ਗੱਲ ਕਰੀਏ, ਮਨਾਲੀ ਵੀ ਇੱਕ ਵੈਲੀ ਹੈ, ਰਿਵਰ ਬਿਆਸ ਵੱਲੋਂ ਬਣਾਈ ਗਈ ਵੈਲੀ ਹੈ। ਹੈਂਗਿੰਗ ਵੈਲੀ ਦੇ ਵਿੱਚ ਕੀ ਹੈ ਕਿ ਐਂ ਲੱਗਦਾ ਕਿ ਇਹ ਉੱਤੇ ਲਟਕ ਰਹੀ ਹੈ, ਮਤਲਬ ਇੱਕ ਮੇਨ ਵੈਲੀ ਹੈਗੀ ਹੈ ਗਲੇਸ਼ੀਅਰ ਦੀ, ਉਸ ਤੋਂ ਬਾਅਦ ਕੁਝ ਉਰੇ ਇੱਕ ਵੈਲੀ ਬਣੀ ਹੋਈ ਹੈ, 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 ਜੋ ਕਿ ਮੇਨ ਵੈਲੀ ਤੋਂ ਕਿਤੇ ਉੱਤੇ ਹੈ। ਉਹ ਜਿਹੜਾ ਵੈਲੀ ਬਣਦੀ ਹੈ ਉਹਨੂੰ ਆਪਾਂ ਕਹਿੰਦੇ ਹਾਂ ਹੈਂਗਿੰਗ ਵੈਲੀ। ਸੋ ਇਹ ਸਾਰੇ ਆਪਸ਼ਨਸ ਆਪਾਂ ਡਿਸਕਸ ਕਰ ਲਏ। ਹਾਂਜੀ, ਤਾਂ ਜੈਗਡ ਨਾਈਫ ਲਾਈਕ ਰਿਜ ਜਿਹੜਾ ਹੈਗਾ, ਦ ਆਂਸਰ ਇਜ਼ ਹਰੀਟ। ਹੌਰਨ ਕਿਉਂ ਨਹੀਂ ਹੈਗਾ? ਕਿਉਂਕਿ ਹੌਰਨ ਤਾਂ ਤੁਸੀਂ ਦੇਖੋਗੇ ਦੈਟ ਇਜ਼ ਪੁਆਇੰਟਡ ਸਮਿਟ।
ਐਸਕਰ ਤੇ ਡਰਮਲਿਨ ਦੀ ਗੱਲ ਕਰੀਏ, ਇਹਨਾਂ ਨੂੰ ਆਪਾਂ ਅੱਗੇ ਵੀ ਕਵਰ ਕਰਾਂਗੇ। ਡਰਮਲਿਨ ਦੀ ਜੇ ਮੈਂ ਗੱਲ ਕਰਾਂ, ਡਰਮਲਿਨ ਤੁਹਾਨੂੰ ਜੇ ਕਰੈਕਟ ਆਪਸ਼ਨ ਦੇ ਫਾਰਮ ਪੁੱਛੀ ਜਾਊਗੀ ਤਾਂ ਪੁੱਛਿਆ ਜਾਊਗਾ ਕਿ ਡਰਮਲਿਨ ਕੀ ਦੱਸਦੀ ਹੈ। ਡਰਮਲਿਨ ਐਕਚੁਅਲੀ ਗਲੇਸ਼ੀਅਰ ਦੀ ਮੂਵਮੈਂਟ ਬਾਰੇ ਜ਼ਿਕਰ ਕਰਦੀ ਹੈ, ਮੂਵਮੈਂਟ ਬਾਰੇ ਦੱਸਦੀ ਹੈ ਕਿ ਗਲੇਸ਼ੀਅਰ ਕਿਹੜੇ ਪਾਸੇ ਨੂੰ ਮੂਵ ਕੀਤਾ ਸੀਗਾ। ਇਹ ਇੱਕ ਇਨਵਰਟਡ ਬੋਟ ਟਾਈਪ ਸਟਰਕਚਰ ਬਣਦਾ ਜੀ ਡਰਮਲਿਨ ਦਾ। ਜੇ ਮੈਂ ਤਾਂ ਬਣਾ ਕੇ ਦਿਖਾਵਾਂ, ਦੇਖੋ ਜਰਾ। ड्रमलिन कुछ इस तरीके का फीचर बनता है, कुछ इस तरीके का फीचर बनता है ते एक इन्वर्टेड बोट स्ट्रक्चर बनता है। मान लो कि उरे एक पत्थर सीगा, उरे एक पत्थर सीगा, ठीक है, बहुत ही रॉक, एक स्ट्रॉन्ग ते रोबस्ट उरे एक रॉक पिया सीगा ते ग्लेशियर ने इस तरीके च मूव, इस डायरेक्शन च मूव करना शुरू करता। ग्लेशियर ने इस डायरेक्शन च मूव करना शुरू करता तो हौली हौली की होगा, जो ग्लेशियर इस डायरेक्शन च मूव करूगा तो वो कुछ मटीरियल पत्थर दे कोल उरे डिपॉजिट करना शुरू करूगा। वाइल इट इज मूविंग उरे कुछ मटीरियल एक्यूमुलेट होना शुरू होगा ते हौली 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 सिंस पत्थर बड़ा रोबस्ट है, वो डिस्प्लेस नहीं हो रहा, आही जिहड़ा मटीरियल है स्पिल ओवर होना शुरू होगा कुछ इस तरीके, कुछ इस तरीके, कुछ इस तरीके, कुछ इस तरीके। तो इवेंचुअली एक ऐ लगूगा तुहानू कि उरे डिपोजिशनल फीचर है, ये बहुत सारा मड डिपॉजिट हो गया उरे एक इन्वर्टेड बोट टाइप स्ट्रक्चर दे विच, तो ये बन गया ड्रमलिन। एस्कर जिहड़ा हैगा वो भी डिपोजिशनल फीचर है, क्वेश्चन आने वाला है, वो थ्रू ही मैं कवर करवाऊंगा। पहला फिजोर्ड की गल कर लेते हैं जी, व्हाट आर फिजोर्ड्स। हुण फिजोर्ड ते यूपीएससी ने 2023 ਦੇ ਮੇਨਸ ਦੇ ਵਿੱਚ ਡਾਇਰੈਕਟ ਸਵਾਲ ਪੁੱਛ ਲਿਆ ਸੀਗਾ ਕਿ ਫਿਜੋਰਡ ਕੀ ਹੁੰਦੇ ਆ, ਠੀਕ ਹੈ, ਤੇ ਕਿੱਦਾਂ ਬਣਦੇ ਆ। ਫਿਜੋਰਡ ਇੱਕ ਇੰਪੋਰਟੈਂਟ ਲੈਂਡਫਾਰਮ ਹੈ ਜੋ ਕਿ ਅਗੇਨ ਗਲੇਸ਼ੀਅਰਸ ਦੇ ਨਾਲ ਜੁੜੇ ਹੋਏ ਆ। ਫਿਜੋਰਡ ਕਦੋਂ ਬਣਦੇ ਆ? ਫਿਜੋਰਡ ਬਣਦੇ ਆ ਜਦੋਂ ਮੰਨ ਲਓ ਕਿ ਪਹਿਲਾਂ ਕਦੇ ਆਈਸ ਏਜ ਸੀਗੀ, ਉਹਦੇ ਨਾਲ ਗਲੇਸ਼ੀਅਰ ਬਣੇ ਹੋਏ ਸੀਗੇ। ਹੁਣ ਅੱਜ ਦੀ ਘੜੀ ਵਿੱਚ ਤਾਂ ਆਈਸ ਏਜ ਨਹੀਂ ਹੈਗੀ, ਉਹ ਗਲੇਸ਼ੀਅਰਸ ਜਿਹੜੇ ਹੈਗੇ ਦੇ ਹੈਵ ਬੀਨ ਮੈਲਟਡ, पर उन्होंने द्वारा बनाई गई ਜਿਹੜੇ लैंडफॉर्म ਸੀਗੇ ਉਹ ਹਾਲੇ भी एग्जिस्ट करते हैं। एक बार जरा नेक्स्ट स्लाइड पे नजर मारो, कुछ इस तरीके का। मान लो आहा एक ग्लेशियल वैली है, एक ग्लेशियल वैली है, आ ग्लेशियल वैली है, राइट। यू हैव नंबर ऑफ हैंगिंग वैलीज ओवर हियर, आ देखो। पर आइस एज मौके ते, आइस एज के दौरान ये सारा स्नो ते आइस नाल कवर्ड सीगा, पर हौली 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 ये मेल्ट होना शुरू हुए ते कुछ इस तरीके की तुहानू हुण वैली दिख रही है। आ हो गई हैंगिंग वैलीज, ये हो गई अरेटिस ते आ हो गई थोड़ी मेन यू शेप वैली। ते मान लो हुण आइस एज खत्म हो चुका है ते ग्लोबल टैंपरेचर ਵਧਣੇ शुरू हो गए, ਉਹਦੇ ਨਾਲ ਕੀ ਹੋਣਾ शुरू होया, ਉਹਦੇ ਨਾਲ ਜਿਹੜਾ सी ਸਰਫੇਸ ਹੈ, सी ਲੈਵਲ ਹੈ, ਉਹ ਵੀ ਵਧਣਾ ਸ਼ੁਰੂ ਹੋਇਆ ਤੇ ਇਵੈਂਚੁਅਲੀ ਜਿਹੜਾ सी ਦਾ ਵਾਟਰ ਹੈ ਉਹ ਇਹਨਾਂ ਏਰੀਆਜ਼ ਦੇ ਵਿੱਚ ਆਣਾ ਸ਼ੁਰੂ ਹੋ ਗਿਆ, ਇਹਨਾਂ ਏਰੀਆਜ਼ ਦੇ ਵਿੱਚ ਆਣਾ ਸ਼ੁਰੂ ਹੋ ਗਿਆ, ਇਹਨਾਂ ਏਰੀਆਜ਼ ਦੇ ਵਿੱਚ ਆਣਾ ਸ਼ੁਰੂ ਹੋ ਗਿਆ। ਜਾਂ ਰਿਵਰ ਵਾਟਰ ਵੀ ਹੈਗਾ ਜਿਹੜਾ, ਉਹ ਵੀ ਇਹਨਾਂ ਏਰੀਆਜ਼ ਦੇ ਵਿੱਚ ਆਣਾ ਸ਼ੁਰੂ ਹੋ ਗਿਆ। ਤਾਂ ਉਰੇ ਆਪਾਂ ਨੂੰ ਫਿਜੋਰਡਸ ਦੇਖਣ ਨੂੰ ਮਿਲਦੇ ਆ। ਫਿਜੋਰਡ ਤੁਸੀਂ ਦੇਖੋਗੇ ਅੱਜ ਦੀ ਘੜੀ ਵਿੱਚ ਨਦਨ ਪੋਲ ਦੇ ਪਾਸੇ, ਸਦਨ ਪੋਲ ਦੇ ਕੋਲੇ, ਇਹਨਾਂ ਦੋਹਾਂ ਏਰੀਆਜ਼ ਦੇ ਵਿੱਚ ਤੁਹਾਨੂੰ ਫਿਜੋਰਡ ਦੇਖਣ ਨੂੰ ਮਿਲਦੇ ਆ, ਕਿਉਂਕਿ ਉੱਥੇ आइस एज के टाइम ਦੇ ਵਿੱਚ बहुत ज़्यादा ग्लेशियर्स भी ਹੁੰਦੇ ਸੀਗੇ। ਹੁਣ they have eroded and now those areas are being filled with the water. So ਆਪਾਂ ਆਨੇ ਜੀ ਇਸ ਤੋਂ ਬਾਅਦ, ਹਾਂਜੀ, what is fjord? A steep sided glacial trough or valley submerged by the sea. ਹੁਣ sea water ਉੱਥੇ ਆ ਚੁੱਕਾ ਹੈ, so C is the right answer in this case. Next, ਹਾਂਜੀ, long narrow sinuous ridges of sorted sand and gravel deposited by melt water streams in ice tunnels are called. ਹੁਣ ਇਹ डिपोजिशनल फीचर ਦੀ ਗੱਲ ਹੋ ਰਹੀ ਹੈ। ਲਾਸਟ ਟੂ ਲਾਸਟ ਸਲਾਈਡ ਦੇ ਵਿੱਚ ਆਪਾਂ ਕਵਰ ਕੀਤਾ ਸੀ, ਡਰਮਲਿਨ ਦੀ ਕਵਰ ਕੀਤਾ ਸੀਗਾ ਤੇ ਇੱਕ ਚੀਜ਼ ਜੋ ਮੈਂ ਛੱਡੀ ਸੀ ਕਿ ਦੈਟ ਵਾਸ ਐਸਕਰਸ। ਹੁਣ ਇਹਦਾ ਸਹੀ ਆਨਸਰ ਜਿਹੜਾ ਹੈਗਾ ਉਹ ਐਸਕਰ ਹੈ। ਐਸਕਰ ਹੁੰਦਾ ਕੀ ਹੈ ਦੇਖੋ ਜ਼ਰਾ।
ਤੁਸੀਂ ਕਦੇ ਨੈਸ਼ਨਲ ਜੀਓਗ੍ਰਾਫੀ ਜਾਂ ਫਿਰ ਤੁਸੀਂ ਡਿਸਕਵਰੀ ਤੇ ਕਦੇ ਕੁਝ ਦੇਖ ਰਹੇ ਹੋਗੇ ਅਬਾਊਟ ਗਲੇਸ਼ੀਅਰਸ, ਉਹਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਭਾਵੇਂ ਗਲੇਸ਼ੀਅਰ ਇੰਟੈਕਟ ਹੋਵੇ, ਮੈਲਟ ਹੋ ਰਿਹਾ ਹੁੰਦਾ। ਗਰਮੀਆਂ ਦੇ ਵਿੱਚ ਗਲੇਸ਼ੀਅਰ ਮੈਲਟ ਹੁੰਦਾ, ਸਰਦੀਆਂ ਵਿੱਚ ਦੁਬਾਰਾ ਫਰੀਜ਼ ਹੋ ਜਾਂਦਾ। ਇਹ ਇੱਕ ਨਾਰਮਲ ਫਿਨੋਮੀਨਾ। ਜਦੋਂ ਮੈਲਟ ਹੁੰਦਾ ਉਹ ਸਨੋ ਦੇ ਵਿੱਚ ਤੁਸੀਂ ਦੇਖੋਗੇ ਪਾਣੀ ਰਿਲੀਜ਼ ਹੋਣਾ ਸ਼ੁਰੂ ਹੁੰਦਾ ਹੈ। The answer is yes। ਉਹ ਪਾਣੀ ਦੇ ਨਾਲ ਨਾਲ ਹੋਰ ਬਹੁਤ ਸਾਰੀ ਚੀਜ਼ਾਂ ਜੋ ਐਕੂਮੂਲੇਟ ਹੋਈਆਂ ਹੁੰਦੀਆਂ, ਫॉर एग्जांपल ਡਸਟ ਹੋ ਗਿਆ, ਰੌਕਸ ਹੋ ਗਿਆ, ਗ੍ਰੇਵਲਸ ਹੋ ਗਿਆ, ਉਹ ਸਾਰੀਆਂ ਵੀ ਉਹਦੇ ਨਾਲ ਰਿਲੀਜ਼ ਹੁੰਦੀਆਂ। ਇਟਸ ਲਾਈਕ ਕਿ ਇਹ ਗਲੇਸ਼ੀਅਰ ਹੈ ਵਿਚ ਇਜ਼ ਇੰਟੈਕਟ, ਪਰ ਪਾਣੀ ਵੀ ਰਿਸ ਰਿਹਾ ਹੈ ਕਿਤੋਂ, ਪਾਣੀ ਮੈਲਟ ਹੋ ਰਿਹਾ ਹੈ। ਉਹ ਮੈਲਟ ਹੋ ਕੇ ਪਾਣੀ ਕਿਤੋਂ ਤਾਂ ਜਾ ਹੀ ਰਿਹਾ, ਬਿਲਕੁਲ ਸਹੀ ਗੱਲ ਹੈ। ਉਹ ਗਲੇਸ਼ੀਅਰਸ ਦੇ ਵਿੱਚੋਂ ਜਗ੍ਹਾ ਬਣਾ ਲੈਂਦਾ ਹੈ ਤੇ ਉੱਥੋਂ ਉਹ ਪਾਸ ਹੋਣਾ ਸ਼ੁਰੂ ਹੁੰਦਾ ਅੱਗੇ, ਤੇ ਛੋਟੀ ਛੋਟੀ ਸਟ੍ਰੀਮਸ ਨਾਲ ਰਲ ਕੇ ਅੱਗੇ ਵੱਡੀ ਸਟ੍ਰੀਮ ਬਣਾ ਲੈਂਦਾ। ਉਹ ਜਿਹੜੀ ਛੋਟੀ ਛੋਟੀ ਸਟ੍ਰੀਮਸ ਹੈ ਜੋ ਗਲੇਸ਼ੀਅਰ ਦੇ ਵਿੱਚੋਂ ਪਾਸ ਹੋ ਰਹੀਆਂ, ਉਹ ਬਾਅਦ ਵਿੱਚ ਕੀ ਬਣਾਉਂਦੀਆਂ, ਉਹ ਬਣਾਉਂਦੀਆਂ ਦੋਸਤੋ ਐਸਕਰਸ। ਉਹ ਛੋਟੀ ਛੋਟੀ ਸਟ੍ਰੀਮਸ ਜੋ ਗਲੇਸ਼ੀਅਰ ਦੇ ਵਿੱਚੋਂ ਪਾਸ ਹੋ ਰਹੀਆਂ, ਪਾਣੀ ਲੈ ਕੇ ਜਾ ਰਹੀਆਂ, ਉਹ ਬਾਅਦ ਵਿੱਚ ਜਦੋਂ ਗਲੇਸ਼ੀਅਰ ਹਟ ਚੁੱਕਾ, ਉਤੋਂ ਹਜ਼ਾਰਾਂ ਸਾਲ ਬੀਤ ਚੁੱਕੇ ਹੈ, 2000 ਸਾਲ ਬੀਤ ਚੁੱਕੇ ਹੈ, ਹੁਣ ਉੱਥੇ ਗਲੇਸ਼ੀਅਰ ਨਹੀਂ ਹੈਗਾ, ਪਰ ਉਹ ਜਿਹੜੀ ਛੋਟੀ ਛੋਟੀ ਸਟ੍ਰੀਮ ਸੀਗੀਆਂ ਜੋ ਗਲੇਸ਼ੀਅਰ ਤੋਂ ਪਾਸ ਹੋ ਰਹੀ ਸੀਗੀਆਂ, ਉਹਨਾਂ ਨੇ ਰਾਹ ਤੇ ਜਾਂਦੇ ਗ੍ਰੇਵਲਸ ਵੀ ਡਿਪੋਜ਼ਿਟ ਕਰਨੇ ਸ਼ੁਰੂ ਕੀਤੇ, ਮੱਡ ਵੀ ਡਿਪੋਜ਼ਿਟ ਕਰਨਾ ਸ਼ੁਰੂ ਕੀਤਾ, और रॉक्स भी डिपॉजिट करने शुरू किए, ते उन्हें एक रस्ता बनाता। अज की घड़ी च ग्लेशियर नहीं हैगा उत्थे, पर मैं उन्होंने देख के ये जरूर अंदाजा लगा सकदा कि पहला ग्लेशियर उरे हुंदा सी कि नहीं हुंदा सी। सो एस्कर उरे डिपोजिशनल लैंड फॉर्म के तौर पर एक्ट करता है। कुछ इस तरीके का मैनू एस्कर उरे देखने को मिलता। देखो जरा, ये अपना अगेन ग्लेशियर नाल लिंक्ड अपना जियोमॉर्फोलॉजिकल एक पैटर्न बना दिखाता है उरे। आ ड्रमलिन्स ने जी, ड्रमलिन्स मैं तुहानूं दिखाया सीगा कि जे ग्लेशियर इस पासे नूं जा रहा है, राइट, रिट्रीटिंग ग्लेशियर की डायरेक्शन अलग है, पर इन जनरल ग्लेशियर की जिहड़ी मूवमेंट हैगी है अंडर द इन्फ्लुएंस ऑफ ग्रेविटी वो इस पासे दी है। सो ड्रमलिन्स वो दिखानी है मैनूं। फिर मैनूं उरे एक देखने को मिलता है, दैट इज एस्कर। एस्कर एक साइनस रिज टाइप है, रिज टाइप। आ देखो, ये बैटर तुहानूं दिखूगी जो मैं कुछ इस तरीके नाल दिखाना। आ देखो, ग्लेशियर के विचालियों स्ट्रीम्स निकलदियां, ये देखो, एंड व्हेन दैट वाटर इज मूविंग इट इज आल्सो कैरिंग मड, रॉक्स एंड अदर एसोसिएटेड पार्टिकल्स। तो वो नाल डिपॉजिट होंदे जा रहे हैं, तां करके एक रिज टाइप पूरे बनती जा रही है। तो जदों ग्लेशियर पूरा मेल्ट हो चुका है तो मैनूं वो रिज कुछ इस तरीके नहीं दिखती है। देखो जरा, तो यह मैनू उस ग्लेशियर की प्रेजेंस बारे दसदी है, एस्कर। आलो, राइट। तो उरे बाकी दे तुसी देखोगे मोरेन्स की गल करते हैं। टर्मिनल मोरेन जिहड़ी बिल्कुल एंड ते आके मिट्टी डिपॉजिट हुई हुई है, उन्होंने आपां कहने हैं टर्मिनल मोरेन। ते ग्लेशियर दे डिपोजिशन नाल बने हुए प्लेन्स नूं आपां की कहने हैं, आउटवॉश प्लेन्स। आउटवॉश प्लेन्स। सो इस केस वी न्यू दिस थिंग कि सिंस साइनस रिजेस की गल हो रही है तां एस्कर इज द राइट आंसर। नेक्स्ट, the gently sloping submarine platform extending from the coast of structural shelf break is geologically known as। उन्हें ओशियानोग्राफी दे केस च ओशियन दे सरफेस दे फीचर्स नाल लिंक्ड क्वेश्चन है जी। द जेंटली स्लोपिंग सबमरीन प्लेटफॉर्म, बिल्कुल हल्की जी स्लोप है। तुसी कदे कोस्टल एरिया नु विजिट करो, ओवर देयर यू सी कि द मोमेंट यू स्टार्ट टू एंटर द सी वाटर, वो बिल्कुल हल्के हल्के तरीके नाल ही उहदी गहराई वधदी जाती है। ऐ नहीं होंदा कि एकदम गहराई वध गई, ठीक है। तो वो हल्की हल्की गहराई वध रही है, यानी कि जिहड़ी स्लोप हैगी है, स्लोप जिहड़ी हैगी है वो बहुत थोड़ी है, ज़्यादा स्लोप नहीं हैगी, बहुत थोड़ी स्लोप है। उस स्लोप की गल हो रही है। उन्होंने की कहने आपां दोस्तों, उन्होंने आपां कहने हैं कॉन्टीनेंटल शेल्फ। सी इज द राइट आंसर, कॉन्टीनेंटल शेल्फ। अगे स्लोप की हुंदा एंड ऑल दैट वो भी आपां देख लेंगे। देखो, आ देखो, ये हैगा अपना सरफेस, ते सरफेस दे बिल्कुल नाल जेंटली स्लोपिंग जिहड़ा पार्ट हैगा ओशियन सरफेस दा, दैट इज कॉन्टीनेंटल शेल्फ। दैट इज कॉन्टीनेंटल शेल्फ।
ਹੁਣ ਇਹ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਅਲੱਗ-ਅਲੱਗ ਵਿਡਥ ਦੀ ਹੈਗੀ ਹੈ। ਰਸ਼ੀਆ ਵਾਲੇ ਪਾਸੇ ਚਲੇ ਜਾਓਗੇ ਤਾਂ ਇਹ 1500 ਕਿਲੋਮੀਟਰ ਤੱਕ ਵੀ ਖਿੱਚ ਜਾਂਦੀ ਹੈ। ਅਲੱਗ-ਅਲੱਗ ਏਰੀਆਜ਼ ਦੇ ਵਿੱਚ ਅਲੱਗ-ਅਲੱਗ ਹੁੰਦੀ ਹੈ। ਫॉर ਐਗਜ਼ਾਮਪਲ ਈਸਟਰਨ ਘਾਟਸ ਦੀ ਗੱਲ ਕਰੀਏ, ਈਸਟਰਨ ਕੋਸਟ ਦੀ ਗੱਲ ਕਰੀਏ, ਉਹਨੂੰ ਆਪਾਂ ਕਹਿੰਦੇ ਹਾਂ ਇਮਰਜੈਂਟ ਪਲੇਨ ਹੈ, ਐਮਰਜੈਂਟ ਕੋਸਟ ਹੈ, ਕਿਉਂਕਿ ਉੱਥੇ ਤੁਸੀਂ ਦੇਖੋਗੇ ਕੰਟੀਨੈਂਟਲ ਸ਼ੈਲਫ ਜਿਹੜੀ ਹੈਗੀ ਉਹ ਵਾਈਡਰ ਹੈ, ਦੈਟ ਇਜ਼ ਮਚ ਵਾਈਡਰ। ਵੈਸਟਰਨ ਕੋਸਟ ਦੀ ਗੱਲ ਕਰੋਗੇ ਤਾਂ ਉੱਥੇ ਕੰਟੀਨੈਂਟਲ ਸ਼ੈਲਫ ਇਜ਼ ਮਚ ਨੈਰੋਅਰ, ਉਹਨੂੰ ਆਪਾਂ ਕਹਿੰਦੇ ਹਾਂ ਸਬਮਰਜੈਂਟ ਕੋਸਟ। ਐਮਰਜੈਂਟ ਕਿਹਨੂੰ ਕਹਿੰਦੇ ਆ ਆਪਾਂ? ਈਸਟਰਨ ਕੋਸਟ ਨੂੰ ਕਹਿੰਦੇ ਆ। ਸੋ ਉਸ ਤੋਂ ਮਗਰੋਂ ਸ਼ੈਲਫ ਤੋਂ ਬਾਅਦ ਜਿਹੜਾ ਇੱਕ ਬ੍ਰੇਕ ਆਉਂਦਾ ਜਿਹਦੇ ਨਾਲ ਸਲੋਪ ਕਾਫੀ ਜ਼ਿਆਦਾ ਵੱਧ ਜਾਂਦੀ ਹੈ, ਉਹਨੂੰ ਆਪਾਂ ਕਹਿੰਦੇ ਆ ਕੰਟੀਨੈਂਟਲ ਸਲੋਪ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਆਹ ਜਿਹੜਾ ਹੈਗਾ ਇਹਨੂੰ ਆਪਾਂ ਕਵਰ ਕਰਦੇ ਹਾਂ ਅੰਡਰ ਐਬਿਸਲ ਪਲੇਨ। ਡੂੰਘੇ ਜਿਹੜੇ ਪਲੇਨ ਹੁੰਦੇ ਆ ਐਬਿਸਲ ਪਲੇਨ। ਤੇ ਫਿਰ ਆਪਾਂ ਉਰੇ ਦੀ ਗੱਲ ਕਰੀਏ, ਆਹ ਜਿਹੜਾ ਏਰੀਆ ਹੈਗਾ ਇਹਨੂੰ ਆਪਾਂ ਕਵਰ ਕਰਦੇ ਹਾਂ ਐਸ ਮਿਡ ਓਸ਼ੀਐਨਿਕ ਰਿਜਸ। ਮਿਡ ਓਸ਼ੀਐਨਿਕ ਰਿਜਸ, ਛੋਟੇ ਛੋਟੇ ਰਿਜਸ ਬਣੇ ਹੋਏ ਆ ਚੇਨ ਆਫ ਮਾਊਂਟੇन्स। ਜਦੋਂ ਵੀ ਡਾਇਵਰਜੈਂਟ ਪਲੇਟ ਬਾਉਂਡਰੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਇਨ ਦ ਕੇਸ ਆਫ ਓਸ਼ੀਐਨਿਕ ਪਲੇਟਸ, ਤੇ ਜਿੱਥੇ ਦੋ ਪਲੇਟਸ ਆਪਸ ਚ ਕਨਵਰਜ ਕਰ ਰਹੀਆਂ ਉੱਥੇ ਵੀ ਸੀ ਡੀਪ ਟ੍ਰੈਂਚਸ। ਫॉर एग्जांपल ਮਾਰੀਆਨਾ ਟ੍ਰੈਂਚ ਦੀ ਗੱਲ ਕਰਦੇ ਹਾਂ, ਫॉर एग्जांपल ਕਰਲੀ ਟ੍ਰੈਂਚ ਦੀ ਆਪਾਂ ਗੱਲ ਕਰਦੇ ਹਾਂ, ਹਨਾ। ਉਹ ਟ੍ਰੈਂਚਸ ਕਿੱਥੇ ਬਣਦੀਆਂ? ਜਿੱਥੇ ਦੋ ਪਲੇਟਸ ਜਿਹੜੀ ਹੈਗੀਆਂ ਦੇ ਆਰ ਕਨਵਰਜਿੰਗ। ਸੋ ਆ ਕਨਵਰਜੈਂਸ ਹੋ ਰਹੀ ਹੈ ਐਂਡ ਯੂ ਵਿਲ ਸੀ ਟ੍ਰੈਂਚਸ ਓਵਰ ਹੇਅਰ। ਸੋ ਲੈਟਸ ਕਮ ਬੈਕ ਟੂ ਦ ਕੁਐਸਚਨ। ਹਾਂਜੀ, ਸੋ ਜੈਂਟਲੀ ਸਲੋਪਿੰਗ ਜਿਹੜਾ ਹੈਗਾ ਦੈਟ ਇਜ਼ ਕੰਟੀਨੈਂਟਲ ਸ਼ੈਲਫ। ਸ਼ੈਲਫ ਤੋਂ ਬਾਅਦ ਕੀ ਆਂਦਾ? ਸਲੋਪ ਆਂਦਾ। ਉਸ ਤੋਂ ਮਗਰੋਂ ਡੀਪ ਸੀ ਪਲੇਨ ਆਉਂਦੇ ਆ। ਕੈਨੀਅਨਸ ਜਿਹੜੇ ਹੁੰਦੇ ਆ, ਸਬਮਰੀਨ ਕੈਨੀਅਨਸ ਜਿਹੜੇ ਹੈਗੇ ਆ, ਇਹ ਕੰਟੀਨੈਂਟਲ ਸ਼ੈਲਫ ਤੇ ਸਲੋਪ ਵਿਚਾਰੇ ਆ ਜਿਹੜਾ ਤੁਹਾਨੂੰ ਗੈਪ ਦੇਖਣ ਨੂੰ ਮਿਲ ਰਿਹਾ, ਦੇਖੋ ਕੁਝ ਇਸ ਤਰੀਕੇ ਦਾ, ਆ ਜਿਹੜੇ ਹੈਗੇ ਆ ਦੇ ਆਰ ਨੋਨ ਐਸ ਕੈਨੀਅਨਸ। ਇਹ ਮੇ ਬੀ ਬਿਕੋਜ਼ ਆਫ द इरोजनल प्रॉपर्टी, या फिर ਉੱਥੋਂ ਕੋਈ ਬਹੁਤ ਪਹਿਲਾਂ ਰਿਵਰ ਨਿਕਲਦੀ ਹੁੰਦੀ ਸੀ ਜਾਂ ਰਿਵਰ ਹੁਣ ਨਿਕਲ ਰਹੀ ਹੈ ਉਹਦੇ ਕਰਕੇ ਇਰੋਜਨ ਹੋ ਰਹੀ ਹੈ। ਉਹ ਕਾਰਨ ਹੁੰਦੇ ਆ ਕਿ ਉਰੇ ਇੱਕ ਸ਼ੈਲਫ ਤੇ ਸਲੋਪ ਦੇ ਵਿੱਚ ਇੱਕ ਕੈਨੀਅਨ ਟਾਈਪ ਬਣ ਜਾਂਦਾ ਹੈ, ਰਾਈਟ। ਸੋ ਸਬਮਰੀਨ ਕੈਨੀਅਨਸ ਉਰੇ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੇ। ਨੈਕਸਟ, ਹਾਂਜੀ, flat topped underwater volcanic mountains that have subsided below the sea surface due to tectonic movement are called flat topped। है जी, बिल्कुल flat topped है, but now they have subsided below the sea surface। ਉੱਤੋਂ ਨਹੀਂ ਤੁਸੀਂ ਦੇਖ ਪਾ ਰਹੇ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਉਹਨਾਂ ਨੂੰ ਕਿਹਾ ਜਾਂਦਾ ਦੋਸਤੋ ਗਾਇਟਸ। ਗਾਇਟਸ ਕਿਹਾ ਜਾਂਦਾ ਹੈ। ਦੋ ਇਹ ਸਾਰੇ ਆਪਸ਼ਨਸ ਜਿਹੜੇ ਹੈਗੇ ਦੇ ਆ ਵੈਰੀ ਕਨਫਿਊਜ਼ਿੰਗ, ਸੀ ਮਾਊਂਟਸ, ਅਟੋਲਸ, ਗਾਇਟਸ। ਖਾਸ ਕਰਕੇ ਇਹਨਾਂ ਦੇ ਵਿੱਚ ਬੱਚਿਆਂ ਨੂੰ ਬਹੁਤ ਕਨਫਿਊਜ਼ਨ ਰਹਿੰਦੀ ਹੈ। ਸੋ ਲੈਟ ਮੀ ਟਰਾਈ ਕਿ ਤੁਹਾਡੀ ਜਿਹੜੀ ਕਨਫਿਊਜ਼ਨ ਹੈਗੀ ਉਹਨੂੰ ਆਪਾਂ ਦੂਰ ਕਰ ਪਾਈਏ। ਇਹ ਕੁਝ ਆਪਣੇ ਲੈਂਡ ਫਾਰਮਸ ਨੇ, ਦੇਖੋ ਜ਼ਰਾ ਇੱਕ ਵਾਰ। ਜਦੋਂ ਵੀ ਆਪਾਂ ਅੰਡਰ ਸੀ ਕੋਈ ਵੋਲਕੈਨਿਕ ਮਾਊਂਟੇਨ ਦੀ ਗੱਲ ਕਰਦੇ ਆ ਤਾਂ ਯੂ ਸੀ ਮੈਗਮਾ ਬਾਹਰ ਆ ਰਿਹਾ ਐਂਡ ਇਵੈਂਚੁਅਲੀ ਤੁਸੀਂ ਦੇਖੋਗੇ ਕੁਝ ਇਸ ਤਰੀਕੇ ਦਾ ਮਾਊਂਟੇਨ ਬਣ ਜਾਊਗਾ। ਤੇ ਜਦੋਂ ਮੈਂ ਟੌਪ ਵਿਊ ਦੇਖੂੰਗਾ ਤਾਂ ਮੈਨੂੰ ਇੱਕ ਵੋਲਕੈਨਿਕ ਆਈਲੈਂਡ ਦੇਖਣ ਨੂੰ ਮਿਲ ਰਿਹਾ, ਜਿਵੇਂ ਕਿ ਐਗਜ਼ਾਮਪਲ ਦੇ ਤੌਰ ਤੇ ਅੰਡੇਮਾਨ ਐਂਡ ਨਿਕੋਬਾਰ ਆਈਲੈਂਡਸ ਦੀ ਆਪਾਂ ਗੱਲ ਕਰਦੇ ਹਾਂ, ਦੇ ਆਰ ਵੋਲਕੈਨਿਕ ਇਨ origin। ਜੋ ਅੱਜ ਦੀ ਘੜੀ ਦੇ ਵਿੱਚ ਤੁਸੀਂ ਦੇਖੋਗੇ ਉੱਥੇ ਅੱਜ ਵੀ ਇੱਕ ਇੰਡੀਆ ਦਾ ਇਕਲੌਤਾ ਐਕਟਿਵ ਵੋਲਕੈਨੋ ਹੈ, ਰਾਈਟ। ਸੋ ਬੈਰਨ ਆਈਲੈਂਡ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਤੇ ਇਨ ਜਨਰਲ ਵੀ ਤੁਸੀਂ ਦੇਖੋ ਕਿ ਅੰਡੇਮਾਨ ਐਂਡ ਨਿਕੋਬਾਰ ਆਈਲੈਂਡਸ ਦੇ ਕੇਸ ਚ ਦੇ ਆਰ ਵੋਲਕੈਨਿਕ ਇਨ origin। ਅੱਜ ਦੀ ਘੜੀ ਵਿੱਚ ਤੁਸੀਂ ਇਸ ਤਰੀਕੇ ਦਾ ਉੱਥੇ ਤੁਸੀਂ ਪ੍ਰੋਪਰ ਦੇਖ ਪਾਉਂਦੇ ਹੋ, ਆਈਲੈਂਡਸ ਦੇਖ ਪਾਉਂਦੇ ਹੋ, ਰਾਈਟ। ਹੁਣ ਮੰਨ ਲਓ ਬਿਕੋਜ਼ ਆਫ ਇਰੋਜਨ, ਬਿਕੋਜ਼ ਆਫ ਵਿੰਡ ਐਕਸ਼ਨ ਜਾਂ ਬਿਕੋਜ਼ ਆਫ ਵੇਵ ਐਕਸ਼ਨ ਇਹ ਇਰੋਡ ਹੋਣਾ ਸ਼ੁਰੂ ਹੋ ਜਾਏ, ਇਰੋਡ ਹੋਣਾ ਸ਼ੁਰੂ ਹੋ ਜਾਏ, ਇਹਦੀ ਹਾਈਟ ਘਟਣੀ ਸ਼ੁਰੂ ਹੋ ਜਾਏ, ਰਾਈਟ। ਪਹਿਲਾਂ ਹਾਈਟ ਜ਼ਿਆਦਾ ਸੀ, ਹੁਣ ਘਟਦੀ ਜਾ ਰਹੀ ਹੈ। ਹੁਣ ਐ ਲੱਗਦਾ ਹੈ ਕਿ ਇਹ ਜਿਹੜਾ ਆਈਲੈਂਡ ਹੈ ਇਹ ਸਿੰਕ ਕਰਦਾ ਜਾ ਰਿਹਾ, ਇਹ ਸਿੰਕ ਕਰਦਾ ਜਾ ਰਿਹਾ, ਹੈਂਸ ਦੀ ਨੇਮ ਸਿੰਕਿੰਗ ਆਈਲੈਂਡ। ਅਗਲੀ ਸਟੇਜ ਦੇ ਵਿੱਚ ਆਪਾਂ ਗੱਲ ਕਰੀਏ ਉਰੇ ਤਾਂ ਅਗਲੀ ਸਟੇਜ ਦੇ ਵਿੱਚ ਇਰੋਜਨ ਹੋਰ ਜ਼ਿਆਦਾ ਹੋ ਰਹੀ ਹੈ, ਹੋਰ ਜ਼ਿਆਦਾ ਹੋ ਰਹੀ ਹੈ, ਤੇ ਹੁਣ ਇਰੋਜਨ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਇਹਦਾ ਜਿਹੜਾ ਟੌਪ ਹੈਗਾ ਇਹ ਉੱਤੋਂ ਦੇਖ ਹੀ ਨਹੀਂ ਪਾ ਰਿਹਾ ਮੈਂ। Now this top is resting beneath the surface of the water, so ਇਹ flat top ਬਣਦਾ ਜਾ ਰਿਹਾ ਜੀ, ਇਹ flat top ਜਾਪ ਰਿਹਾ ਮੈਨੂੰ, that is Guyot। flat top ਹੋ ਚੁੱਕਾ ਹੈ because of erosion।
ਹੁਣ ਮੰਨ ਲਓ ਕਿ ਇਹਦੇ ਅਰਾਊਂਡ, ਇਸ ਫੀਚਰ ਦੇ ਅਰਾਊਂਡ ਕੋਰਲ ਰੀਫਸ ਡਿਵੈਲਪ ਹੋਣਾ ਸ਼ੁਰੂ ਹੋ ਗਏ। ਕੋਰਲ ਰੀਫਸ ਨੇ ਆਪਣਾ ਘਰ ਬਣਾਉਣਾ ਸ਼ੁਰੂ ਕਰਤਾ, ਤਾਂ ਕੁਝ ਇਸ ਤਰੀਕੇ ਦੇ ਬਣਾਉਣਾ ਸ਼ੁਰੂ ਕਰਤਾ ਉਹਨਾਂ ਨੇ, ਇਸ ਪਾਸੇ ਤੇ ਇਸ ਪਾਸੇ, ਅਫਕੋਰਸ ਇਸ ਪਾਸੇ। ਤੇ ਟੌਪ ਵਿਊ ਤੋਂ ਮੈਨੂੰ ਉਹ ਕੁਝ ਇਸ ਤਰੀਕੇ ਦਾ ਦਿਖਣਾ ਸ਼ੁਰੂ ਹੋ ਗਿਆ ਕਿ ਆਹ ਮੇਰਾ ਇੱਕ ਸਿੰਕਿੰਗ ਆਈਲੈਂਡ ਸੀਗਾ, ਤੇ ਉਹਦੇ ਅਰਾਊਂਡ ਇੱਕ ਰੀਫ ਬਣ ਚੁੱਕੀ ਹੈ, ਇੱਕ ਰੀਫ ਬਣ ਚੁੱਕੀ ਹੈ। ਆ ਦੇਖੋ, ਸੋ ਇਹਨੂੰ ਆਪਾਂ ਕਹਿੰਦੇ ਆ ਬੈਰੀਅਰ ਰੀਫ, ਬੈਰੀਅਰ ਰੀਫ। ਇਹ ਸਿੰਕਿੰਗ ਆਈਲੈਂਡ ਜਿਹੜਾ ਸੀਗਾ, ਸਿੰਕਿੰਗ ਆਈਲੈਂਡ ਦੇ ਅਰਾਊਂਡ ਇੱਕ ਰੀਫ ਬਣ ਚੁੱਕੀ ਹੈ, ਉਹਨੂੰ ਆਪਾਂ ਕਹਿ ਰਹੇ ਹਾਂ ਬੈਰੀਅਰ ਰੀਫ। ਤੇ ਉਹ ਇੱਕ ਕਿਨਾਰੇ ਤੇ ਹੈ, ਉਸ ਦੇ ਵਿੱਚ ਆ ਤੁਸੀਂ ਦੇਖੋਗੇ ਵਾਟਰ ਆ ਚੁੱਕਾ। ਇਹ ਜਿਹੜਾ ਸਿੰਕਿੰਗ ਆਈਲੈਂਡ ਹੈ ਇਹ ਹੋਰ ਸਿੰਕ ਹੋ ਗਿਆ ਬਿਕੋਜ਼ ਆਫ ਇਰੋਜਨ। ਨਾਓ ਜਿਹੜਾ ਪਿੱਛੇ ਬਚਿਆ ਹੋਇਆ ਹੈ, ਆ ਦੇਖੋ, ਇਹ ਰੀਫ ਹੀ ਹੈ, ਇਹ ਰੀਫ ਹੀ ਹੈ, ਪਰ ਇਹਨੂੰ ਆਪਾਂ ਫੀਚਰ ਨੂੰ ਕੀ ਕਹਾਂਗੇ, ਅਟੋਲ ਕਹਾਂਗੇ, ਅਟੋਲ। ਤੇ ਇਹ ਅਟੋਲ ਦੇ ਵਿਚਾਲੇ ਜਿਹੜਾ ਤੁਹਾਨੂੰ ਲੇਕ ਟਾਈਪ ਦਿਖ ਰਿਹਾ ਉਰੇ, ਉਹਨੂੰ ਆਪਾਂ ਕੀ ਕਹਾਂਗੇ, ਲਗੂਨ, ਜੋ ਕਿ ਮਾਲਦੀਵਸ ਫੇਮਸ ਹੈ ਜਿਸ ਵਾਸਤੇ, ਮੌਰੀਸ਼ੀਅਸ ਫੇਮਸ ਹੈ ਲਗੂਨਸ ਵਾਸਤੇ। ਦੈਨ ਹੁਣ ਇੱਕ ਬਿਲਕੁਲ ਜਿਹਾ ਛੋਟਾ ਜਿਹਾ ਮਾਊਂਟੇਨ ਹੈ ਜੋ ਬਨੀਥ ਦੀ ਸਰਫੇਸ ਹੈਗਾ, ਬਟ ਫਲੈਟ ਟੌਪਡ ਨਹੀਂ ਹੈਗਾ, ਉਹਨੂੰ ਆਪਾਂ ਕੀ ਕਹਾਂਗੇ, ਸੀ ਮਾਊਂਟ, ਸੀ ਮਾਊਂਟ। ਹੁਣ ਇਹਦੇ 'ਚ ਕੋਈ ਕਨਫਿਊਜ਼ਨ ਨਾ ਹੋਵੇ, ਜਿੰਨੇ ਵੀ ਕੇਸ ਬਣ ਸਕਦੇ ਸੀਗੇ ਜਿਨ੍ਹਾਂ 'ਚ ਤੁਸੀਂ ਕਨਫਿਊਜ਼ ਹੁੰਦੇ ਸੀਗੇ ਉਹ ਸਾਰੇ ਆਪਾਂ ਕਵਰ ਕਰਤੇ। ਵੋਲਕੈਨਿਕ ਆਈਲੈਂਡ ਕੀ ਹੁੰਦਾ ਹੈ, ਆਈਲੈਂਡ ਤੁਸੀਂ ਪਾਣੀ ਦੇ ਉੱਤੇ ਦੇਖ ਪਾਉਂਦੇ ਹੋ, ਹੈਂਸ ਦੀ ਨੇਮ ਵੋਲਕੈਨਿਕ ਆਈਲੈਂਡ, ਵੋਲਕੈਨਿਕ ਇਨ ਇਰੋਜਨ origin ਸੌਰੀ। ਸੈਕਿੰਡ ਦੇ ਕੇਸ ਉਹੀ ਵੋਲਕੈਨਿਕ ਜਿਹੜਾ ਆਈਲੈਂਡ ਹੈਗਾ, ਇਟ ਇਜ਼ ਸਿੰਕਿੰਗ, ਇਟ ਇਜ਼ ਨਾਟ ਐਕਚੁਅਲੀ ਸਿੰਕਿੰਗ, ਇਟ ਇਜ਼ ਬੀਇੰਗ ਇਰੋਡਡ, ਇਰੋਜਨ ਕਰਕੇ ਉਹਦਾ ਸਾਈਜ਼ ਜਿਹੜਾ ਹੈਗਾ ਘਟਦਾ ਜਾ ਰਿਹਾ, ਤੇ ਉਹ ਆਪਾਂ ਸਿੰਕਿੰਗ ਆਈਲੈਂਡ ਦੀ ਕੈਟੇਗਰੀ 'ਚ ਰੱਖਤਾ। ਫਿਰ ਆਪਾਂ ਗੱਲ ਕਰਦੇ ਹਾਂ ਗਾਇਟ ਦੇ ਕੇਸ। ਗਾਇਟ ਦੇ ਕੇਸ ਮਤਲਬ ਤੁਸੀਂ ਫਲੈਟ ਟੌਪ ਕਰਤਾ ਉਹਨੂੰ, ਫਲੈਟ ਟੌਪ ਬਿਕੋਜ਼ ਆਫ ਇਰੋਜਨਲ ਫੀਚਰਸ, ਤਾਂ ਉਹ ਬਣ ਗਿਆ ਗਾਇਟ। ਜੇ ਫਲੈਟ ਟੌਪ ਨਹੀਂ ਹੈਗਾ ਐਂਡ ਇਟ ਇਜ਼ ਸਟਿਲ ਬੀਨੀਥ ਦੀ ਸਰਫੇਸ ਆਫ ਦੀ ਵਾਟਰ, ਦੈਨ ਇਟ ਇਜ਼ ਕਾਲਡ ਐਸ ਸੀ ਮਾਊਂਟ। ਤੇ ਜੇ ਸਿੰਕਿੰਗ ਆਈਲੈਂਡ ਦੇ ਕੇਸ 'ਚ ਉਹਦੇ ਆਸ-ਪਾਸ ਕੋਰਲ ਰੀਫਸ ਬਣਨਾ ਸ਼ੁਰੂ ਹੋ ਗਈ, ਤਾਂ ਐ ਲੱਗਦਾ ਕਿ ਜਿਵੇਂ ਬੈਰੀਅਰ ਬਣਾਤਾ ਉਹਨਾਂ ਨੇ, ਬੈਰੀਅਰ ਲਗਾਤਾ, ਦੈਟ ਇਜ਼ ਬੈਰੀਅਰ ਰੀਫਸ। ਤੇ ਜੇ ਗਾਇਟ ਦੇ ਕੇਸ 'ਚ, ਗਾਇਟ ਦੇ ਕੇਸ ਤੁਸੀਂ ਜਾਂ ਫਿਰ ਸੀ ਮਾਊਂਟ ਦੇ ਕੇਸ ਤੁਸੀਂ ਦੇਖੋ ਕਿ ਉਹਦੀ ਬਾਉਂਡਰੀ ਤੇ ਕੋਰਲ ਰੀਫਸ ਬਣਨਾ ਸ਼ੁਰੂ ਹੋ ਗਈ। ਨਨ ਆਫ them ਨਾ ਤਾਂ ਗਾਇਟ ਨਾ ਫਿਰ ਸੀ ਮਾਊਂਟ, ਦੇ ਆਰ ਨਾਟ ਵਿਜ਼ੀਬਲ ਫਰੋਮ ਦੀ ਸਰਫੇਸ ਆਫ ਦੀ ਵਾਟਰ। ਤਾਂ ਉਰੇ ਜਿਹੜਾ ਇੱਕ ਪਾਰਟ ਆਪਾਂ ਨੂੰ ਦਿਖਦਾ, ਉਹ ਆਪਾਂ ਨੂੰ ਦਿਖਦਾ ਕਿ ਹਾਂ ਇੱਕ ਏਰੀਆ ਬਣਿਆ ਹੋਇਆ ਜਿਹਦੇ ਵਿੱਚ ਪਾਣੀ ਇਕੱਠਾ ਹੋਇਆ ਹੈ, ਜਿਹਨੂੰ ਆਪਾਂ ਕਹਿੰਦੇ ਲਗੂਨ, ਤੇ ਉਹਦੇ ਅਰਾਊਂਡ ਤੁਹਾਨੂੰ ਇੱਕ ਬੈਰੀਅਰ ਟਾਈਪ ਰੀਫ ਦਿਖ ਰਹੀ ਹੈ, ਤੇ ਉਹਨੂੰ ਆਪਾਂ ਕੀ ਕਹਿੰਦੇ ਆ, ਆਪਾਂ ਅਟੋਲ ਕਹਿੰਦੇ ਆ, ਰਾਈਟ। ਸੋ ਸੀ ਜਾਂ ਸੌਰੀ ਡੀ ਆਂਸਰ ਸੀਗਾ ਦਾ ਗਾਇਟ। ਨੈਕਸਟ, ਹਾਂਜੀ, the deepest points on earth's crust typically along the convergent plate boundaries are classified as deepest points ਦੀ ਗੱਲ ਹੋ ਰਹੀ ਹੈ। deepest points are oceanic trenches। ਤੇ ਕਿਉਂ ਬਣਦੀਆਂ ਉਹ ਵੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ। ਦੋ ਪਲੇਟਸ ਦੇ ਕਨਵਰਜਿੰਗ, ਉਹ ਕਨਵਰਜੈਂਸ ਨਾਲ ਤੁਸੀਂ ਦੇਖੋਗੇ ਬਹੁਤ ਡੀਪ ਪੁਆਇੰਟਸ ਤੁਹਾਨੂੰ ਦੇਖਣ ਨੂੰ ਮਿਲਦੇ, ਈਵਨ ਡੀਪਰ ਦੈਨ ਦੀ ਮਾਈਟੀ ਮਾਊਂਟ ਐਵਰੈਸਟ। ਉਹਦੀ ਹਾਈਟ ਨਾਲੋਂ ਵੀ ਕਿਤੇ ਗਹਿਰੀਆਂ ਉਰੇ ਤੁਹਾਨੂੰ ਖਾਈਆਂ ਦੇਖਣ ਨੂੰ ਮਿਲਦੀਆਂ, ਦੇ ਆਰ ਨੋਨ ਐਸ ਟ੍ਰੈਂਚਸ। ਨੈਕਸਟ, ਵਾਈ ਸਰਫੇਸ ਸੈਲਿਨਿਟੀ ਜਨਰਲੀ ਲੋਅਰ ਐਟ ਇਕੁਏਟਰ ਦੈਨ ਐਟ ਸਬ ਟ੍ਰੋਪੀਕਲ ਜ਼ੋਨਸ। ਹੁਣ ਇਹ ਕੁਐਸਚਨ ਬੜਾ ਸਿੰਪਲ ਪੁੱਛਿਆ ਹੈ, ਐਗਜ਼ਾਮੀਨਰ ਤੁਹਾਨੂੰ ਇਹ ਵੀ ਪੁੱਛ ਸਕਦਾ ਕਿ ਸਭ ਤੋਂ ਜ਼ਿਆਦਾ ਜਿਹੜੀ ਸੈਲਿਨਿਟੀ ਹੈਗੀ ਹੈ ਉਹ ਕਿਹੜੇ ਟ੍ਰੋਪਿਕਸ ਤੇ ਪਾਈ ਜਾਂਦੀ ਹੈ, ਉਹ ਇਕੁਏਟਰ ਤੇ ਪਾਈ ਜਾਂਦੀ ਹੈ ਜਾਂ ਉਹ ਸਬ ਟ੍ਰੋਪਿਕਸ ਤੇ ਪਾਈ ਜਾਂਦੀ ਹੈ। ਜਾਂ ਇਹ ਪੁੱਛ ਸਕਦਾ ਹੈ ਕਿ ਸਭ ਤੋਂ ਜ਼ਿਆਦਾ ਟੈਂਪਰੇਚਰ ਕਿੱਥੇ ਪਾਇਆ ਜਾਂਦਾ, ਇਕੁਏਟਰ ਤੇ ਪਾਇਆ ਜਾਂਦਾ ਜਾਂ ਟ੍ਰੋਪਿਕਸ ਤੇ ਪਾਇਆ ਜਾਂਦਾ। ਤਾਂ ਇਹ ਕਨਫਿਊਜ਼ ਕਰਨ ਵਾਲੇ ਸਵਾਲ ਆਉਂਦੇ ਆ। HCS ਦੇ ਪ੍ਰੀਲਿਮਸ ਦੇ ਵਿੱਚ ਇਸ ਵਾਰੀ ਕੁਐਸਚਨ ਪੁੱਛਿਆ ਸੀਗਾ, ਬਿਲਕੁਲ ਸਿੰਪਲ ਕਨਸੈਪਚੁਅਲ ਕੁਐਸਚਨ ਪੁੱਛਿਆ ਗਿਆ ਸੀਗਾ ਕਿ ਸਰਫੇਸ ਦੇ ਸਭ ਤੋਂ ਜ਼ਿਆਦਾ ਟੈਂਪਰੇਚਰ ਹੁੰਦਾ ਹੈ ਕਿ ਨਹੀਂ ਹੁੰਦਾ। ਇਹ ਇੰਨਾ ਸਿੰਪਲ ਕੁਐਸਚਨ ਪੁੱਛਿਆ ਗਿਆ ਸੀਗਾ। ਦੇਖੋ ਪੇਪਰ ਹਮੇਸ਼ਾ ਤੁਸੀਂ ਦੇਖੋਗੇ ਡੂਏਬਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਪ੍ਰੈਸ਼ਰ ਹੁੰਦਾ ਜਿਹੜਾ ਪੇਪਰ ਦਾ, ਜੋ ਆਪਣੇ ਲਈ ਥਿੰਗਸ ਨੂੰ ਕੰਪਲਿਕੇਟ ਕਰਦਾ ਹੀ ਕਰਦਾ, ਤਾਂ ਆਪਾਂ ਪ੍ਰੈਸ਼ਰ ਨੂੰ ਡੀਲ ਕਰਨਾ ਹੈ, ਰਾਈਟ। ਹੁਣ ਇਹਦੇ ਤੇ ਆਓ ਕਿ why is the surface salinity generally lower at equator than in the subtropical zone। ਇਹ ਤਾਂ ਦੱਸ ਦਿੱਤਾ ਕਿ ਲੋਅਰ ਹੈ ਇਕੁਏਟਰ ਤੇ, ਸਬ ਟ੍ਰੋਪਿਕਸ ਦੇ ਵਿੱਚ ਹਾਈ ਹੈ। ਉਹ ਕਿਉਂ ਹੈ ਇਹ ਪੁੱਛਣ ਦੀ ਗੱਲ ਹੋ ਰਹੀ ਹੈ। ਵੀਡੀਓ ਨੂੰ ਪੌਜ਼ ਕਰੋ,
ਤੇ ਸਹੀ ਆਨਸਰ ਦੇਣ ਦੀ ਕੋਸ਼ਿਸ਼ ਕਰੋ। ਸੋ ਲੈਟ ਮੀ ਡੂ ਦੈਟ ਫॉर ਯੂ। ਸਹੀ ਆਨਸਰ ਦੀ ਗੱਲ ਕਰੀਏ ਤਾਂ ਸਹੀ ਆਨਸਰ ਹੈ ਜੀ ਇਹਦਾ ਫਰੈਸ਼ ਵਾਟਰ ਡਾਇਲੂਸ਼ਨ ਜਿਹੜੀ ਹੁੰਦੀ ਹੈ ਇਕੁਏਟਰ ਦੇ ਕੇਸ 'ਚ। ਦੇਖੋ ਸਭ ਤੋਂ ਜ਼ਿਆਦਾ ਤੁਸੀਂ ਔਨ ਐਨ ਐਵਰੇਜ ਮੇਰੇ ਤੋਂ ਪੁੱਛੋਗੇ ਸਭ ਤੋਂ ਜ਼ਿਆਦਾ ਸਨਲਾਈਟ ਕਿੱਥੇ ਪੈਂਦੀ ਹੈ ਅਕ੍ਰੋਸ ਦੀ ਲੈਟੀਟਿਊਡਸ, ਸਭ ਤੋਂ ਜ਼ਿਆਦਾ ਪੈਂਦੀ ਹੈ ਇਕੁਏਟਰ ਤੇ। ਔਨ ਐਨ ਐਵਰੇਜ ਦੀ ਗੱਲ ਕਰ ਰਹੇ, ਪਰ ਬਰਸਾਤ ਵੀ ਸਭ ਤੋਂ ਜ਼ਿਆਦਾ ਕਿੱਥੇ ਹੁੰਦੀ ਹੈ ਇਕੁਏਟਰ ਦੇ ਕੇਸ 'ਚ ਹੁੰਦੀ ਹੈ। ਤਾਂ ਜਦੋਂ ਇਕੁਏਟਰ ਦੇ ਕੇਸ 'ਚ ਬਰਸਾਤ ਵੀ ਹੋ ਰਹੀ ਹੈ ਤਾਂ ਬਰਸਾਤ ਦੇ ਵਿੱਚ ਜਿਹੜਾ ਪਾਣੀ ਆ ਰਿਹਾ ਫਰੈਸ਼ ਵਾਟਰ ਆਉਂਦਾ ਦੋਸਤੋ। ਜਦੋਂ ਵੀ ਇਵੈਪੋਰੇਸ਼ਨ ਹੋਣੀ ਹੈ ਇਵੈਪੋਰੇਸ਼ਨ ਵੀ ਫਰੈਸ਼ ਵਾਟਰ ਦੀ ਹੁੰਦੀ ਹੈ, ਚਾਹੇ ਜਿੰਨਾ ਮਰਜੀ ਸਾਲਟੀ ਵਾਟਰ ਹੋਵੇ। ਜਦੋਂ ਪਾਣੀ ਨੇ ਇਵੈਪੋਰੇਟ ਹੋਣਾ ਵੇਪਰ ਫਾਰਮ ਚ ਕਨਵਰਟ ਹੋਣਾ ਤਾਂ ਫਰੈਸ਼ ਵਾਟਰ ਹੀ ਹੁੰਦਾ, ਸਾਲਟ ਪਿੱਛੇ ਰਹਿ ਜਾਂਦਾ। ਤੇ ਜਦੋਂ ਬਰਸਣਾ ਹੈ ਤਾਂ ਉਦੋਂ ਹੀ ਫਰੈਸ਼ ਵਾਟਰ ਨਹੀਂ ਬਰਸਣਾ। ਤਾਂ ਸਭ ਤੋਂ ਜ਼ਿਆਦਾ ਬਰਸਾਤ ਕਿੱਥੇ ਹੋ ਰਹੀ ਹੈ ਜੇ ਮੈਂ ਕੰਪੇਅਰ ਕਰਾਂ ਸਬ ਟ੍ਰੋਪਿਕਸ ਦੇ ਵਿੱਚ ਹੋ ਰਹੀ ਹੈ ਜਾਂ ਇਕੁਏਟਰ ਤੇ ਹੋ ਰਹੀ ਹੈ? ਦੀ ਆਨਸਰ ਇਜ਼ ਇਕੁਏਟਰ ਤੇ। ਤਾਂ ਇਕੁਏਟਰ ਤੇ ਫਰੈਸ਼ ਵਾਟਰ ਵੀ ਤਾਂ ਆ ਰਿਹਾ, ਫਿਰ ਫਰੈਸ਼ ਵਾਟਰ ਆਊਗਾ ਤਾਂ ਜਿਹੜੀ ਉੱਥੇ ਸੈਲਿਨਿਟੀ ਹੈਗੀ ਹੈ, ਨਮਕੀਨ ਜਿਹੜਾ ਪਨ ਹੈਗਾ ਉਹ ਘਟੂਗਾ ਜਾਂ ਵਧੂਗਾ? ਸਰ ਉਹ ਘਟ ਜੂਗਾ, ਠੀਕ ਹੈ ਉਹ ਘਟੂਗਾ। ਉਹ ਘਟੂਗਾ ਕਿੱਥੇ ਨਹੀਂ, ਉਹ ਵਧੂਗਾ ਕਿੱਥੇ? ਉਹ ਵਧੂਗਾ ਉੱਥੇ ਜਿੱਥੇ ਇਵੈਪੋਰੇਸ਼ਨ ਜ਼ਿਆਦਾ ਹੋ ਰਹੀ ਹੈ ਪਰ ਫਰੈਸ਼ ਵਾਟਰ ਨਹੀਂ ਆ ਰਿਹਾ ਹੈਗਾ। ਹੁਣ ਇਵੈਪੋਰੇਸ਼ਨ ਜ਼ਿਆਦਾ ਕਿੱਥੇ ਹੋ ਰਹੀ ਹੈ? ਸਰ ਇਵੈਪੋਰੇਸ਼ਨ ਜ਼ਿਆਦਾ ਹੋ ਰਹੀ ਹੈ ਮੇਬੀ ਸਬ ਟ੍ਰੋਪਿਕਸ ਦੇ ਆਸ-ਪਾਸ, ਪਰ ਸਬ ਟ੍ਰੋਪਿਕਸ ਦੇ ਆਸ-ਪਾਸ ਕੀ ਬਹੁਤ ਜ਼ਿਆਦਾ ਬਰਸਾਤ ਹੋ ਰਹੀ ਹੈ? ਦੀ ਆਨਸਰ ਇਜ਼ नो। ਤਾਂ ਸਬ ਟ੍ਰੋਪੀਕਲ ਏਰੀਆਜ਼ ਦੇ ਵਿੱਚ ਮੈਨੂੰ ਜ਼ਿਆਦਾ ਸੈਲਿਨਿਟੀ ਐਕਸਪੀਰੀਅੰਸ ਦੇਖਣ ਨੂੰ ਮਿਲਦੀ ਹੈ which is not the case with the equators. So B is the right answer, fresh water dilution from heavy daily convective rainfall ਜੋ ਕਿ ਆਪਾਂ ਨੂੰ ਇਕੁਏਟਰ ਤੇ ਦੇਖਣ ਨੂੰ ਮਿਲਦੀ ਹੈ, ਟ੍ਰੋਪਿਕਸ ਤੇ ਦੇਖਣ ਨੂੰ ਨਹੀਂ ਮਿਲਦੀ। ਸੋ ਆ ਜਿਹੜੀ ਕਹਾਣੀ ਹੈ ਕਿ strong prevailing trade winds carry salt away from the equator, these are not true. Next, ਹੁਣ ਅਗਲਾ ਅਗੇਨ ਸੈਲਿਨਿਟੀ ਨਾਲ ਲਿੰਕ ਕੁਐਸਚਨ ਹੈ ਜੀ, डायरेक्ट क्वेश्चन है, फैक्चुअल क्वेश्चन है। I want you to pause this video and answer this question. Which geographic water body records one of the highest salinity in the entire world? सारे वर्ल्ड ਦੇ ਵਿੱਚ ਸਭ ਤੋਂ ਜ਼ਿਆਦਾ ਸੈਲਿਨਿਟੀ ਕਿੱਥੇ ਦੇਖਣ ਨੂੰ ਮਿਲਦੀ ਹੈ? ਉਹ ਦੇਖਣ ਨੂੰ ਮਿਲਦੀ ਹੈ ਜੀ ਡੈਡ ਸੀ ਦੇ ਵਿੱਚ। ਡੈਡ ਸੀ ਦੇ ਵਿੱਚ ਇੰਨੀ ਹਾਈ ਸੈਲਿਨਿਟੀ ਹੈਗੀ ਹੈ ਕਿ ਤੁਸੀਂ ਫਲੋਟ ਕਰ ਸਕਦੇ ਹੋ ਉੱਤੇ ਬਕਾਇਦਾ, ਈਵਨ ਇਫ ਯੂ ਡੋਨਟ ਨੋ ਹਾਊ ਟੂ ਸਵਿਮ ਸੌਰੀ, ਤੁਸੀਂ ਉੱਥੇ ਜਾ ਕੇ ਫਲੋਟ ਕਰ ਸਕਦੇ ਹੋ। ਬਾਇੰਸੀ ਇੰਨੀ ਹਾਈ ਹੋਗੀ ਤੁਹਾਡੀ ਬੋਡੀ ਸਿੰਕ ਨਹੀਂ ਕਰੂਗੀ, ਐਜ਼ ਹਾਈ ਐਜ਼ 330 ਗ੍ਰਾਮਸ ਪਰ 1000 ਗ੍ਰਾਮ। ਯਾਨੀ ਕਿ ਜੇ 1000 ਗ੍ਰਾਮ ਤੁਸੀਂ ਪਾਣੀ ਲੈ ਰਹੇ ਹੋ ਤਾਂ ਉਸ ਚੋਂ 300 ਤੋਂ 330 ਗ੍ਰਾਮ ਦੇ ਆਸ-ਪਾਸ ਤੁਹਾਨੂੰ ਉੱਥੇ ਸਾਲਟ ਕੰਟੈਂਟ ਦੇਖਣ ਨੂੰ ਮਿਲੂਗਾ। ਇੰਨਾ ਜ਼ਿਆਦਾ ਸਾਲਟ ਕੰਟੈਂਟ ਹੈ ਡੈਡ ਸੀ ਦੇ ਕੇਸ, ਰਾਈਟ, ਹੈਂਸ ਦਾ ਨੇਮ ਡੈਡ। ਉੱਥੇ ਤੁਹਾਨੂੰ ਮਾਈਕਰੋਬੀਅਲ ਲਾਈਫ ਦੀ ਗੱਲ ਕਰੀਏ ਜਾਂ ਇਕੁਐਟਿਕ ਲਾਈਫ ਦੀ ਗੱਲ ਕਰੀਏ ਉੱਥੇ ਦੇਖਣ ਨੂੰ ਨਹੀਂ ਮਿਲੂਗੀ, ਇਸ ਲਈ ਉਹਦਾ ਨਾਮ ਵੀ ਡੈਡ ਸੀ ਪਿਆ ਹੋਇਆ। ਨੈਕਸਟ ਹੈ ਜੀ the highest surface water temperature are recorded in। ਹਾਂਜੀ, ਹੁਣ ਹਾਈਐਸਟ ਸਰਫੇਸ ਵਾਟਰ ਟੈਂਪਰੇਚਰ ਕਿੱਥੇ ਰਿਕਾਰਡ ਕੀਤੇ ਜਾਂਦੇ ਹੈ ਇਹ ਸਵਾਲ ਪੁੱਛਿਆ ਜਾ ਰਿਹਾ ਹੈ। ਆਪਸ਼ਨ ਏ ਹੈ open equatorial ocean and basin, C open ocean centers along the tropic of Capricorn, फिर subpolar zones experiencing upwelling, then enclosed or landlocked seas in subtropical latitudes। highest surface water ਦੀ ਗੱਲ ਹੋ ਰਹੀ ਹੈ, ਹਾਈਐਸਟ ਸਰਫੇਸ ਵਾਟਰ ਟੈਂਪਰੇਚਰ ਦੀ ਗੱਲ ਹੋ ਰਹੀ ਹੈ, ਉਹ ਕਿੱਥੇ ਹੋਊਗਾ? ਉਹ ਉੱਥੇ ਹੋਊਗਾ ਜਿੱਥੇ ਵਾਟਰ ਮਿਕਸਿੰਗ ਹੋਣ ਦੇ ਚਾਂਸ ਘਟਦੇ ਜਾ ਰਹੇ ਹਨ ਤੇ ਕੰਟੀਨਿਊਸ ਹੀਟ ਵੀ ਪੈ ਰਹੀ ਹੈ। ਦੁਬਾਰਾ ਸੋਚੋ, ਜਿੱਥੇ ਵਾਟਰ ਦੇ ਮਿਕਸ ਹੋਣ ਦੇ ਚਾਂਸ ਘਟਦੇ ਹੈ ਤੇ ਉੱਥੇ ਕੰਟੀਨਿਊਸ ਹੀਟ ਵੀ ਇਨ ਦੀ ਫਾਰਮ ਆਫ ਸਨਲਾਈਟ ਆ ਹੀ ਰਹੀ ਹੈ। ਇਹ ਕਿੱਥੇ ਹੋਊਗਾ? ਇਹ ਉੱਥੇ ਹੋਊਗਾ ਜਿੱਥੇ ਇਨਕਲੋਜ਼ ਨੇ, ਉਹ ਜਿੱਥੇ ਸੀਜ਼ ਜਿਹੜੇ ਨੇ ਇਨਕਲੋਜ਼ ਨੇ, ਇਟ ਇਜ਼ ਕਵਰਡ ਬਾਈ ਦ ਸਰਫੇਸ, ਆਸ-ਪਾਸ ਲੈਂਡ ਹੈ। ਤੇ ਤੁਸੀਂ ਸਬ ਟ੍ਰੋਪਿਕਸ ਦੇ ਵਿੱਚ ਇਮੇਜਿਨ ਕਰੋ, ਵਰਲਡ ਮੈਪ ਤੁਸੀਂ ਜ਼ਰਾ ਸੋਚੋ, ਇਮੇਜਿਨ ਕਰੋ ਉਹਦੇ ਵਿੱਚ ਇੱਕ ਕੰਟੀਨੈਂਟ ਆਉਂਦਾ ਹੈ ਅਫਰੀਕਾ, ਜਿਹਦੇ ਵਿੱਚ ਤੁਸੀਂ ਗੱਲ ਕਰੋ ਸਹਾਰਾ ਡੈਜ਼ਰਟ ਦੀ ਗੱਲ ਕਰ ਰਹੇ ਹੋ, ਹਨਾ। ਫਿਰ ਤੁਸੀਂ ਗੱਲ ਕਰੋ ਪਰਸ਼ੀਅਨ ਗਲਫ ਦੀ ਗੱਲ ਕਰੋ, ਤੁਸੀਂ ਰੈਡ ਸੀ ਦੀ ਗੱਲ ਕਰੋ। all these water bodies they are surrounded by the subtropical region and that to landmass ਦੇ ਵਿੱਚ ਤੁਸੀਂ ਦੇਖੋਗੇ ਡੈਜ਼ਰਟ ਟਾਈਪ ਇਕੋਸਿਸਟਮ ਹੈ ਉਰੇ। ਇੱਕ ਚੀਜ਼ ਔਰ ਇੱਕ ਹੋਰ ਨੋਟ ਕਰਨ ਵਾਲੀ ਹੈ ਕਿ ਪਾਣੀ ਤੇ ਧਰਤੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਔਰ ਇੱਕ ਕੰਸੈਪਟ ਆਉਂਦਾ ਹੈ ਸਪੈਸਿਫਿਕ ਹੀਟ ਦਾ ਕੰਸੈਪਟ। ਸਪੈਸਿਫਿਕ ਹੀਟ ਆਫ ਲੈਂਡ ਇਜ਼ ਮਚ ਸਮਾਲਰ ਐਜ਼ ਕੰਪੇਅਰ ਟੂ दैट ਆਫ ਵਾਟਰ। ਪਾਣੀ ਬਹੁਤ ਔਖਾ ਗਰਮ ਹੋਊਗਾ, ਬਹੁਤ ਔਖਾ ਠੰਡਾ ਹੋਊਗਾ ਐਜ਼ ਕੰਪੇਅਰ ਟੂ ਲੈਂਡ। ਲੈਂਡ ਬੜੀ ਜਲਦੀ ਗਰਮ ਹੋ ਜਾਂਦੀ ਹੈ, ਬੜੀ ਜਲਦੀ ਠੰਡੀ ਹੋ ਜਾਂਦੀ ਹੈ।
ਸਬ ਟ੍ਰੋਪਿਕਸ ਦੇ ਵਿੱਚ ਗਰਮੀ ਪੂਰੀ ਪੈ ਰਹੀ ਹੈ ਤੇ ਉਹਦੇ ਵੀ ਉੱਥੇ ਦੇਖੋ ਸਬ ਟ੍ਰੋਪਿਕਲ ਰੀਜਨ ਦੇ ਵਿੱਚ ਤੁਸੀਂ ਦੇਖੋ ਬਹੁਤ ਸਾਰੇ ਡੈਜ਼ਰਟ ਵੀ ਮੌਜੂਦ ਨੇ ਤਾਂ ਗਰਮੀ ਖੂਬ ਪੈ ਰਹੀ ਹੈ। ਤਾਂ ਗਰਮੀ ਜਦੋਂ ਧਰਤੀ ਜਿਹੜੀ ਗਰਮ ਹੋ ਗਈ ਉਹਦੇ ਨਾਲ ਜਿਹੜਾ ਵਾਟਰ ਬੋਡੀ ਅਟੈਚ ਹੋ ਰਹੀ ਹੈ ਉਹ ਵੀ ਵਾਟਰ ਜਿਹੜਾ ਹੈਗਾ ਉੱਥੇ ਦਾ ਹੀਟ ਐਕਸਚੇਂਜ ਹੋਊਗੀ ਤੇ ਉਹ ਵੀ ਹੀਟ ਅਪ ਹੋਣਾ ਸ਼ੁਰੂ ਹੋ ਜਾਊਗਾ। ਤੇ ਦੂਜਾ ਉਹ ਵੈਸੇ ਵੀ ਇਨਕਲੋਜ਼ਡ ਹੈਗਾ, ਵਾਟਰ ਦੀ ਮਿਕਸਿੰਗ ਨਹੀਂ ਹੋ ਰਹੀ ਹੈਗੀ, ਰਾਈਟ। ਬਾਹਰੋਂ ਜਿਹੜਾ ਪਾਣੀ ਹੈ ਬਹੁਤ ਲਿਮਿਟਿਡ ਕੁਆਂਟੀਟੀ ਦੇ ਵਿੱਚ ਉਹਦੇ ਨਾਲ ਮਿਕਸ ਹੋ ਪਾ ਰਿਹਾ, ਤਾਂ ਇਸ ਕਰਕੇ ਤੁਸੀਂ ਦੇਖੋਗੇ ਤਾਂ ਉਹਦਾ ਟੈਂਪਰੇਚਰ ਜਿਹੜਾ ਹੈਗਾ ਉਹ ਐਜ਼ ਕੰਪੇਅਰ ਟੂ ਅਦਰ ਆਪਸ਼ਨਸ ਜਾਂ ਅਦਰ ਸੀਜ਼ ਜਿਹੜੇ ਓਪਨ ਨੇ, ਇਸ ਕਰਕੇ ਉਹਦਾ ਜਿਹੜਾ ਆਨਸਰ ਉਸ ਕੇ ਦਾ ਜਿਹੜਾ ਟੈਂਪਰੇਚਰ ਹੈ ਉਹ ਹਾਈ ਆਪਾਂ ਨੂੰ ਦੇਖਣ ਨੂੰ ਮਿਲੂਗਾ। ਨੈਕਸਟ, the time interval between the passage of two successive waves, wave crust past a fixed point is called as what? ਜਦੋਂ ਆਪਾਂ waves ਦੀ ਗੱਲ ਕਰਦੇ ਹਾਂ, ਉਰੇ ਆਪਾਂ ਟਾਈਡ ਦੀ ਗੱਲ ਕਰਦੇ ਹਾਂ, ਆਪਾਂ waves ਦੀ ਗੱਲ ਕਰਦੇ ਹਾਂ, ਆਪਾਂ ਇਹਨਾਂ waves ਨੂੰ ਜਦੋਂ ਸਟੱਡੀ ਕਰਦੇ ਹਾਂ ਤਾਂ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਐਂਪਲੀਟਿਊਡ ਦੀ ਗੱਲ ਕਰਦੇ ਹਾਂ, ਆਪਾਂ ਇਹਨਾਂ ਦੀ ਵੇਵਲੈਂਥ ਦੀ ਗੱਲ ਕਰਦੇ ਹਾਂ, ਹਨਾ। ਤਾਂ ਉਹਨਾਂ ਦੇ ਨਾਲ ਲਿੰਕ ਕੇ ਕੁਐਸਚਨ ਹੈ, ਇਹ ਪੁੱਛ ਰਿਹਾ ਕਿ ਦੋ ਪੁਆਇੰਟਸ ਨੇ ਜਿਹੜੇ ਕ੍ਰੈਸਟ ਦੀ ਗੱਲ ਹੋ ਰਹੀ ਹੈ। ਕ੍ਰੈਸਟ ਮਤਲਬ ਜੇ ਮੈਂ ਵੇਵ ਨੂੰ ਕੁਝ ਇਸ ਤਰੀਕੇ ਨਾਲ ਬਣਾਦਾ, ਆਹ ਜਿਹੜਾ ਪੁਆਇੰਟ ਹੈ ਤੇ ਆਹ ਜਿਹੜਾ ਪੁਆਇੰਟ ਹੈ ਇਹ ਹੈਗਾ ਕ੍ਰੈਸਟ, ਆਹ ਜਿਹੜਾ ਪੁਆਇੰਟ ਹੈ ਇਹਨੂੰ ਆਪਾਂ ਕਹਿੰਦੇ ਟਰਫ, ਇਹਨੂੰ ਆਪਾਂ ਕਹਿੰਦੇ ਟਰਫ। ਕੁਐਸਚਨ ਦੀ ਗੱਲ ਹੋ ਰਹੀ ਹੈ, ਕਹਿੰਦੇ ਟਾਈਮ ਇੰਟਰਵਲ, ਇਹਦੇ ਵਿੱਚ ਜਿਹੜਾ ਟਾਈਮ ਇੰਟਰਵਲ ਹੈ ਇਹਨੂੰ ਕੀ ਕਹਿੰਦੇ ਆ? ਆਪਸ਼ਨ ਏ ਹੈ ਵੇਵਲੈਂਥ, वेव एम्पलीट्यूड बी ऑप्शन है, वेव फ्रीक्वेंसी डी ऑप्शन है, वेव पीरियड सी ऑप्शन है। उन्हें पूछे टाइम कि ये दो क्रस्ट दे विच टाइम की है, टाइम दी गल हो रही है, टाइम मतलब पीरियड दी गल होनी है, हेंस द आंसर इज वेव पीरियड, वेव पीरियड। हुण बहुत बच्चे कंफ्यूज होणगे कि सर इहनूं वेवलेंथ क्यों नहीं कहंदे। बच्चे वेवलेंथ जिहड़ा कहंदे आ, वेवलेंथ आपां इहदे विच दे फिजिकल डिस्टेंस नूं कहंदे आ, जदों आपां इहदे विच दे आपां फिजिकल डिस्टेंस नापना हुंदा ना ओहनूं वेवलेंथ कहंदे आ आपां। जो टाइम की गल कर रहे हैं कि दो क्रस्ट ਜਿਹੜੇ ਹੈਗੇ ਉਹਨਾਂ ਦੇ ਵਿੱਚ ਟਾਈਮ ਦੀ ਗੱਲ ਹੋ ਰਹੀ ਹੈ ਬੱਚੇ, ਆ ਦੇਖੋ ਟਾਈਮ ਇੰਟਰਵਲ, ਇਹ ਟਾਈਮ ਇੰਟਰਵਲ ਦੀ ਗੱਲ ਹੋ ਰਹੀ ਹੈ, ਉਰੇ ਗੱਲ ਆਊਗੀ ਵੇਵ ਪੀਰੀਅਡ ਦੀ। ਨੈਕਸਟ, ਨੀਪ ਟਾਈਡਸ। ਹਾਂਜੀ, ਨੀਪ ਟਾਈਡਸ ਅਕਰ व्हेन सन अर्थ एंड मून फॉर्म अ व्हाट? देखो ਜਦੋਂ ਆਪਾਂ ਟਾਈਡਸ ਦੀ ਗੱਲ ਕਰਦੇ ਹਾਂ ਤਾਂ ਰੀਜ਼ਨ ਫॉर ਐਗਜ਼ਿਸਟੈਂਸ ਆਫ ਟਾਈਡਸ एनसीईआरटी भी या बाकी स्टैंडर्ड किताबां भी दो गल्लां करदी, कहंदे एक तां ग्रेविटेशनल इन्फ्लुएंस है ऑफ मून, सन दा ग्रेविटेशनल इन्फ्लुएंस भी है पर वो बहुत घट है क्योंकि सन दा डिस्टेंस है अर्थ तो भी बहुत ज्यादा है, मून दा डिस्टेंस है इट इज कंपैरेटिवली लेसर ते मून दा ग्रेविटेशनल इन्फ्लुएंस जिहड़ा है वो ज्यादा। सो पहला कारण तो यह है कि इट्स रीजन ऑफ टाइड्स ऑन अर्थ, पहला कारण है इट्स बिकॉज ऑफ द ग्रेविटेशनल इन्फ्लुएंस ऑफ द मून। बट हाँ ये नहीं है कि सन आप बिल्कुल इग्नोर करांगे, सन का फैक्टर भी आऊगा, प्राइमरीली इट इज ड्रिवन बाय द मून। सेकंड गल करिए, अर्थ जिहड़ी हैगी है, अर्थ रिवॉल्व कर रही है, रोटेट भी कर रही है, तो सिमिलरली अपना मून हैगा वो भी रिवॉल्व कर रहा है अर्थ दे अराउंड, रोटेट भी कर रहा है। तो बिकॉज ऑफ सेंट्रीफ्यूगल फोर्स ऑफ रोटेशन ऑफ अर्थ एंड मून सिस्टम, ਇਹਦੇ ਕਰਕੇ ਦੂਜੇ ਐਂਡ ਤੇ ਤੁਹਾਨੂੰ ਇੱਕ ਵੇਵ ਇੱਕ ਤੁਹਾਨੂੰ ਟਾਈਡ ਦੇਖਣ ਨੂੰ ਮਿਲਦੀ ਹੈ। ਤਾਂ ਇੱਕ ਟਾਈਡ ਤਾਂ ਤੁਹਾਨੂੰ ਦੇਖਣ ਨੂੰ ਮਿਲ ਰਹੀ ਬਿਕੋਜ਼ ਆਫ ਦ ਗ੍ਰੈਵਿਟੇਸ਼ਨਲ ਪੁੱਲ, ਦੀ ਅਦਰ ਪਾਰਟ ਇਜ਼ ਬਿਕੋਜ਼ ਆਫ ਦ ਸੈਂਟਰੀਫਿਊਗਲ ਫੋਰਸ ਪਾਰਟ। ਸੋ ਦੋ ਕਾਰਨ ਬਣਦੇ ਆ। ਹੁਣ ਟਾਈਡ ਤੇ ਆਪਾਂ ਗੱਲ ਕਰੀਏ ਤਾਂ ਟਾਈਡਸ ਉਰੇ ਅਲੱਗ-ਅਲੱਗ ਟਾਈਪਸ ਦੀ ਬਣ ਜਾਂਦੀ ਹੈ। ਇੰਪੋਰਟੈਂਟ ਵਨਸ ਆਰ ਸਪ੍ਰਿੰਗ ਟਾਈਡ, ਨੀਪ ਟਾਈਡ। ਫਿਰ ਟਾਈਡਸ ਜਿਹੜੇ ਨੋਰਮਲ ਪ੍ਰਕਾਰ ਹੁੰਦੇ, ਡਾਇਰਨਲ ਟਾਈਡ, ਸੈਮੀ ਡਾਇਰਨਲ ਹੋ ਗਿਆ, ਮਿਕਸਡ ਹੋ ਗਿਆ, ਇਹਨਾਂ ਚਾਰਾਂ ਤੇ ਅੱਜ ਗੱਲਾਂ ਆ ਜਾਂਦੀਆਂ। ਜਦੋਂ ਆਪਾਂ ਗੱਲ ਕਰਦੇ ਹਾਂ ਉਰੇ ਸਪ੍ਰਿੰਗ ਟਾਈਡ, ਨੀਪ ਟਾਈਡ ਦੀ ਗੱਲ ਕਰੀਏ ਤਾਂ ਇਹਦੇ ਤੇ ਇੰਪੋਰਟੈਂਟ ਕੁਐਸਚਨ ਬਣਦਾ ਕਿ ਉਰੇ ਸਨ ਦੀ, ਅਰਥ ਦੀ ਤੇ ਮੂਨ ਦੀ ਪੋਜੀਸ਼ਨ ਕਿਸ ਟਾਈਪ ਦੀ ਹੁੰਦੀ ਹੈ। ਦੇਖੋ ਜਦੋਂ ਆਪਾਂ ਗੱਲ ਕਰੀਏ ਜੇ ਸਨ, ਮੂਨ ਤੇ ਅਰਥ ਪਰਫੈਕਟਲੀ ਅਲਾਈਨਡ ਨੇ, ਸਨ, ਅਰਥ ਤੇ ਮੂਨ ਜੇ ਪਰਫੈਕਟਲੀ ਅਲਾਈਨਡ ਨੇ ਤਾਂ ਉਰੇ ਜਿਹੜਾ ਗ੍ਰੈਵਿਟੇਸ਼ਨਲ ਪੁੱਲ ਵੀ ਹੈਗਾ ਇਹਨਾਂ ਦਾ ਉਹ ਵੀ ਬਿਲਕੁਲ ਇੱਕ ਸਾਈਡ ਹੋਊਗਾ। ਤਾਂ ਕੁਝ ਇਸ ਤਰੀਕੇ ਦਾ ਦੇਖੋ ਜ਼ਰਾ, सन राइट, फिर आ गया लेट्स से मून, उरे आ गया अर्थ। तो हुण तुसी देखो ये सारी जिहड़ी हैगी है, सन दी भी ग्रेविटेशनल इन्फ्लुएंस इस पासे, मून दी भी, ये सारी एक डायरेक्शन दे विच लिंक हो रही है।
ਗ੍ਰੈਵਿਟੀ ਆਪਣੇ ਵੱਲ ਅਟਰੈਕਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਯੂ ਵਿਲ ਸੀ ਕਿ ਹਾਂ ਉਰੇ ਹਾਈ ਟਾਈਡ ਬਣਨ ਦਾ ਚਾਂਸ ਬਣਦਾ, ਇਸ ਪਾਸੇ ਹਾਈ ਟਾਈਡ ਬਣੂਗੀ ਤੇ ਇਹ ਹਾਈ ਟਾਈਡ ਹੋਊਗੀ ਨਾਰਮਲੀ ਹਾਇਰ ਦੈਨ ਦਾ ਨਾਰਮਲ ਹਾਇਰ ਟਾਈਡ, ਹਾਇਰ ਦੈਨ ਨਾਰਮਲ ਹਾਇਰ ਟਾਈਡ। ਇਹ ਕੇਸ ਬਣਦਾ ਹੈ ਕਾਹਦਾ? ਇਹ ਕੇਸ ਬਣਦਾ ਹੈ ਸਪ੍ਰਿੰਗ ਟਾਈਡ ਦਾ। ਨੀਪ ਟਾਈਡ ਦੇ ਵਿੱਚ ਕੀ ਹੁੰਦਾ ਹੈ? ਨੀਪ ਟਾਈਡ ਦੇ ਵਿੱਚ ਹੁੰਦਾ ਹੈ ਕਿ ਸਨ ਉਰੇ ਹੈ, ਅਰਥ ਉਰੇ ਹੈ ਤੇ ਮੂਨ ਜਿਹੜਾ ਹੈਗਾ ਉਹ ਇਸ ਸਾਈਡ ਆ ਗਿਆ 90 ਡਿਗਰੀ ਤੇ ਆ ਗਿਆ। ਸਨ ਉਰੇ ਹੈ, ਅਰਥ ਉਰੇ ਹੈ, ਮੂਨ ਉਰੇ ਆ ਗਿਆ। ਸਨ ਵੀ ਆਪਣੇ ਵੱਲ ਕੁਝ ਖਿੱਚਣ ਨੂੰ ਕੋਸ਼ਿਸ਼ ਕਰ ਰਿਹਾ, ਮੂਨ ਵੀ ਆਪਣੇ ਵੱਲ ਉਰੇ ਗ੍ਰੈਵਿਟੀ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰ ਰਿਹਾ। ਤਾਂ ਯੂ ਵਿਲ ਸੀ ਕਿ ਉਰੇ ਜਿਹੜਾ ਸਿਮੈਟਰੀ ਪਹਿਲਾਂ ਬਣ ਰਹੀ ਸੀ ਉਹ ਡਿਸਟਰਬ ਹੋ ਚੁੱਕੀ ਹੈ। ਇੱਕ ਬੋਡੀ ਆਪਣੇ ਵੱਲ ਖਿੱਚਣ ਨੂੰ ਕੋਸ਼ਿਸ਼ ਕਰ ਰਹੀ ਹੈ, ਦੂਜੀ ਬੋਡੀ ਆਪਣੇ ਵੱਲ ਖਿੱਚਣ ਨੂੰ ਕਰ ਰਹੀ ਹੈ। ਤਾਂ ਉਰੇ ਜਿਹੜੀ ਹਾਈ ਟਾਈਡ ਬਣੂਗੀ ਉਹ ਲੋਅਰ ਬਣੂਗੀ ਦੈਨ ਦਾ ਨਾਰਮਲ ਹਾਈ ਟਾਈਡ। ਤਾਂ ਇਹ ਕੇਸ ਬਣਦਾ ਦੋਸਤੋ ਨੀਪ ਟਾਈਡ ਦਾ, ਰਾਈਟ? ਨੀਪ ਟਾਈਡ ਦਾ ਕੇਸ ਬਣਦਾ। ਸਪ੍ਰਿੰਗ ਟਾਈਡ ਦੇ ਵਿੱਚ ਕੀ ਹੁੰਦਾ ਹੈ? ਹਾਈ ਟਾਈਡਸ ਆਰ ਹਾਇਰ ਦੈਨ ਦਾ ਨਾਰਮਲ ਹਾਈ ਟਾਈਡਸ ਐਂਡ low tides are lower than the normal high tides, normal low tides, sorry। ਸੈਕੰਡ ਕੇਸ ਦੇ ਵਿੱਚ ਜਦੋਂ ਆਪਾਂ ਨੀਪ ਟਾਈਡ ਦੀ ਗੱਲ ਕਰ ਰਹੇ ਹਾਂ, ਜਿਹੜੀ ਹਾਈ ਟਾਈਡਸ ਨੇ ਉਰੇ ਦੇ ਆਰ ਨਾਰਮਲੀ ਲੋਅਰ ਦੈਨ ਦਾ ਹਾਈ ਟਾਈਡਸ, ਜੋ ਆਪਕੇ ਨਾਰਮਲ ਹਾਈ ਟਾਈਡਸ ਨੇ। ਤੇ ਜਿਹੜੀ ਲੋ ਟਾਈਡ ਹੁੰਦੀ ਹੈ ਨੀਪ ਟਾਈਡ ਦੇ ਕੇਸ 'ਚ, ਉਹ ਜਿਹੜੀ ਹੈਗੀ ਹੈ ਉਹ ਹਾਇਰ ਹੁੰਦੀ ਹੈ ਦੈਨ ਦਾ ਨਾਰਮਲ ਲੋ ਟਾਈਡ, ਕਿਉਂਕਿ ਜਿਹੜਾ ਗ੍ਰੈਵਿਟੇਸ਼ਨਲ ਇਨਫਲੂਐਂਸ ਉਰੇ ਡਿਵਾਈਡ ਹੋ ਚੁੱਕਾ ਹੈ। ਸੋ क्वेश्चन के मुताबिक नीप टाइड्स अकर व्हेन सन अर्थ एंड मून फॉर्म व्हाट? स्ट्रेट लाइन अलाइनमेंट यानी कि सिजगी, the answer is no। then 45 degree angular alignment, the answer is again no। perigee position, the answer is again no। right angle configuration, हाँ जी right angle, सन अर्थ मून ये 90 डिग्री का एंगल बनता है जी, B is the right answer। next, the cold ocean current that flows southward along the western coast of North America is what? हाँ जी, एक क्वेश्चन पर एक करा रहे हैं मैं, पर थोनों सारे भी जिन्ने इंपॉर्टेंट थोड़े ओशन करंट्स बनते हैं वो थोनों पता होने चाहिए। केड़े केड़े इंपॉर्टेंट करंट्स ने देखो जरा देखो इस पे। हाँ जी, क्वेश्चन के मुताबिक कैलिफोर्निया करंट, कैलिफोर्निया करंट इज अ कोल्ड करंट जो कि अमेरिका दे वेस्टर्न कोस्ट ते स्थित है। फिर गल्फ स्ट्रीम की गल करो, गल्फ स्ट्रीम वेरी इंपॉर्टेंट, बहुत बार क्वेश्चन पूछा जाता है, ईस्टर्न साइड ऑफ अमेरिका तो होकर गुजरती है। उस तो बाद यह एटलांटिक दे विच नॉर्थ एटलांटिक ड्रिफ्ट के नाम तो जानी जाती है तो यह यूरोप वाले पासे जाके नॉर्मल टैंपरेचर्स जिहड़े हुंदे उहनूं क्रिएट करती है। उस तो बाद आपां गल करते हैं लैब्राडोर करंट की। लैब्राडोर करंट अगेन कैनेडा वाली साइड तो आ रहा है, हडसन बे वाली साइड तो आ रहा है एंड इट इज एक्सट्रीमली कोल्ड, कोल्ड करंट है जी लैब्राडोर करंट। फिर कैनरी करंट, कैनरी करंट भी तुसी देखोगे राइट सदर्न यूरोप दे विच अक्रॉस एटलांटिक आ रहा है, ये भी कोल्डर इन नेचर है। फिर तुसी उरे देखोगे पेरू करंट ते क्वेश्चन पूछा जाता है, पेरू करंट अगेन कोल्डर करंट है जी, साउथ अमेरिका वाली साइड ते एक्ट करता है। कुरोशियो ते ओयाशियो एचसीएस दे प्रीलिम्स दे विच डायरेक्ट क्वेश्चन पूछा गया सीगा, हुणे एचसीएस दा प्रीलिम्स होया ओहदे विच डायरेक्ट क्वेश्चन पूछा गया सीगा कुरोशियो ते ओयाशियो ते। ओयाशियो जिहड़ा हैगा ओह कोल्डर करंट है जी, ओह आर्कटिक एरिया वाले साइड तो थल्ले आ रहा है। ते कुरोशियो की गल करिए तो कुरोशियो जिहड़ा हैगा यह इक्वेटर तो टुवर्ड्स नॉर्दर्न हेमिस्फीयर जा रहा है, टुवर्ड्स पोलर रीजन जा रहा है एंड इट इज वार्मर इन नेचर। सो कुरोशियो ओयाशियो पता होना चाहिए, पेरू पता होना चाहिए। फिर ब्राजीलियन करंट ज़्यादा कोई इंपॉर्टेंट नहीं बनता। फिर जिहड़ा इंपॉर्टेंट करंट बनता है उरे दैट इज अगुल-हास करंट, अगुल-हास करंट। क्लियर है जी, ये इंपॉर्टेंट करंट्स ने, इन्हों याद करो, सीधा डायरेक्ट क्वेश्चन इत्थों हिट हो जाता है। नेक्स्ट, व्हाट टाइप ऑफ टाइड फीचर्स टू टाइड्स, टू हाई टाइड्स एंड टू लो टाइड्स ऑफ नियरली इक्वल हाइट ईच डे? जदों आपां गल करते हैं टाइड की, द रीजन फॉर टाइड मैं दस चुका कि इट्स बिकॉज ऑफ द ग्रेविटेशनल इन्फ्लुएंस एंड एज वेल एज द सेंट्रीफ्यूगल फोर्स। हुण हुंदा की है कि नॉर्मली तुसीं देखोगे कि एक रीजन के केस तुसीं देखोगे जे 24 घंटे अर्थ ने घूमना है राइट, तो मान लो यह जो पार्ट है इट इज फेसिंग टुवर्ड्स द मून।
ਤਾਂ you will see a high tide over here in this region and also a high tide in this region because of the centrifugal force। ਆਹ ਜਿਹੜੇ ਮੂਹਰੇਲੇ ਵਾਲੇ ਪਾਰਟ, ਆਹ ਵਾਲਾ ਪਾਰਟ ਤੇ ਇਹ ਵਾਲਾ ਪਾਰਟ ਹੈ, ਇੱਥੇ ਮੈਨੂੰ ਦੋ ਰੀਜਨਸ ਦੇ ਵਿੱਚ ਇੱਧਰ ਵਾਲੇ ਪਾਸੇ ਤੇ ਇੱਧਰ ਵਾਲੇ ਪਾਸੇ ਮੈਨੂੰ ਲੋ ਟਾਈਡ ਦੇਖਣ ਨੂੰ ਮਿਲੂਗੀ, ਕਿਉਂਕਿ ਪਾਣੀ ਤਾਂ ਸਾਰਾ ਧਰਤੀ ਦੇ ਅੰਦਰ ਕੰਸੈਂਟਰੇਟਡ ਹੀ ਹੈ। ਇੱਕ ਪਾਸੇ ਜੇ ਦੋ ਪਾਸੇ ਹਾਈ ਟਾਈਡ ਹੋ ਰਿਹਾ, ਇੱਧਰ ਵਾਲੇ ਪਾਸੇ ਹਾਈ ਟਾਈਡ ਹੋ ਰਹੀ ਹੈ ਤੇ ਇੱਧਰ ਵਾਲੇ ਪਾਸੇ ਹਾਈ ਟਾਈਡ ਹੋ ਰਹੀ ਹੈ, ਤਾਂ ਉਹ ਪਾਣੀ ਡਿਸਪਲੇਸ ਹੀ ਹੋਇਆ ਨਾ ਕਿਤੋਂ, ਤਾਂ ਉਹ ਇੱਥੋਂ ਡਿਸਪਲੇਸ ਹੋਇਆ ਤੇ ਇੱਥੇ ਮੈਨੂੰ ਲੋ ਟਾਈਡ ਦੇਖਣ ਨੂੰ ਮਿਲੀ, ਰਾਈਟ। ਤਾਂ ਜਦੋਂ ਇਹ ਰੋਟੇਟ ਕਰੂਗਾ, ਆ ਰੋਟੇਟ ਕਰੂਗਾ ਸਿਸਟਮ, ਤਾਂ ਜਿੱਥੇ ਪਹਿਲਾਂ ਲੋ ਟਾਈਡ ਸੀਗੀ ਹੁਣ ਉੱਥੇ ਹਾਈ ਟਾਈਡ ਆ ਜੂਗੀ, ਜਿੱਥੇ ਪਹਿਲਾਂ ਲੋ ਟਾਈਡ ਸੀਗੀ ਉੱਥੇ ਹੁਣ ਹਾਈ ਟਾਈਡ ਆ ਜੂਗੀ, ਐਂਡ ਸਿਮਿਲਰਲੀ ਜਿੱਥੇ ਹਾਈ ਟਾਈਡ ਸੀਗੀ ਉੱਥੇ ਲੋ ਟਾਈਡ ਆ ਜੂਗੀ। ਤਾਂ ਇਸ ਤਰੀਕੇ ਨਾਲ ਮੈਂ ਦੇਖਦਾ ਤਾਂ ਮੈਨੂੰ ਦੋ ਪਲੇਸਿਸ ਹਮੇਸ਼ਾ ਜਾਂ ਦੋ ਰੀਜਨਸ ਮੈਨੂੰ ਦਿਖਦੇ ਜਿੱਥੇ ਹਾਈ ਟਾਈਡ ਦਿਖ ਰਹੀ ਹੈ, ਦੋ ਮੈਨੂੰ ਦਿਖ ਰਹੇ ਜਿੱਥੇ ਲੋ ਟਾਈਡ ਦਿਖ ਰਹੀ ਹੈ, ਤਾਂ ਅਰਥ ਕੁਝ ਇਸ ਤਰੀਕੇ ਨਾਲ ਰੋਟੇਟ ਕਰ ਹੀ ਰਹੀ ਹੈ। ਤਾਂ ਇਵੈਂਚੁਅਲੀ ਯੂ ਵਿਲ ਸੀ ਕਿ ਤੁਹਾਡੇ ਕੋਲ ਦੋ ਹਾਈ ਟਾਈਡ ਆ ਰਹੀ ਹੈ ਤੇ ਦੋ ਲੋ ਟਾਈਡ ਆ ਰਹੀ ਹੈ, ਠੀਕ ਹੈ ਜੀ। ਨॉर्मल केस है जी बिल्कुल। What type of tide features two high tide and two low tides of nearly equal height each day? ਜੇ equal high tide है जी, equal low tide है, ਉਹਨੂੰ ਆਪਾਂ ਸਿੰਪਲ ਕਹਿੰਦੇ ਆ semi diurnal tide। semi diurnal, diurnal ਦਾ ਮਤਲਬ ਕੀ ਹੁੰਦਾ ਹੈ? ਦਿਨ ਤੇ ਰਾਤ ਦੀ ਗੱਲ ਕਰਦੇ ਆ ਆਪਾਂ। diurnal ਦੇ ਆਪਾਂ ਦਿਨ ਤੇ ਰਾਤ ਦੀ ਗੱਲ ਕਰ ਰਹੇ ਹਾਂ, ਇੱਕ ਵਾਰ ਦੀ ਗੱਲ ਕਰਦੇ ਆ। semi diurnal ਦਾ ਮਤਲਬ ਤੁਸੀਂ ਉਹਦਾ ਵੀ ਅੱਧ ਕਰਤਾ, ਤਾਂ ਦੋ ਬਣ ਗਿਆ, ਦੋ ਹਾਈ ਟਾਈਡ ਤੇ ਦੋ ਲੋ ਟਾਈਡ ਬਣ ਚੁੱਕੇ ਆ, ਤੇ ਉਹਨਾਂ ਦੇ ਕੇਸ ਵਿੱਚ ਵੀ ਡਿਫਰੈਂਸ ਜਿਹੜਾ ਹੈਗਾ ਹਾਈਟ ਦੇ ਵਿੱਚ ਕੋਈ ਦੇਖਣ ਨੂੰ ਨਹੀਂ ਮਿਲ ਰਿਹਾ, ਤਾਂ ਹੈਂਸ ਸੈਮੀ ਡਾਇਰਨਲ ਕਹਿੰਦੇ ਆ। ਜੇ ਕਿਤੇ ਆਪਾਂ ਨੂੰ ਡਿਫਰੈਂਸ ਦੇਖਣ ਨੂੰ ਮਿਲਦਾ, ਜੇ ਕਿਤੇ ਆਪਾਂ ਨੂੰ ਡਿਫਰੈਂਸ ਦੇਖਣ ਨੂੰ ਮਿਲਦਾ ਤਾਂ ਆਪਾਂ ਨੂੰ ਕਹਿੰਦੇ ਦੋਸਤੋ ਮਿਕਸਡ ਟਾਈਡ। ਜੇ ਹਾਈਟ ਦੇ ਵਿੱਚ ਹਾਈ ਟਾਈਡ ਪਹਿਲੀ ਵਾਲੀ ਇੰਨੇ ਹਾਈਟ ਤੇ ਆਈ ਹੈ, ਦੂਜੀ ਵਾਲੀ ਇੰਨੇ ਹਾਈਟ ਤੇ ਆਈ ਹੈ, ਡਿਫਰੈਂਸ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ, ਤਾਂ ਆਪਾਂ ਇਹਨੂੰ ਕਹਾਂਗੇ ਮਿਕਸਡ ਟਾਈਡ ਦੀ ਕੈਟੇਗਰੀ। ਜੇ ਡਿਫਰੈਂਸ ਨਹੀਂ ਦਿਖਿਆ ਤਾਂ ਸੈਮੀ ਡਾਇਰਨਲ ਹੀ ਕਹਿ ਦਾਂਗੇ। ਜੇ ਮੰਨ ਲਓ ਇੱਕ ਜਗ੍ਹਾ ਤੇ ਸਿਰਫ ਇੱਕ ਹੀ ਹਾਈ ਟਾਈਡ ਦੇਖਣ ਨੂੰ ਮਿਲਦੀ ਹੈ ਪੂਰੇ ਦਿਨ ਦੇ ਵਿੱਚ ਤੇ ਇੱਕ ਹੀ ਲੋ ਟਾਈਡ ਦੇਖਣ ਨੂੰ ਮਿਲਦੀ ਹੈ, ਤਾਂ ਉਹਨੂੰ ਆਪਾਂ ਕੀ ਕਹਾਂਗੇ? ਉਹਨੂੰ ਆਪਾਂ ਕਹਾਂਗੇ ਡਾਇਰਨਲ ਟਾਈਡ, ਰਾਈਟ। ਸੋ ਨੀਪ ਟਾਈਡ ਮੈਂ ਤੁਹਾਨੂੰ ਪਹਿਲਾਂ ਹੀ ਕਰਾ ਚੁੱਕਾ ਜੀ, ਠੀਕ ਹੈ। ਸਪ੍ਰਿੰਗ ਟਾਈਡ ਮੈਂ ਤੁਹਾਨੂੰ ਦੱਸ ਚੁੱਕਾ ਪਹਿਲਾਂ ਵੀ। ਸੋ ਬੀ ਇਜ਼ ਦੀ ਰਾਈਟ ਆਂਸਰ, ਸੈਮੀ ਡਾਇਰਨਲ ਟਾਈਡ। ਨੈਕਸਟ ਹੈ ਜੀ ਦ ਜ਼ੋਨ ਵੇਅਰ a warm ocean current meets a cold ocean current is economically famous for what? ਜਿੱਥੇ ਦੋ ਟਾਈਪ ਦੇ ਕੰਟਰਾਸਟਿੰਗ ਕਰੰਟਸ ਮਿਲਦੇ ਹੈ, ਓਸ਼ੀਅਨਿਕ ਕਰੰਟਸ ਮਿਲਦੇ ਹੈ, ਉਹ ਜ਼ੋਨ ਨੂੰ ਕੀ ਕਿਹਾ ਜਾਂਦਾ ਹੈ ਤੇ ਉਹਦੇ ਨਾਲ ਕੀ ਚੀਜ਼ਾਂ ਲਿੰਕਡ ਨੇ? ਦੇ ਆਰ ਵੈਰੀ ਗੁੱਡ ਫਿਸ਼ਿੰਗ ਗਰਾਊਂਡਸ। ਕਿਉਂ? ਦੇਖੋ, ਜਿਹੜਾ ਕੋਲਡ ਕਰੰਟ ਹੁੰਦਾ ਹੈ ਉਹ ਆਪਣੇ ਨਾਲ ਨਿਊਟ੍ਰੀਐਂਟਸ ਕੈਰੀ ਕਰਦਾ ਹੈ। ਓਸ਼ਨ ਦੇ ਸਰਫੇਸ ਤੇ ਤੁਸੀਂ ਦੇਖੋਗੇ ਰਾਈਟ ਅਵੇ, ਮਤਲਬ ਤੁਸੀਂ ਦੇਖੋ ਓਸ਼ਨ ਦੇ ਵਿੱਚ ਵੀ ਜਿਹੜੀ ਫੂਡ ਚੇਨ ਦੀ ਸਾਈਕਲ ਉਹ ਚੱਲਦੀ ਜਾਂਦੀ ਹੈ, ਠੀਕ ਹੈ। ਜਿਹੜੇ ਮਾਈਕਰੋ ਆਰਗੈਨਿਜ਼ਮਸ ਨੇ ਦੇ ਡਾਈ ਆਊਟ ਐਂਡ ਦੈਨ ਦੇ ਸਟਾਰਟ ਟੂ ਸੈਟਲ ਡਾਊਨ। ਹੁਣ ਜਿਹੜਾ ਕੋਲਡਰ ਕਰੰਟ ਹੁੰਦਾ ਹੈ ਉਹ ਡੀਕੰਪੋਜ਼ ਜਿਹੜੇ ਤੁਹਾਡੇ ਮਾਈਕਰੋ ਆਰਗੈਨਿਜ਼ਮਸ ਹੁੰਦੇ ਆ ਉਹਨਾਂ ਨੂੰ ਨਾਲ ਰੱਖਦਾ ਆਪਣੇ। ਤਾਂ ਜਿਹੜਾ ਕੋਲਡਰ ਕਰੰਟ ਹੁੰਦਾ ਇਟ ਇਜ਼ ਐਕਚੁਅਲੀ ਨਿਊਟ੍ਰੀਸ਼ੀਅਸ ਵਨ, ਇਹਦੇ ਕੋਲ ਮਿਨਰਲਸ ਬਹੁਤ ਜ਼ਿਆਦਾ ਹੁੰਦੇ ਆ। ਜਿਹੜਾ ਵਾਰਮ ਕਰੰਟ ਹੁੰਦਾ ਹੈ ਉਹ ਸਰਫੇਸ ਦੇ ਉੱਤੇ ਹੀ ਫਲੋ ਕਰਨਾ ਹੈ ਉਹਨੇ, ਹਨਾ, ਤੇ ਉਹਦੇ ਕੇਸ 'ਚ ਟੈਂਪਰੇਚਰ ਜ਼ਿਆਦਾ ਹੋਊਗਾ ਉਹਦੇ ਕੋਲ, ਪਰ ਉਹਦੇ ਕੋਲ ਮਾਈਕਰੋ ਨਿਊਟ੍ਰੀਐਂਟਸ ਉਹਨੇ ਜ਼ਿਆਦਾ ਨਹੀਂ ਹੁੰਦੇ। ਤਾਂ ਜੇ ਲਾਈਫ ਦੀ ਗੱਲ ਕਰੋ ਤਾਂ ਲਾਈਫ ਦੇ ਕੇਸ 'ਚ ਤੁਹਾਨੂੰ ਟੈਂਪਰੇਚਰ ਵੀ ਠੀਕ ਚਾਹੀਦਾ ਤੇ ਤੁਹਾਨੂੰ ਨਿਊਟ੍ਰੀਐਂਟਸ ਵੀ ਸਹੀ ਚਾਹੀਦੇ ਹਨ। ਦ ਮੂਮੈਂਟ ਥੀਸ ਟੂ ਕਰੰਟਸ ਸਟਾਰਟ ਟੂ ਮੀਟ, ਜੋ ਕਿ ਆਪਾਂ ਦੇਖਦੇ ਹਾਂ ਓਯਾਸ਼ੀਓ ਤੇ ਕਰੋਸ਼ੀਓ। ਯਾਦ ਕਰੋ, ਓਯਾਸ਼ੀਓ ਇੱਕ ਕੋਲਡਰ ਕਰੰਟ ਹੈ, ਕਰੋਸ਼ੀਓ ਇੱਕ ਵਾਰਮ ਕਰੰਟ ਹੈ। ਦ ਮੂਮੈਂਟ ਥੀਸ ਕੋਲਡਰ ਐਂਡ ਵਾਰਮਰ ਕਰੰਟਸ ਮੀਟ, ਤਾਂ ਇਹ ਇੱਕ ਆਈਡੀਅਲ ਫਿਸ਼ਿੰਗ ਗਰਾਊਂਡ ਬਣ ਜਾਂਦਾ ਹੈ। ਕਿਉਂ? ਕਿਉਂਕਿ ਉਹ ਟੈਂਪਰੇਚਰ ਜਿਹੜਾ ਹੈਗਾ ਵਾਰਮਰ ਟੈਂਪਰੇਚਰ ਹੈ, ਉਹਦੇ ਨਾਲ ਨਿਊਟ੍ਰੀਐਂਟਸ ਮਿਲਣਾ ਸ਼ੁਰੂ ਹੋ ਗਏ, ਜਿਹੜੀ ਲਾਈਫ ਉੱਥੇ ਬਣੂਗੀ ਉਹ ਬਹੁਤ ਵਧੀਆ ਤਰੀਕੇ ਨਾਲ ਸਪੋਰਟ ਹੋ ਜਾਊਗੀ। ਪਲੈਂਕਟਨਸ ਦੀ ਗਰੋਥ ਬਹੁਤ ਸੋਹਣੀ ਹੋਣੀ ਹੈ, ਤੇ ਜਿਹੜੀ ਫਿਸ਼ਰੀਜ਼ ਹੈਗੀਆਂ ਦੇ ਵਿਲ ਕੰਜ਼ਿਊਮ ਦੋਸ ਪਲੈਂਕਟਨਸ ਐਂਡ ਫਾਈਟੋਪਲੈਂਕਟਨਸ, ਉਹਦੇ ਕਰਕੇ ਉੱਥੇ ਫਿਸ਼ਿੰਗ ਗਰਾਊਂਡ ਬਣ ਜਾਂਦਾ ਉਹ ਆਈਡੀਅਲ। ਸੋ ਬੀ ਇਜ਼ ਦੀ ਰਾਈਟ ਆਂਸਰ। ਇਸ ਪੀਪੀਟੀ ਦੇ ਨਾਲ ਇੱਕ ਦਿੱਕਤ ਹੋ ਚੁੱਕੀ ਹੈ ਕਿ ਇਹਦੇ ਵਿੱਚ ਸਾਡੇ ਬੈਕਐਂਡ ਤੇ ਦਿੱਕਤ ਹੋਈ ਹੈ ਸਾਡੀ ਟੈਕਨੀਕਲ ਟੀਮ ਤੋਂ ਹੀ, ਕਿ ਜਿਹੜੇ ਵੀ ਸਹੀ ਆਨਸਰ ਹੈ ਆਲਰੇਡੀ ਬਾਕਸ 'ਚ ਆ ਜਾਂਦਾ ਹੈ। ਬਟ ਆਈ ਹੋਪ ਕਿ ਤੁਸੀਂ ਇੰਨਾ ਬੇਅਰ ਕਰ ਲੋਗੇ। ਆਈ ਵਿਲ ਮੇਕ ਸ਼ੋਰ ਕਿ ਅਗਲੀ ਵਾਰ ਤੋਂ ਇਹ ਨਾ ਹੋਵੇ, ਠੀਕ ਹੈ, ਤਾਂ ਕਿ ਤੁਹਾਨੂੰ ਵੀ ਇੱਕ ਫੇਅਰ ਮੌਕਾ ਮਿਲੇ, ਤੁਹਾਨੂੰ ਵੀ ਪਤਾ ਲੱਗੇ ਕਿਹੜਾ ਸਹੀ ਆਨਸਰ ਹੈ ਕਿਹੜਾ ਗਲਤ ਹੈ। ਆਈ ਵਿਲ ਮੇਕ ਸ਼ੋਰ ਕਿ ਅਗਲੀ ਵਾਰ ਇਹ ਨਹੀਂ ਹੋਊਗਾ। ਨੈਕਸਟ ਹੈ ਜੀ, ਹਾਂਜੀ, ਕੋਰਲ ਰੀਫਸ that are separated from the mainland coast by a deep wide lagoon or channels are called what? mainland ਤੋਂ ਕੋਰਲ ਰੀਫਸ they are separated
they are separated from mainland coast by a deep wide lagoon or channel। ਮੇਨਲੈਂਡ ਯਾਦ ਕਰੋ, ਮੈਂ ਜਿਹੜਾ ਇੱਕ ਤੁਹਾਨੂੰ ਪਿਕਚਰ ਦਿਖਾਈ ਸੀਗੀ ਜਿਹਦੇ ਵਿੱਚ ਮੈਂ ਗਾਇਡ ਦੀ ਗੱਲ ਕੀਤੀ ਸੀ, ਮੈਂ ਸੀ ਮਾਊਂਟ ਦੀ ਗੱਲ ਕੀਤੀ ਸੀ, ਮੈਂ ਸਿੰਕਿੰਗ ਆਈਲੈਂਡ ਦੀ ਗੱਲ ਕੀਤੀ ਸੀਗੀ, ਤੇ ਮੈਂ ਸਿੰਕਿੰਗ ਆਈਲੈਂਡ ਦੇ ਨਾਲ ਹੋਰ ਚੀਜ਼ਾਂ ਕਵਰ ਕੀਤੀ ਸੀਗੀਆਂ। ਮੈਂ ਕਿਹਾ ਸੀਗਾ ਕਿ ਸਿੰਕਿੰਗ ਆਈਲੈਂਡ ਦੇ ਨਾਲ ਇੱਕ ਕੁਝ ਇਸ ਤਰੀਕੇ ਦੇ ਉਹਦੇ ਬਾਉਂਡਰੀਜ਼ ਤੇ ਯੂ ਵਿਲ ਸੀ ਕਿ ਉੱਥੇ ਰੀਫਸ ਬਣਨਾ ਸ਼ੁਰੂ ਹੋ ਗਈ, ਕੋਰਲ ਰੀਫਸ ਬਣਨਾ ਸ਼ੁਰੂ ਹੋ ਗਈ, ਤਾਂ ਉਹਨੂੰ ਆਪਾਂ ਕੀ ਕਹਾਂਗੇ, ਉਹਨੂੰ ਆਪਾਂ ਕਹਾਂਗੇ ਬੈਰੀਅਰ ਰੀਫਸ, ਬੈਰੀਅਰ ਰੀਫਸ, ਰਾਈਟ। ਸੋ ਅਟੋਲਸ ਆਪਾਂ ਕਵਰ ਕੀਤਾ ਸੀਗਾ, ਉਹਦੇ ਵਿੱਚ ਤਾਂ ਪ੍ਰੋਪਰ ਇੱਕ ਲਗੂਨ ਬਣ ਚੁੱਕਾ ਸੀਗਾ, ਉਹਦੇ ਵਿੱਚ ਮੈਨੂੰ ਮੇਨਲੈਂਡ ਨਹੀਂ ਦਿਖਦੀ ਸੀਗੀ। ਇਹ ਧਿਆਨ ਦੇਣ ਵਾਲੀ ਗੱਲ ਹੈ ਉਹਦੇ। ਕੁਛ ਇਸ ਤਰੀਕੇ ਦੇਖੋ ਜ਼ਰਾ, ਆ ਦੇਖੋ, ਹਾਂਜੀ ਇਹ ਅਟੋਲ ਸੀਗਾ ਜੀ ਜਿਹਦੇ ਵਿੱਚ ਪ੍ਰੋਪਰ ਲਗੂਨ ਬਣ ਚੁੱਕਾ ਸੀਗਾ ਤੇ ਮੈਨੂੰ ਮੇਨਲੈਂਡ ਕਿਤੇ ਵੀ ਨਹੀਂ ਦਿਖ ਰਹੀ ਹੈਗੀ। ਫਿਰ ਬੈਰੀਅਰ ਰੀਫ ਦੀ ਗੱਲ ਕਰ ਰਹੇ ਹਾਂ, ਸਿੰਕਿੰਗ ਆਈਲੈਂਡ ਹੈਗਾ ਤੇ ਉਹਦੇ ਆਸ-ਪਾਸ ਮੈਨੂੰ ਉਰੇ ਰੀਫ ਦਿਖਣੀ ਸ਼ੁਰੂ ਹੋ ਗਈਆਂ, ਰਾਈਟ। ਸੋ ਆ ਬਣ ਗਿਆ ਮੇਰਾ ਬੈਰੀਅਰ ਰੀਫ। ਤੇ ਫਿਰ ਬਿਲਕੁਲ ਉਹਦੇ ਬਾਉਂਡਰੀ ਤੇ ਹੀ, ਬਿਲਕੁਲ ਉਹਦੀ ਬਾਉਂਡਰੀ ਤੇ ਹੀ, ਬਿਲਕੁਲ ਉਹਦੀ ਬਾਉਂਡਰੀ ਦੇ ਨਾਲ ਹੀ ਜਿਹੜੀ ਰੀਫ ਬਣ ਚੁੱਕੀਆਂ ਉਹਨੂੰ ਆਪਾਂ ਕਹਿੰਦੇ ਫ੍ਰਿੰਜਿੰਗ ਰੀਫ। ਫ੍ਰਿੰਜਿੰਗ ਰੀਫ ਮਤਲਬ ਬਿਲਕੁਲ ਬਾਉਂਡਰੀ ਦੇ ਨਾਲ ਜੁੜੀਆਂ ਹੋਈਆਂ, ਬਿਲਕੁਲ ਸਰਫੇਸ ਦੇ ਨਾਲ ਜੁੜੀਆਂ ਹੋਈਆਂ, these are fringing reefs। next, ਹਾਂਜੀ, the optimal water temperature range required for healthy growth of reef building hard corals is roughly। ਕੋਰਲ ਰੀਫਸ ਤੇ ਆਪਾਂ ਗੱਲ ਕਰਦੇ ਹਾਂ, ਦੇਖੋ ਦੋਸਤੋ ਦੋ ਟਾਈਪ ਦੇ ਕੋਰਲ ਰੀਫਸ ਹੁੰਦੇ, ਇੱਕ ਹੁੰਦੇ ਰੀਫ ਬਿਲਡਿੰਗ ਤੇ ਦੂਜੇ ਹੁੰਦੇ ਆ ਨਾਨ ਰੀਫ ਬਿਲਡਿੰਗ। ਰੀਫ ਬਿਲਡਿੰਗ ਕੋਰਲਸ ਜਿਹੜੇ ਹੁੰਦੇ ਆ ਜਨਰਲੀ ਤੁਸੀਂ ਦੇਖੋਗੇ ਉਹ ਸ਼ੈਲੋ ਕੋਰਲਸ ਹੁੰਦੇ ਆ, ਜਿਹੜੇ ਸ਼ੈਲੋ ਵਾਟਰ ਦੇ ਵਿੱਚ ਲਾਈਫ ਨੂੰ ਸਸਟੇਨ ਕਰਦੇ ਆ ਆਪਣੀ ਨੂੰ। ਡੀਪਰ ਵਾਟਰਸ ਦੇ ਵਿੱਚ ਜਿਹੜੇ ਕੋਰਲਸ ਐਕਟ ਕਰਦੇ ਆ ਉਹ ਨਾਰਮਲੀ ਆਪਣਾ ਐਨੀਮਲਿਸਟਿਕ ਬਿਹੇਵੀਅਰ ਹੀ ਦਿਖਾਉਂਦੇ ਆ। ਤੁਸੀਂ ਕੋਰਲ ਰੀਫਸ ਬਾਰੇ ਬਹੁਤ ਬਾਰੇ ਜਾਣਿਆ ਹੋਊਗਾ, ਪਰ ਤੁਸੀਂ ਇਹ ਫੈਕਟ ਸੁਣ ਕੇ ਹੈਰਾਨ ਹੋ ਸਕਦੇ ਹੋ ਕਿ ਕੋਰਲਸ ਜਿਹੜੇ ਹੈਗੇ ਆ ਦੇ ਆਰ ਲਿਵਿੰਗ ਆਰਗੈਨਿਜ਼ਮਸ। ਕੋਰਲਸ ਜਿਹੜੇ ਹੈਗੇ ਦੇ ਆਰ ਲਿਵਿੰਗ ਆਰਗੈਨਿਜ਼ਮਸ ਤੇ ਉਹਨੂੰ ਆਪਾਂ ਐਨੀਮਲਸ ਦੀ ਕੈਟਾਗਰੀ 'ਚ ਰੱਖਦੇ ਆ, ਉਹਨੂੰ ਆਪਾਂ ਐਨੀਮਲਸ ਦੀ ਕੈਟਾਗਰੀ 'ਚ ਰੱਖਦੇ ਆ। ਤੇ ਅੰਡਰ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਜੋ ਆਪਣਾ ਹੈਗਾ 2022 ਦੀ ਅਮੈਂਡਮੈਂਟ ਕਰ ਲਓ ਜਾਂ 1972 ਦਾ ਐਕਟ ਜਿਹੜਾ ਹੈਗਾ ਉਹਦੇ ਤਹਿਤ ਕੋਰਲਸ ਨੂੰ ਸ਼ਡਿਊਲ 1 ਦੇ ਵਿੱਚ ਪ੍ਰੋਟੈਕਸ਼ਨ ਦਾ ਦਰਜਾ ਦਿੱਤਾ ਹੋਇਆ, ਐਨੀਮਲਸ ਦਾ ਦਰਜਾ ਦਿੱਤਾ ਹੋਇਆ। ਤਾਂ ਕੋਰਲਸ ਦੇ ਆਰ ਐਨੀਮਲ। ਦੋ ਤਰੀਕੇ ਦੇ ਉਹਨਾਂ ਕੋਲ ਨਿਊਟ੍ਰੀਸ਼ਨਲ ਅਪਟੇਕ ਦੇ ਮੋਡ ਬਣਦੇ ਆ। ਪਹਿਲਾ ਹੈਗਾ ਕਿ ਉਹ ਆਪਣਾ ਐਨੀਮਲਿਸਟਿਕ ਬਿਹੇਵੀਅਰ ਹੀ ਯੂਜ਼ ਕਰਨ। ਜਿਹੜੇ ਡੀਪ ਵਾਟਰ ਕੋਰਲਸ ਹੁੰਦੇ ਆ ਉਹ ਆਪਣੇ ਟੈਂਟੇਕਲਸ ਦੇ ਥਰੂ, ਟੈਂਟੇਕਲਸ ਮਤਲਬ ਬੇਸਿਕਲੀ ਕੋਰਲ ਦਾ ਸਟਰਕਚਰ ਕੁਝ ਇਸ ਤਰੀਕੇ ਦਾ ਹੁੰਦਾ, ਕੁਝ ਇਸ ਤਰੀਕੇ ਦੇ ਕੋਰਲਸ ਹੁੰਦੇ ਆ ਤੇ ਇਹ ਹੈਗੇ ਉਹਨਾਂ ਦੇ ਟੈਂਟੇਕਲਸ। ਇੱਥੋਂ ਉਹ ਕੋਈ ਵੀ ਮਾਈਕਰੋ ਆਰਗੈਨਿਜ਼ਮ ਨੂੰ ਕੈਪਚਰ ਕਰ ਲੈਂਦੇ ਆ ਐਂਡ ਦੇ ਕੰਜ਼ਿਊਮ ਦੈਟ ਮਾਈਕਰੋ ਆਰਗੈਨਿਜ਼ਮ। ਦਿਸ ਇਜ਼ one way of nutrient uptake। second way of nutrient uptake is ਕਿ ਜੋ ਕਿ ਆਪਾਂ ਨੂੰ ਸ਼ੈਲੋ ਵਾਟਰ ਬੋਡੀ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਉਹ ਇੱਕ ਸਿੰਬਾਇਓਟਿਕ ਰਿਲੇਸ਼ਨਸ਼ਿਪ ਬਣਾ ਦਿੰਦੇ ਆ ਵਿਦ ਦੀ ਐਲਗੀ, ਜ਼ੂਜ਼ੈਂਥਲੀ ਐਲਗੀ। ਜ਼ੂਜ਼ੈਂਥਲੀ ਐਲਗੀ ਦੇ ਨਾਲ ਉਹ ਸਿੰਬਾਇਓਟਿਕ ਰਿਲੇਸ਼ਨਸ਼ਿਪ ਚ ਆ ਜਾਂਦੇ ਆ। ਉਹਦਾ ਮਤਲਬ ਕੀ ਹੈ ਕਿ ਉਹ ਕੀ ਕਰ ਰਹੇ ਹਨ, ਸਬਸਟ੍ਰੇਟ ਇੱਕ ਜਗ੍ਹਾ ਦੇ ਰਹੇ ਹੈ ਐਲਗੀ ਨੂੰ ਰਹਿਣ ਵਾਸਤੇ, ਤੇ ਐਲਗੀ ਉਹ ਕੀ ਕਰ ਰਹੀ ਹੈ, ਐਲਗੀ ਆਪਣਾ ਥਰੂ ਫੋਟੋਸਿੰਥੇਸਿਸ ਉਹਨਾਂ ਨੂੰ ਫੂਡ ਬਣਾ ਕੇ ਦੇ ਰਹੀ ਹੈ, ਉਹਨਾਂ ਨੂੰ ਨਿਊਟ੍ਰੀਐਂਟਸ ਪ੍ਰੋਵਾਈਡ ਕਰ ਰਹੀ ਹੈ। ਤਾਂ ਸਿੰਬਾਇਓਟਿਕ ਰਿਲੇਸ਼ਨਸ਼ਿਪ ਦੋਨਾਂ ਦਾ ਫਾਇਦਾ ਹੋ ਰਿਹਾ। ਤੇ ਮਾਰਕ ਮਾਈ ਵਰਡਸ, ਜਿਹੜੇ ਰੀਫਸ ਹੁੰਦੇ ਆ, ਕੋਰਲ ਰੀਫਸ ਦੇ ਜਿਹੜੇ ਰੀਜਨਸ ਹੁੰਦੇ ਆ, ਦੇ ਹੈਪਨ ਟੂ ਬੀ ਵਨ ਆਫ ਦ ਮੋਸਟ ਡਾਈਵਰਸ ਬਾਇਓਡਾਈਵਰਸ ਰੀਜਨਸ। ਇੰਨੀ ਹਾਈ ਪ੍ਰੋਡਕਟਿਵਿਟੀ ਹੁੰਦੀ ਹੈ ਉੱਥੇ, ਉਹਨਾਂ ਨੂੰ ਟ੍ਰੋਪੀਕਲ ਫੋਰੈਸਟ ਦੇ ਨਾਲ ਵੀ ਕੰਪੇਅਰ ਕੀਤਾ ਜਾਂਦਾ ਓਸ਼ਨਸ ਦੇ ਕੇਸ 'ਚ, ਇੰਨੀ ਜ਼ਿਆਦਾ ਪ੍ਰੋਡਕਟਿਵਿਟੀ ਤੇ ਹੋ ਜਾਂਦੀ। ਪਰ ਇੱਕ ਸੂਟੇਬਲ ਟੈਂਪਰੇਚਰ ਚਾਹੀਦਾ ਹੁੰਦਾ ਹੈ ਕੋਰਲ ਨੂੰ ਗਰੋ ਕਰਨ ਵਾਸਤੇ। ਸ਼ੈਲੋ ਵਾਟਰ ਜਿਹੜੇ ਕੋਰਲਸ ਹੁੰਦੇ ਆ ਉਹਨਾਂ ਵਾਸਤੇ ਦੀ ਆਨਸਰ ਇਜ਼ 20 ਤੋਂ 25 ਡਿਗਰੀ। ਜੇ ਇਸ ਤੋਂ ਜ਼ਿਆਦਾ ਟੈਂਪਰੇਚਰ ਹੁੰਦਾ ਜਿਵੇਂ ਕਿ ਐਲ ਨੀਨੋ ਦਾ ਕੇਸ ਬਣ ਜਾਂਦਾ, ਟੈਂਪਰੇਚਰ ਵੱਧ ਜਾਂਦਾ ਤਾਂ ਉੱਥੇ ਕੋਰਲਸ ਵੀ ਆਪਾਂ ਨੂੰ ਡਾਈ ਆਊਟ ਹੁੰਦੇ ਦਿਖਦੇ ਆ। ਮਾਸ ਬਲੀਚਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਜੋ ਕਿ ਪਿਛਲੇ ਸਾਲ ਹੋ ਕੇ ਹਟੀ ਸੀਗੀ ਬਿਕੋਜ਼ ਆਫ, ਉਸ ਤੋਂ ਪਿਛਲੇ ਸਾਲ ਵੀ ਹੋਈ ਸੀਗੀ ਬਿਕੋਜ਼ ਆਫ ਐਲ ਨੀਨੋ ਈਅਰਸ। ਉਸ ਤੋਂ ਬਾਅਦ ਐਲ ਨੀਨੋ ਹਟਿਆ ਤੇ ਹੁਣ ਤੁਸੀਂ ਦੇਖੋਗੇ ਕੋਰਲਸ ਜਿਹੜੇ ਹੈਗੇ ਆ ਅਕ੍ਰੋਸ ਦ ਪੈਸੀਫਿਕ ਪਾਰਟ ਉਹ ਰਿਕਵਰ ਹੋਣਾ ਸ਼ੁਰੂ ਹੋ ਰਹੇ ਆ। ਤਾਂ 20 ਤੋਂ 25 ਡਿਗਰੀ ਇਜ਼ ਦੀ ਰਾਈਟ ਆਂਸਰ ਫॉर द टेम्परेचर। नेक्स्ट है जी, which gas is third most abundant by volume in dry atmospheric air। अर्थ ਦੇ ਐਟਮੋਸਫੇਅਰ ਦੀ ਗੱਲ ਹੋ ਰਹੀ ਹੈ ਤੇ ਇਹਦੇ ਵਿੱਚ ਕਿਹਾ ਜਾ ਰਿਹਾ ਕਿ ਕਿਹੜੀ ਗੈਸ ਹੈਗੀ ਹੈ which is the
ਥਰਡ ਮੋਸਟ ਅਬੰਡੈਂਟ। ਪਹਿਲਾ ਨਹੀਂ ਪੁੱਛਿਆ, ਦੂਜਾ ਨਹੀਂ ਪੁੱਛਿਆ, ਕਿਉਂਕਿ ਐਗਜ਼ਾਮੀਨਰ ਨੂੰ ਪਤਾ ਹੁੰਦਾ ਹੈ ਕਿ ਇਹ ਇੰਪੋਰਟੈਂਟ ਤਾਂ ਹੈ ਪਰ ਬੜਾ ਕਾਮਨ ਵੀ ਹੋ ਚੁੱਕਾ ਹੈ। ਸਟੂਡੈਂਟਸ ਨੂੰ ਕਿ ਹਾਂ ਸਭ ਤੋਂ ਜ਼ਿਆਦਾ ਕਿਹੜੀ ਹੈ, ਨਾਈਟ੍ਰੋਜਨ ਹੈ, ਫਿਰ ਉਸ ਤੋਂ ਬਾਅਦ ਆਕਸੀਜਨ ਹੈ, ਫਿਰ ਉਹਨੇ ਪੁੱਛਿਆ ਤੀਜੀ ਕਿਹੜੀ ਹੈ। ਪੂਰੇ ਸਟੂਡੈਂਟਸ ਕਨਫਿਊਜ਼ ਹੋ ਜਾਂਦੇ ਕਿ CO2 ਤਾਂ ਨਹੀਂ ਹੈਗੀ ਜਾਂ ਆਰਗਨ ਦਾ ਵੀ ਨਾਮ ਸੁਣਿਆ ਉਹ ਤਾਂ ਨਹੀਂ ਹੈਗੀ। ਇਹ ਤੁਹਾਨੂੰ ਕਲੀਅਰਲੀ ਪਤਾ ਹੋਣਾ ਚਾਹੀਦਾ ਹੈ ਕਿ ਥਰਡ ਮੋਸਟ ਅਬੰਡੈਂਟ ਕਿਹੜੀ ਹੈ ਜੀ, ਦੈਟ ਇਜ਼ ਆਰਗਨ। कुछ इस ऑर्डर ਨੂੰ ਧਿਆਨ ਚ ਰੱਖੋ, ਨਾਈਟ੍ਰੋਜਨ 78%, ਆਕਸੀਜਨ 21%, then comes the argon again 0.93% ਜਾਂ ਫਿਰ 1%, ਉਸ ਤੋਂ ਬਾਅਦ ਆਉਂਦਾ ਹੈ CO2। ਇਹ ਯਾਦ ਰੱਖੋ, ਇਹ ਯਾਦ ਰੱਖੋ, ਇਹ ਚਾਰ ਗੈਸਿਸ ਹੀ ਤੁਸੀਂ ਯਾਦ ਰੱਖਣੀ ਹੈ ਤੇ ਇਹਨਾਂ ਦਾ ਆਰਡਰ ਯਾਦ ਰੱਖਣਾ। ਨਾਈਟ੍ਰੋਜਨ ਆਕਸੀਜਨ ਆਲਰੇਡੀ ਯਾਦ ਹੈ ਤੁਹਾਨੂੰ, ਆਰਗਨ ਤੇ CO2 ਦੇ ਵਿੱਚ ਕਨਫਿਊਜ਼ ਦੋਸਤੋ ਨਹੀਂ ਹੋਣਾ ਹੈ, ਰਾਈਟ। ਐਟਮੋਸਫੇਅਰ ਦੀ ਗੱਲ ਕਰੀਏ ਤਾਂ ਐਟਮੋਸਫੇਅਰ ਦੀ ਕੰਪੋਜੀਸ਼ਨ ਦੀ ਆਪਾਂ ਨੇ ਗੱਲ ਕਰਦੇ ਹਾਂ। Next question is about the structure of atmosphere। ਇਸ ਤੋਂ ਵੀ ਡਾਇਰੈਕਟ ਕੁਐਸਚਨ ਪੁੱਛਿਆ ਜਾ ਸਕਦਾ ਹੈ। ਸਟਰਕਚਰ ਦੀ ਗੱਲ ਹੋ ਰਹੀ ਹੈ ਕਿ ਜਿਹੜੀ ਆਪਣੀ ਲੇਅਰਸ ਹੈ, ਟ੍ਰੋਪੋਸਫੀਅਰ, ਸਟ੍ਰੈਟੋਸਫੀਅਰ, ਮੇਸੋਸਫੀਅਰ, ਆਇਨੋਸਫੀਅਰ, ਐਗਜ਼ੋਸਫੀਅਰ, ਉਹਨਾਂ ਦੇ ਨਾਲ ਉਹਨਾਂ ਦੀ ਪ੍ਰੋਪਰਟੀਜ਼ ਦੇ ਨਾਲ ਲਿੰਕ ਕਰਕੇ ਡਾਇਰੈਕਟ ਕੁਐਸਚਨ ਪੁੱਛਿਆ ਜਾਂਦਾ ਹੈ। So let's start with the question, in which layer of the atmosphere is almost all water vapor concentrated and where virtually all weather phenomena take place। ਹੁਣ all ਦੀ ਗੱਲ ਹੋ ਰਹੀ ਹੈ ਉਰੇ, all ਸਾਰਾ ਪਾਣੀ ਇੱਕ ਲੇਅਰ ਦੇ ਵਿੱਚ ਕੰਸਨਟ੍ਰੇਟਡ, ਆਲਮੋਸਟ ਆਲ ਵਾਟਰ। ਦੈਨ ਜਿੰਨਾ ਵੀ ਵੈਦਰ ਰਿਲੇਟਡ ਫਿਨੋਮੀਨਾ ਹੋ ਰਿਹਾ, ਬੀਟ ਕੰਡੈਂਸੇਸ਼ਨ, ਬੀਟ ਰੇਨਿੰਗ, ਬੀਟ ਜੈਟ ਸਟ੍ਰੀਮ, ਬੀਟ ਪਲੈਨੇਟਰੀ ਵਿੰਡਸ, ਜਿੰਨਾ ਵੀ ਵੈਦਰ ਰਿਲੇਟਡ ਫਿਨੋਮੀਨਾ ਹੋ ਰਿਹਾ ਉਹ ਕਹਿੰਦੇ ਇਸੇ ਲੇਅਰ ਦੇ ਵਿੱਚ ਹੋ ਰਿਹਾ, ਇਸ ਤੋਂ ਬਾਹਰ ਨਹੀਂ ਹੋ ਰਿਹਾ ਹੈਗਾ। ਤਾਂ ਉਹ ਲੇਅਰ ਕਿਹੜੀ ਹੋ ਸਕਦੀ ਹੈ, ਜਿਹੜੀ ਸਭ ਤੋਂ ਥੱਲੇ ਹੋਵੇ। ਉਹ ਸਭ ਤੋਂ ਥੱਲੇ ਜਿਹੜੀ ਲੇਅਰ ਹੈ ਉਹਦਾ ਨਾਮ ਕੀ ਹੈ ਜੀ, ਉਹਦਾ ਨਾਮ ਹੈ ਟ੍ਰੋਪੋਸਫੀਅਰ। ਟ੍ਰੋਪੋਸਫੀਅਰ ਇਜ਼ ਦੀ ਰਾਈਟ ਆਂਸਰ। ਇਹਦੇ ਨਾਲ ਨਾਲ ਬਾਕੀ ਜਿਹੜੇ ਆਪਣੇ ਲੇਅਰਸ ਹੈਗੀਆਂ ਉਹਨਾਂ ਬਾਰੇ ਵੀ ਆਪਾਂ ਇੱਕ ਵਾਰ ਜਾਣਕਾਰੀ ਇਕੱਠੀ ਕਰ ਲੈਂਦੇ ਹਾਂ, ਕੀ ਪਤਾ ਉਸ ਤੋਂ ਐਗਜ਼ਾਮੀਨਰ ਕੁਝ ਹੋਰ ਕੁਐਸਚਨ ਪੁੱਛ ਸਕੇ। ਚਲੋ, ਇਹ ਹੈਗਾ ਜੀ ਸਟਰਕਚਰ ਆਫ ਐਟਮੋਸਫੀਅਰ। ਕੁਝ ਇਸ ਤਰੀਕੇ ਦਾ ਡਾਇਗਰਾਮ ਤੁਸੀਂ ਕਵਰ ਕੀਤਾ ਹੋਊਗਾ। ਦੇਖੋ ਜ਼ਰਾ, ਹੁਣ ਇਹਦੀ ਆਪਾਂ ਗੱਲ ਕਰੀਏ, ਆ ਜਿਹੜੀ ਰੈਡ ਲਾਈਨ ਹੈਗੀ ਹੈ ਇਹ ਕੀ ਦਿਖਾ ਰਹੀ ਹੈ ਦੋਸਤੋ, ਇਹ ਜਿਹੜੀ ਰੈਡ ਲਾਈਨ ਹੈਗੀ ਹੈ ਇਹ ਟੈਂਪਰੇਚਰ ਦਿਖਾ ਰਹੀ ਹੈ। ਟੈਂਪਰੇਚਰ ਕਿਦਾਂ ਵੇਰੀ ਕਰ ਰਿਹਾ ਵਿਦ ਹਾਈਟ। ਟ੍ਰੋਪੋਸਫੀਅਰ ਹੈਪਨਸ ਟੂ ਬੀ ਦ ਲੋਐਸਟ ਲੇਅਰ, ਉਸ ਤੋਂ ਬਾਅਦ ਤੁਸੀਂ ਦੇਖੋ ਸਟ੍ਰੈਟੋਸਫੀਅਰ, ਫਿਰ ਮੇਸੋਸਫੀਅਰ, ਫਿਰ ਥਰਮੋਸਫੀਅਰ, ਆਇਨੋਸਫੀਅਰ, ਐਗਜ਼ੋਸਫੀਅਰ ਦੀ ਗੱਲ ਕਰੋ। ਇੱਥੇ ਦੀ ਗੱਲ ਕਰੀ ਟ੍ਰੋਪੋਸਫੀਅਰ ਦੇ ਵਿੱਚ ਤਾਂ ਇਹਦੀ ਜਿਹੜੀ ਹਾਈਟ ਹੈ ਇਹ ਵੇਰੀ ਕਰਦੀ ਹੈ। 18 ਕਿਲੋਮੀਟਰ ਦੇ ਆਸ-ਪਾਸ ਤੁਹਾਨੂੰ ਇਹ ਇਕੁਏਟਰ ਤੇ ਦੇਖਣ ਨੂੰ ਮਿਲੂਗੀ ਤੇ 8 ਕਿਲੋਮੀਟਰ ਦੇ ਆਸ-ਪਾਸ ਤੁਹਾਨੂੰ ਪੋਲਸ ਦੇਖਣ ਨੂੰ ਮਿਲੂਗੀ। ਔਨ ਐਨ ਐਵਰੇਜ 12 ਤੋਂ 13 ਕਿਲੋਮੀਟਰ ਇਹਦੀ ਹਾਈਟ ਬਣਦੀ ਹੈ ਟ੍ਰੋਪੋਸਫੀਅਰ। ਤੇ ਟ੍ਰੋਪੋਸਫੀਅਰ ਦੇ ਵਿੱਚ ਜਿੰਨਾ ਤੁਸੀਂ ਜ਼ਮੀਨ ਤੋਂ ਉੱਤੇ ਜਾਂਦੇ ਜਾਓਗੇ ਟੈਂਪਰੇਚਰ ਘਟਦਾ ਜਾਊਗਾ ਬਾਈ ਨਾਰਮਲ ਲੈਪਸ ਰੇਟ। ਟੈਂਪਰੇਚਰ ਨੇ ਘਟਦਾ ਜਾਣਾ ਜੀ, ਰਾਈਟ। ਤਾਂ ਆਹੀ ਟੈਂਪਰੇਚਰ ਦਾ ਜਿਹੜਾ ਡ੍ਰੌਪ ਹੈਗਾ, ਆ ਦੇਖੋ ਗਰਾਊਂਡ ਤੇ ਅਪਰੋਕਸੀਮੇਟਲੀ 20 ਡਿਗਰੀ ਟੈਂਪਰੇਚਰ ਹੈ ਤੇ ਇਹ ਟੈਂਪਰੇਚਰ ਘਟਦਾ ਜਾ ਰਿਹਾ, ਘਟਦਾ ਜਾ ਰਿਹਾ, ਘਟਦਾ ਜਾ ਰਿਹਾ। ਇਵੈਂਚੁਅਲੀ 10 ਕਿਲੋਮੀਟਰ ਤੇ ਜਾ ਕੇ ਇਹ ਲਗਭਗ ਤੁਸੀਂ ਦੇਖੋਗੇ -60 ਦੇ ਆਸ-ਪਾਸ ਪਹੁੰਚ ਚੁੱਕਿਆ, ਡਿਗਰੀਜ਼ ਦੇ ਆਸ-ਪਾਸ। ਐਂਡ ਦੈਨ ਕਮਸ ਅ ਪੁਆਇੰਟ ਜਿੱਥੇ ਟੈਂਪਰੇਚਰ ਹੁਣ ਹਾਈਟ ਨਾਲ ਚੇਂਜ ਨਹੀਂ ਹੋ ਰਿਹਾ, ਕਨਸਟੈਂਟ ਜਾਪ ਰਿਹਾ ਤੇ ਇਸ ਪੁਆਇੰਟ ਨੂੰ ਆਪਾਂ, ਇਸ ਰੇਂਜ ਨੂੰ ਆਪਾਂ ਕੀ ਕਹਾਂਗੇ, ਇਹਨੂੰ ਆਪਾਂ ਕਹਾਂਗੇ ਦੋਸਤੋ ਟ੍ਰੋਪੋਪੌਜ਼। ਟ੍ਰੋਪੋਪੌਜ਼ ਦੇ ਵਿੱਚ ਜਿੱਥੇ ਵਰਡ ਪੌਜ਼ ਆ ਗਿਆ ਉੱਥੇ ਰੁਕ ਜੂਗਾ ਟੈਂਪਰੇਚਰ, ਉੱਥੇ ਉਹ ਵਿਦ ਹਾਈਟ ਚੇਂਜ ਨਹੀਂ ਹੋਣ ਵਾਲਾ। ਟ੍ਰੋਪੋਪੌਜ਼ ਇਜ਼ ਦੀ ਰਾਈਟ ਆਂਸਰ। ਉਸ ਤੋਂ ਮਗਰੋਂ ਕੀ ਹੋਗਾ, ਉਸ ਤੋਂ ਮਗਰੋਂ ਸੈਕੰਡ ਲੇਅਰ ਆਉਂਦੀ ਹੈ ਜਿਹੜੀ 20 ਕਿਲੋਮੀਟਰ ਤੋਂ ਉੱਤੇ ਜਾਂਦੀ ਹੈ, ਉਹਨੂੰ ਆਪਾਂ ਕਹਿੰਦੇ ਹਾਂ ਸਟ੍ਰੈਟੋਸਫੀਅਰ। ਸਟ੍ਰੈਟੋਸਫੀਅਰ ਦੀ ਖਾਸੀਅਤ ਕੀ ਹੈ ਕਿ ਉਹਦੇ ਵਿਦ ਹਾਈਟ, ਜਦੋਂ ਹਾਈਟ ਵਧਾਣੀ ਸ਼ੁਰੂ ਕੀਤੀ ਤਾਂ ਟੈਂਪਰੇਚਰ ਵੀ ਵਧਣਾ ਸ਼ੁਰੂ ਹੋ ਗਿਆ। ਕਿਉਂ? ਕਿਉਂਕਿ ਉਹਦੇ ਓਜ਼ੋਨ ਪਾਰਟੀਕਲਸ ਮੌਜੂਦ ਨੇ। ਓਜ਼ੋਨ ਕੀ ਕਰਦੀ ਹੈ? ਓਜ਼ੋਨ ਕਰਦੀ ਹੈ ਦੋਸਤੋ ਇਨਕਮਿੰਗ ਸੋਲਰ ਰੇਡੀਏਸ਼ਨ। ਜਿਹੜੀ ਸੋਲਰ ਰੇਡੀਏਸ਼ਨ ਤੁਹਾਡੇ ਕੋਲ ਸਨ ਤੋਂ ਆ ਰਹੀ ਹੈ ਉਹਦੇ UV ਰੇਜ਼ ਨੂੰ, ਅਲਟਰਾ ਵਾਇਲਟ ਰੇਜ਼ ਨੂੰ ਉਹ ਅਬਜ਼ੌਰਬ ਕਰਦੀ ਹੈ। ਜਦੋਂ ਕੋਈ ਚੀਜ਼ ਅਬਜ਼ੌਰਬ ਕਰਦੀ ਹੈ ਕਿਸੇ ਦੂਜੀ ਚੀਜ਼ ਨੂੰ ਤਾਂ ਆਪਦਾ ਟੈਂਪਰੇਚਰ ਵਧਾਉਂਦੀ ਹੈ। ਟੈਂਪਰੇਚਰ ਇਸ ਕਰਕੇ ਉਰੇ ਆਪਾਂ ਨੂੰ ਵੱਧਦਾ ਨਜ਼ਰ ਆਉਂਦਾ ਹੈ ਸਟ੍ਰੈਟੋਸਫੀਅਰ ਦੇ ਕੇਸ। ਇਵੈਂਚੁਅਲੀ 50 ਕਿਲੋਮੀਟਰ ਤੋਂ ਕੋਲ ਜਾ ਕੇ ਫਿਰ ਇੱਕ ਪੁਆਇੰਟ ਆਉਂਦਾ ਜਿੱਥੇ ਆਪਾਂ ਦੇਖਦੇ ਹਾਂ ਕਿ ਟੈਂਪਰੇਚਰ ਵਿਦ ਹਾਈਟ ਚੇਂਜ ਹੁਣ ਨਹੀਂ ਹੋ ਰਿਹਾ ਹੈਗਾ, ਤਾਂ ਇਹ ਰੇਂਜ ਨੂੰ ਆਪਾਂ ਕਹਿਤਾ ਸਟ੍ਰੈਟੋਪੌਜ਼। ਫਿਰ ਅਗੇਨ ਥਰਡ ਲੇਅਰ 50 to 80 ਕਿਲੋਮੀਟਰ ਦੀ ਗੱਲ ਕਰ ਰਹੇ ਹਾਂ। ਹੁਣ ਟੈਂਪਰੇਚਰ ਅਗੇਨ ਇਟ ਸਟਾਰਟਸ ਟੂ ਡਿਕਰੀਜ਼ ਐਂਡ ਉਰੇ ਆਪਾਂ ਦੇਖਦੇ ਹਾਂ ਕਿ ਮਿਨੀਮਮ ਟੈਂਪਰੇਚਰ ਆਪਾਂ ਦੇਖਣ ਨੂੰ ਮਿਲਦਾ ਹੈ। ਅਰਥ ਦੇ ਐਟਮੋਸਫੇਅਰ ਦੀ ਗੱਲ ਕਰਾਂ ਤਾਂ ਲਗਭਗ 100 -100 ਦੇ ਆਸ-ਪਾਸ ਆਪਾਂ ਨੂੰ ਟੈਂਪਰੇਚਰ ਉਰੇ ਦੇਖਣ ਨੂੰ ਮਿਲਦਾ। ਮੇਸੋਸਫੀਅਰ ਦੇ ਕੇਸ ਅਗੇਨ ਕਮਸ ਅ ਪੁਆਇੰਟ ਜਿੱਥੇ ਆਪਾਂ
ਟੈਂਪਰੇਚਰ ਦਾ ਵੇਰੀਏਸ਼ਨ ਦੇਖਦੇ ਹਾਂ, ਉਹ ਕਨਸਟੈਂਟ ਹੋ ਜਾਂਦਾ ਹੈ। ਇਸ ਪੁਆਇੰਟ ਨੂੰ ਮੀਜ਼ੋਪੌਜ਼ ਕਹਤਾ। ਫਿਰ ਆਪਾਂ ਦੇਖਦੇ ਹਾਂ ਥਰਮੋਸਫੇਅਰ ਵੱਲ ਆਪਾਂ ਵਧਣਾ ਸ਼ੁਰੂ ਹੋ ਜਾਂਦੇ ਹਾਂ ਤੇ ਇਵੈਂਚੁਅਲੀ ਵੀ ਅਪਰੋਚ ਦਾ ਆਊਟਰ ਸਪੇਸ। ਸੋ ਥਰਮੋਸਫੇਅਰ ਦੇ ਵਿੱਚ ਅਗੇਨ ਟੈਂਪਰੇਚਰ ਤੁਸੀਂ ਦੇਖੋਗੇ ਉਰੇ ਵੱਧਦਾ ਜਾਊਗਾ, ਵੱਧਦਾ ਜਾਊਗਾ, ਵੱਧਦਾ ਜਾਊਗਾ। ਤਾਂ ਉਰੇ ਇਹ ਜਿਹੜਾ ਕੇਸ ਹੈਗਾ, ਜਿਹੜਾ ਪਹਿਲਾ ਕੇਸ ਹੈ, ਕੁਝ ਆਹ ਕੇਸ ਜਿਹੜਾ ਤੁਸੀਂ ਦੇਖੋਗੇ, ਇਹਦੇ ਵਿੱਚ ਆਪਾਂ ਕਹਿੰਦੇ ਟੈਂਪਰੇਚਰ ਇਨਵਰਜਨ ਦੇਖਣ ਨੂੰ ਮਿਲ ਰਹੀ ਹੈ। ਯੂਜੂਅਲੀ ਤੁਸੀਂ ਦੇਖੋਗੇ ਵਿਦ ਹਾਈਟ ਟੈਂਪਰੇਚਰ ਘਟਦਾ ਹੈ, ਪਰ ਉਰੇ ਸਟ੍ਰੈਟੋਸਫੇਅਰ ਦੇ ਕੇਸ ਟੈਂਪਰੇਚਰ ਆਪਣਾ ਵੱਧਦਾ ਹੈ, ਰਾਈਟ। ਤਾਂ ਜਿਹੜਾ ਮੀਜ਼ੋਸਫੇਅਰ ਆਉਂਦਾ, ਇਸ ਤੋਂ ਬਾਅਦ ਮੀਜ਼ੋਸਫੇਅਰ ਜਿਹੜਾ ਆਉਂਦਾ, ਇਹਦੇ ਵਿੱਚ ਤੁਸੀਂ ਦੇਖੋਗੇ ਜਿਹੜੇ ਮਿਟਿਓਰਸ ਵਗੈਰਾ ਆ ਰਹੇ, ਕੋਈ ਐਸਟਰੋਇਡ ਜਿਹੜਾ ਸੀਗਾ, ਜੋ ਐਸਟਰੋਇਡ ਬੈਲਟ ਹੈ ਆਪਣੇ ਕੋਲ ਮਾਰਸ ਜੁਪੀਟਰ ਦੇ ਵਿਚਾਲੇ, ਉੱਥੋਂ ਕੋਈ ਪੱਥਰ ਡੇਵੀਏਟ ਹੋ ਕੇ ਜੇ ਅਰਥ ਦੇ ਵੱਲ ਆਉਣਾ ਸ਼ੁਰੂ ਹੋ ਗਿਆ ਤਾਂ ਉਹ ਬਰਨ ਅਪ ਹੁੰਦਾ ਹੈ। ਉਹ ਕਿਹੜੀ ਰੇਂਜ, ਕਿਹੜੀ ਲੇਅਰ ਦੇ ਵਿੱਚ ਬਰਨ ਅਪ ਹੁੰਦਾ? ਉਹ ਬਰਨ ਅਪ ਹੁੰਦਾ ਹੈ ਮੀਜ਼ੋਸਫੇਅਰ ਦੇ ਵਿੱਚ। ਉਹਦਾ ਕਾਰਨ ਕੀ ਹੈ? ਕਿਉਂਕਿ ਪਹਿਲੀ ਵਾਰੀ ਉਹਨੂੰ ਫ੍ਰਿਕਸ਼ਨ ਐਕਸਪੀਰੀਅੰਸ ਹੋਣਾ ਸ਼ੁਰੂ ਹੁੰਦੀ ਹੈ, ਪਹਿਲੀ ਵਾਰੀ ਉਹਨੂੰ ਰੈਜ਼ਿਸਟੈਂਸ ਐਕਸਪੀਰੀਅੰਸ ਹੁੰਦੀ ਹੈ, ਪਹਿਲਾਂ ਉਹਨੂੰ ਐਕਸਪੀਰੀਅੰਸ ਨਹੀਂ ਹੁੰਦੀ ਸੀਗੀ। ਕਿਉਂਕਿ ਸਪੇਸ ਦੇ ਵਿੱਚ ਤੁਸੀਂ ਦੇਖੋਗੇ ਇਹ ਰੈਜ਼ਿਸਟੈਂਸ ਨਹੀਂ ਹੈਗੀ, ਪਰ ਉਰੇ ਉਹਨੂੰ ਪਹਿਲੀ ਵਾਰ ਐਕਸਪੀਰੀਅੰਸ ਹੁੰਦੀ ਹੈ, ਤਾਂ ਉਰੇ ਬਰਨ ਹੋਣਾ ਸ਼ੁਰੂ ਹੋ ਜਾਂਦਾ, ਰਾਈਟ। ਨੈਕਸਟ ਆਪਾਂ ਗੱਲ ਕਰੀਏ ਥਰਮੋਸਫੇਅਰ ਦੇ ਕੇਸ, ਉਰੇ ਟੈਂਪਰੇਚਰ ਵੱਧ ਰਿਹਾ ਹੈ ਬਿਕੋਜ਼ ਉਰੇ ਜਿੰਨੇ ਵੀ ਮੋਲੀਕਿਊਲਸ ਨੇ, ਗੈਸਿਸ ਨੇ, ਉਹ ਆਇਨਾਈਜ਼ਡ ਫਾਰਮ ਦੇ ਵਿੱਚ ਮੌਜੂਦ ਨੇ ਉਰੇ, ਆਇਨਸੀ ਫਾਰਮ ਚ। ਕਿਉਂ? ਕਿਉਂਕਿ ਆਹ ਜਿਹੜਾ ਰੀਜਨ ਹੈਗਾ ਇਟ ਇਜ਼ ਮਚ ਕਲੋਜ਼ਰ ਟੂ ਸਨ, ਤੇ ਉਰੇ ਸੋਲਰ ਵਿੰਡ ਜਿਹੜੀ ਹੈਗੀ ਹੈ ਉਹਦਾ ਇਨਫਲੂਐਂਸ ਜ਼ਿਆਦਾ ਦੇਖਣ ਨੂੰ ਮਿਲਦਾ ਹੈ, ਤੇ ਉਰੇ ਜਿਹੜੇ ਪਾਰਟੀਕਲਸ ਹੈਗੇ ਦੇ ਆਰ ਆਇਨਾਈਜ਼ਡ, ਚਾਰਜਡ ਫਾਰਮ ਦੇ ਵਿੱਚ, ਪਲੱਸ ਮਾਈਨਸ ਚਾਰਜ ਉਹਨਾਂ ਤੇ ਐਕਵਾਇਰ ਹੋਇਆ ਹੈ। ਇਸੇ ਲਈ ਜਦੋਂ ਆਪਾਂ ਗੱਲ ਕਰਦੇ ਹਾਂ ਰੇਡੀਓ ਕਮਿਊਨੀਕੇਸ਼ਨ ਲਈ, ਇਹ ਲੇਅਰ ਜਿਹੜੀ ਹੈਗੀ ਹੈ ਇਹ ਇੰਪੋਰਟੈਂਟ ਹੈ। ਇੱਥੇ ਹੀ ਰੇਡੀਓ ਵੇਵਸ ਨੂੰ ਭੇਜਿਆ ਜਾਂਦਾ ਹੈ, ਦੈਨ ਦੇ ਗੈਟ ਰਿਫਲੈਕਟਡ ਬੈਕ ਐਂਡ ਆਪਾਂ ਨੂੰ ਅਰਥ ਤੇ ਉਹ ਟ੍ਰਾਂਸਮਿਟ ਹੋ ਜਾਂਦੀ ਹੈ, ਰਾਈਟ। ਦੂਜਾ ਔਰੋਰਾਸ ਦੀ ਆਪਾਂ ਗੱਲ ਕਰਦੇ ਹਾਂ, ਨਦਨ ਤੇ ਸਦਰਨ ਹੈਮੀਸਫੇਅਰ ਦੇ ਵਿੱਚ ਯੂ ਸੀ ਨਦਨ ਲਾਈਟਸ ਐਂਡ ਸਦਰਨ ਲਾਈਟਸ, ਅਰੋਰਾ ਆਸਟ੍ਰੇਲਿਸ, ਅਰੋਰਾ ਬੋਰੀਆਲਿਸ। ਆਹ ਜਿਹੜੀ ਸ਼ਾਨਦਾਰ ਲਾਈਟਸ ਤੁਹਾਨੂੰ ਦੇਖਣ ਨੂੰ ਮਿਲਦੀਆਂ ਉਹ ਵੀ ਇਸੇ ਰੀਜਨ ਦਾ ਫਿਨੋਮੀਨਾ ਹੈ ਜੀ, ਜੋ ਕਿ ਆਪਾਂ ਨੂੰ ਉਰੇ ਥਰਮੋਸਫੇਅਰ ਦੇ ਵਿੱਚ ਦੇਖਣ ਨੂੰ ਮਿਲਦਾ। ਸੋ ਆਈ ਬਿਲੀਵ ਕਿ ਆਪਾਂ ਇਹਨੂੰ ਤਰੀਕੇ ਬਹੁਤ ਡੂੰਘਾਈ ਚ ਕਵਰ ਕਰ ਲਿਆ। ਲੈਟਸ ਮੂਵ ਫਾਰਵਰਡ। ਹਾਂਜੀ, ਦ ਐਟਮੋਸਫੇਰਿਕ ਲੇਅਰ ਵੇਅਰ ਟੈਂਪਰੇਚਰ ਡ੍ਰੌਪਸ ਟੂ ਇਟਸ ਲੋਐਸਟ ਗਲੋਬਲ ਮਿਨੀਮਮ ਨੀਅਰ ਇਟਸ ਟੌਪ ਬਾਉਂਡਰੀ। ਸਭ ਤੋਂ ਘੱਟ ਟੈਂਪਰੇਚਰ ਕਿਹੜੀ ਲੇਅਰ ਵਿੱਚ ਦੇਖਣ ਨੂੰ ਮਿਲਦਾ ਹੈ? ਪਿੱਛੇ ਹੀ ਆਪਾਂ ਕਵਰ ਕੀਤਾ ਹੈ, ਦ ਆਂਸਰ ਇਜ਼ ਮੇਸੋਸਫੀਅਰ। ਨੈਕਸਟ, radio waves transmitted from earth are reflected back to the ground by which sublayer within the thermosphere? The answer is ionosphere। ਕਿਉਂ? ਕਿਉਂਕਿ ਉੱਥੇ ਜਿਹੜੇ molecules ਨੇ they are in the form of ions। ਤਾਂ ਇੱਥੋਂ ਵੀ ਤੁਸੀਂ electromagnetic radiation ਭੇਜੀ and that gets reflected back by the ionosphere, ਤੇ ਉਹ ਅਰਥ ਦੇ ਦੂਸਰੇ ਕਿਨਾਰੇ ਤੇ ਜਿੱਥੇ ਤੁਸੀਂ ਭੇਜਣਾ ਚਾਹੁੰਦੇ ਹੋ ਉੱਥੇ ਪਹੁੰਚ ਜਾਂਦੀ ਹੈ। ਜੇ ਇਹ ਲੇਅਰ ਨਾ ਹੁੰਦੀ ਤਾਂ ਰੇਡੀਓ ਕਮਿਊਨੀਕੇਸ਼ਨ ਵੁੱਡ ਹੈਵ ਬੀਨ ਨੀਅਰਲੀ ਇੰਪੋਸੀਬਲ ਇਨ ਦ ਕੇਸ ਆਫ ਅਰਥ। ਕਿਉਂ? ਕਿਉਂਕਿ ਡਿਸਟੈਂਸ ਬਹੁਤ ਜ਼ਿਆਦਾ ਹੋ ਜਾਂਦਾ ਹੈ। ਜੇ ਤੁਸੀਂ ਇੱਥੋਂ ਅਮਰੀਕਾ ਕੋਈ ਰੇਡੀਓ ਸਿਗਨਲ ਭੇਜਣਾ ਹੈ ਤਾਂ ਤੁਸੀਂ ਜਾਂ ਤਾਂ ਵਾਇਆ ਕੇਬਲ ਭੇਜੋਗੇ, ਵਾਇਆ ਲੈਟਸ ਸੇ ਸਮਾਲ ਟਾਵਰਸ ਭੇਜੋਗੇ ਕਿ ਇੱਕ ਟਾਵਰ ਤੋਂ ਦੂਜੇ, ਦੂਜੇ ਤੋਂ ਤੀਜੇ, ਐਂ ਕਰਦੇ ਕਰਦੇ 1000 ਟਾਵਰ ਬਣਾਓਗੇ, ਜਾਂ ਫਿਰ ਤੁਸੀਂ ਇੱਥੋਂ ਇੱਕ ਟਰਾਂਸਮਿਟਰ ਸੈੱਟ ਕਰੋਗੇ ਤੇ ਉਹਦੇ ਥਰੂ ਤੁਸੀਂ ਮੀਜ਼ੋਸਫੇਅਰ ਨੂੰ ਪਾਰ ਕਰਕੇ ਤੁਸੀਂ ਆਇਨੋਸਫੇਅਰ ਦੇ ਵਿੱਚ ਤੁਸੀਂ ਆਪਣਾ ਰੇਡੀਓ ਸਿਗਨਲ ਭੇਜੋਗੇ। ਆਇਨੋਸਫੇਅਰ ਦੇ ਵਿੱਚ ਯੂ ਹੈਵ ਆਇਨਸ, ਉਹ ਜਿਹੜੀ ਥੋੜੀ ਰੇਡੀਓ ਵੇਵਸ ਹੈ ਦੇ ਵਿਲ ਇੰਟਰੈਕਟ ਵਿਦ ਦੈਟ ਆਇਨੋਸਫੇਅਰ ਤੇ ਉਹ ਰਿਫਲੈਕਟ ਹੋ ਕੇ ਅਮਰੀਕਾ ਵਾਲ ਸਾਈਡ ਚਲੀ ਜਾਣ, ਰਾਈਟ। ਸੋ ਇਸ ਲਈ ਇਹ ਪੋਸੀਬਲ ਹੋ ਪਾਇਆ। ਨੈਕਸਟ, ਹਾਂਜੀ, on which date is the earth at perihelion, meaning it's closest to the sun in its orbital path? perihelion, aphelion, perigee, apogee, ਇਹ ਚਾਰ ਗੱਲਾਂ ਹੈ ਜਿਨ੍ਹਾਂ ਨੂੰ ਕਨਫਿਊਜ਼ ਹਮੇਸ਼ਾ ਐਗਜ਼ਾਮਨਰ, ਜਿਨ੍ਹਾਂ ਨੂੰ ਯੂਜ਼ ਕਰਕੇ ਐਗਜ਼ਾਮਨਰ ਹਮੇਸ਼ਾ ਕਨਫਿਊਜ਼ ਕਰਨ ਦੀ ਕੋਸ਼ਿਸ਼ ਕਰਦਾ। ਪੈਰੀਹੀਲੀਅਨ ਤੇ ਐਪਹੀਲੀਅਨ ਦੀ ਗੱਲ ਕਰਦੇ ਆ ਤਾਂ ਆਪਾਂ ਹਮੇਸ਼ਾ ਅਰਥ ਤੇ ਸਨ ਦੀ ਗੱਲ ਕਰਨ ਵਾਲੇ ਆ ਕਿ ਇਹਨਾਂ ਦੋਵਾਂ ਦੇ ਵਿੱਚ ਰਿਲੇਟਿਵ ਡਿਸਟੈਂਸ ਕਿੰਨਾ ਹੈ। ਪੈਰੀਹੀਲੀਅਨ ਮਤਲਬ ਨੇੜੇ, ਐਪਹੀਲੀਅਨ ਮਤਲਬ ਦੂਰ। ਪੈਰੀ ਦਾ ਮਤਲਬ ਦੋਸਤੋ ਨੇੜੇ ਹੁੰਦਾ ਹੈ, ਐਪ ਦਾ ਮਤਲਬ ਹੁੰਦਾ ਦੂਰ। ਤੇ ਜਦੋਂ ਵੀ ਮੈਂ ਹੀਲੀਅਨ ਦੀ ਗੱਲ ਕਰਦਾ ਤਾਂ ਮੈਂ ਹਮੇਸ਼ਾ ਸਨ ਦੀ ਗੱਲ ਕਰਦਾ। ਹੀਲੀਓ, 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 the word links with the sun। perihelion, aphelion related to sun। perigee, apogee, ਗੀ ਦੀ ਗੱਲ ਹੋ ਰਹੀ ਹੈ, ਯਾਨੀ ਕਿ ਉਰੇ ਜੀਓ ਦੀ ਗੱਲ ਹੋ ਰਹੀ ਹੈ, ਉਰੇ ਅਰਥ ਦੀ ਗੱਲ ਹੋ ਰਹੀ ਹੈ, ਉਰੇ ਅਰਥ ਦੀ ਗੱਲ ਹੋ ਰਹੀ ਹੈ। ਸੋ ਪੈਰੀਗੀ ਤੇ ਐਪੋਗੀ ਦੀ ਜਦੋਂ ਮੈਂ ਗੱਲ ਕਰਦਾ ਤਾਂ ਮੈਂ ਅਰਥ ਤੇ ਮੂਨ ਦੇ ਸਿਸਟਮ ਦੀ ਗੱਲ ਕਰਦਾ, ਤੇ ਮੂਨ ਵੀ ਪੈਰੀਗੀ ਤੇ ਬਿਲਕੁਲ ਨੇੜੇ ਆ ਜਾਂਦਾ ਹੈ ਤੇ ਐਪੋਗੀ ਤੇ ਚਲਾ ਜਾਂਦਾ ਦੂਰ। ਸੋ ਪੈਰੀਹੀਲੀਅਨ ਤੇ ਐਪਹੀਲੀਅਨ ਦਾ ਕੇਸ ਬਣਦਾ ਵਿਦ ਅਰਥ ਐਂਡ ਸਨ।
ਸੋ ਪੈਰੀਹੀਲੀਅਨ ਕਦੋਂ ਆਉਂਦਾ ਜੀ? ਪੈਰੀਹੀਲੀਅਨ ਆਉਂਦਾ ਜੀ ਜਨਵਰੀ ਦੇ ਮਹੀਨੇ ਵਿੱਚ। ਐਗਜ਼ੈਕਟ ਡੇਟ ਵੀ ਯਾਦ ਰੱਖਣ ਦੀ ਲੋੜ ਨਹੀਂ ਹੈਗੀ, ਜਨਵਰੀ ਦੇ ਮਹੀਨੇ ਵਿੱਚ ਤੁਸੀਂ ਦੇਖਦੇ ਹੋ ਪੈਰੀਹੀਲੀਅਨ ਪੁਆਇੰਟ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ, ਵੇਅਰ ਅਰਥ ਐਂਡ ਸਨ ਆਰ ਸਿਸਟਮ ਆਰ ਕਲੋਜ਼ੈਸਟ। ਆ ਦੇਖੋ ਤੁਹਾਨੂੰ ਪੈਰੀਹੀਲੀਅਨ 3 ਜਨਵਰੀ ਦੇ ਆਸ-ਪਾਸ, ਵੇਅਰ ਡਿਸਟੈਂਸ ਬਿਟਵੀਨ ਅਰਥ ਐਂਡ ਸਨ ਇਜ਼ 147 ਮਿਲੀਅਨ ਕਿਲੋਮੀਟਰਸ। ਤੇ ਐਪਹੀਲੀਅਨ ਦੀ ਗੱਲ ਕਰੀਏ ਤਾਂ 152 ਮਿਲੀਅਨ ਕਿਲੋਮੀਟਰਸ ਦਾ ਔਨ ਐਨ ਐਵਰੇਜ ਤੁਸੀਂ ਦੇਖੋਗੇ ਤਾਂ 149 ਮਿਲੀਅਨ ਕਿਲੋਮੀਟਰਸ ਦੇ ਵਿੱਚ ਦਾ ਅਰਥ ਤੇ ਸਨ ਦਾ ਡਿਸਟੈਂਸ ਬਣਦਾ। ਫਿਰ ਇਕੁਇਨੋਕਸ ਆ ਜਿਹੜੇ ਹੈਗੇ, ਇਕੁਇਨੋਕਸ ਮਤਲਬ ਉਰੇ ਨਾ ਤਾਂ ਕੋਈ ਇੱਕ ਹਾਫ ਜਿਹੜਾ ਹੈਗਾ ਅਰਥ ਦਾ ਹੈਮੀਸਫੇਅਰ ਦੀ ਗੱਲ ਕਰ ਰਹੇ ਹਾਂ, ਉਹ ਟੂਵਰਡਸ ਸਨ ਝੁਕਿਆ ਹੋਇਆ, ਕੋਈ ਵੀ ਪਾਰਟਿਕੂਲਰ ਹਾਫ ਨਹੀਂ ਝੁਕਿਆ ਹੋਇਆ, ਨਾ ਤਾਂ ਨਦਰਨ ਹੈਮੀਸਫੇਅਰ ਨਾ ਤਾਂ ਸਾਊਦਰਨ ਹੈਮੀਸਫੇਅਰ, ਦੋਹਾਂ ਹੈਮੀਸਫੇਅਰ ਤੇ ਬਰਾਬਰ ਸਨਲਾਈਟ ਪੈ ਰਹੀ ਹੈ। ਸੋ ਇਹ ਕੇਸ ਬਣ ਜਾਂਦਾ ਇਕੁਇਨੋਕਸ ਦਾ। ਤੇ ਜਦੋਂ ਇਹ ਕੋਈ ਇਹਨਾਂ ਦਾ ਇੱਕ ਪਾਰਟ ਸਨ ਦੀ ਤਰਫ ਝੁਕਿਆ ਹੁੰਦਾ ਉਹਨੂੰ ਆਪਾਂ ਕਵਰ ਕਰਦੇ ਹਾਂ ਉਰੇ। ਆ ਦੇਖੋ ਸੋਲਸਟਿਸ ਦੀ ਗੱਲ ਕਰਦੇ ਹਾਂ। ਤੇ ਜੇ ਆਪਾਂ ਨਦਰਨ ਹੈਮੀਸਫੇਅਰ ਦੇ ਵਿੱਚ ਗੱਲ ਕਰੀਏ 21 ਜੂਨ ਦੇ ਕੇਸ 'ਚ ਨਦਰਨ ਹੈਮੀਸਫੇਅਰ ਇਜ਼ ਪੁਆਇੰਟਿੰਗ ਟੂਵਰਡਸ ਦ ਸਨ, ਇਹਨੂੰ ਆਪਾਂ ਕਹਿੰਦੇ ਹਾਂ ਸਮਰ ਸੋਲਸਟਿਸ। ਤੇ ਉਰੇ ਲੌਂਗੈਸਟ ਡੇ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਿਹਦੇ ਵਿੱਚ? ਨਦਰਨ ਹੈਮੀਸਫੇਅਰ ਦੇ ਵਿੱਚ। ਤੇ ਸਿਮਿਲਰਲੀ ਉਹਦੇ ਗੱਲ ਕਰੀਏ ਆਪਾਂ 21 ਦਸੰਬਰ ਦੀ, ਨਾਓ ਸਦਰਨ ਹੈਮੀਸਫੇਅਰ ਇਜ਼ ਪੁਆਇੰਟਿੰਗ ਟੂਵਰਡਸ ਦ ਸਨ, ਇਸ ਕੇਸ 'ਚ ਆਪਾਂ ਇਹਨੂੰ ਕਵਰ ਕਰਦੇ ਹਾਂ ਅੰਡਰ ਵਿੰਟਰ ਸੋਲਸਟਿਸ, ਰਾਈਟ। ਸੋ ਸਦਰਨ ਹੈਮੀਸਫੇਅਰ ਦੇ ਵਿੱਚ ਵੀ ਹੈਵ ਦ ਲੌਂਗੈਸਟ ਡੇ ਐਂਡ ਵੀ ਹੈਵ ਲੌਂਗੈਸਟ ਨਾਈਟ ਇਨ ਨਦਰਨ ਹੈਮੀਸਫੇਅਰ। ਗਰਮੀਆਂ ਤੇ ਸਰਦੀਆਂ ਦਾ ਕੰਸੈਪਟ ਜਿਹੜਾ ਹੈਗਾ ਉਹ ਅਰਥ ਦੀ ਇਨਕਲੀਨੇਸ਼ਨ ਕਰਕੇ ਹੀ ਹੈ। ਜੇ ਅਰਥ ਦੀ ਇਨਕਲੀਨੇਸ਼ਨ ਨਾ ਹੁੰਦੀ ਤਾਂ ਗਰਮੀਆਂ ਸਰਦੀਆਂ ਦਾ ਜਿਹੜਾ ਕੰਸੈਪਟ ਹੈ ਉਹ ਵੀ ਨਹੀਂ ਹੋਣਾ ਸੀਗਾ। ਨੈਕਸਟ ਹੈ ਜੀ ਦ ਟ੍ਰਾਂਸਫਰ ਆਫ ਹੀਟ ਵਾਇਆ vertical movement of air currents or heated fluid masses is termed as what? ਦੇਖੋ mode of heat transfer ਦੀ ਆਪਾਂ ਗੱਲ ਕਰੀਏ ਤਾਂ ਇੱਕ ਹੁੰਦਾ ਹੈ ਰੇਡੀਏਸ਼ਨ, ਦੂਜਾ ਹੁੰਦਾ ਕਨਵੈਕਸ਼ਨ, ਤੀਜਾ ਹੁੰਦਾ ਹੈ ਕੰਡਕਸ਼ਨ ਤੇ ਚੌਥਾ ਹੁੰਦਾ ਹੈ ਐਡਵੈਕਸ਼ਨ। 4 ਫੇਜ਼ਿਸ ਹੁੰਦੇ, 4 ਤਰੀਕੇ ਹੁੰਦੇ ਜਿਨ੍ਹਾਂ ਦੇ ਥਰੂ ਹੀਟ ਟ੍ਰਾਂਸਫਰ ਹੁੰਦੀ ਹੈ। ਐਡਵੈਕਸ਼ਨ, ਕੰਡਕਸ਼ਨ, ਰੇਡੀਏਸ਼ਨ ਐਂਡ ਦ ਲਾਸਟ ਵਨ ਇਜ਼ ਕੰਡਕਸ਼ਨ, ਸੌਰੀ ਯਾ। ਜਦੋਂ ਆਪਾਂ ਕੰਡਕਸ਼ਨ ਦੀ ਗੱਲ ਕਰਦੇ ਹਾਂ ਤਾਂ ਯੂ ਨੀਡ ਟੂ ਹੈਵ ਅ ਫਿਜ਼ੀਕਲ ਕੰਟੈਕਟ। ਐਗਜ਼ਾਮਪਲ ਦੇ ਤੌਰ ਤੇ ਲੈਟਸ ਸੇ ਮੈਂ ਇੱਕ ਹੀਟਡ ਰੋਡ ਹੈ, ਠੀਕ ਹੈ, ਇਹਨੂੰ ਮੈਂ ਹੀਟ ਕੀਤਾ ਐਂਡ ਦੈਨ ਆਈ ਟੱਚ ਦਿਸ ਰੋਡ। ਹੁਣ ਕੀ ਹੋਊਗਾ ਆਈ ਵਿਲ ਫੀਲ ਕਿ ਯਾਰ ਇਹ ਬਹੁਤ ਗਰਮ ਹੈ। ਕਿਉਂ? ਕਿਉਂਕਿ ਮੈਂ ਇਹਨੂੰ ਟੱਚ ਕੀਤਾ ਹੈ ਤੇ ਮੈਂ ਇਸ ਸਰਫੇਸ ਦੇ ਕੰਟੈਕਟ 'ਚ ਆ ਚੁੱਕਾ ਹੈ, ਉਹਦੇ ਥਰੂ ਹੀਟ ਟ੍ਰਾਂਸਫਰ ਹੋਈ ਹੈ, ਮੇਰੀ ਬੋਡੀ ਵੱਲ ਆਈ ਹੈ। ਦਿਸ ਇਜ਼ ਕੰਡਕਸ਼ਨ ਮੋਡ। ਜਦੋਂ ਮੈਂ ਗੱਲ ਕਰਦਾ ਕਨਵੈਕਸ਼ਨ ਦੀ, ਕਨਵੈਕਸ਼ਨ ਦੇ ਕੇਸ 'ਚ ਕੀ ਹੁੰਦਾ ਹੈ, ਜਿਹੜਾ ਹੀਟਰ ਫਲੂਇਡ ਹੁੰਦਾ ਹੈ ਜਾਂ ਹੀਟਰ ਜਿਹੜੇ ਲੈਟਸ ਸੇ ਕੋਈ ਵੀ ਗੈਸ ਹੈ ਜਾਂ ਕੋਈ ਵੀ ਲਿਕੁਇਡ ਹੈਗਾ ਜੋ ਹੀਟ ਅਪ ਹੋ ਚੁੱਕਿਆ ਹੈ ਨਾ, ਜੋ ਵਿਚ ਇਜ਼ ਹੌਟਰ ਇਨ ਨੇਚਰ, ਦੇ ਟੈਂਡ ਟੂ ਰਾਈਜ਼ ਅਪ। ਐਗਜ਼ਾਮਪਲ ਦੇ ਤੌਰ ਤੇ ਲੈਟਸ ਸੇ ਤੁਸੀਂ ਇੱਕ ਬੀਕਰ ਦੇ ਵਿੱਚ ਪਾਣੀ ਪਾਇਆ ਤੇ ਇਹਨੂੰ ਹੀਟ ਅਪ ਕਰਨਾ ਸ਼ੁਰੂ ਕੀਤਾ ਤਾਂ ਕੀ ਹੋਊਗਾ? ਸਭ ਤੋਂ ਪਹਿਲਾਂ ਥੱਲੇ ਵਾਲਾ ਪਾਣੀ ਗਰਮ ਹੋਊਗਾ, ਪਰ ਉਹ ਉਰੇ ਨਾ ਰਹਿ ਕੇ ਉਰੇੋਂ ਉੱਤੇ ਜਾਣ ਦੀ ਕੋਸ਼ਿਸ਼ ਕਰੂਗਾ। ਇਹੀ ਗੱਲ ਹੋਊਗੀ, ਇੱਥੋਂ ਉੱਤੇ ਜਾਣ ਦੀ ਕੋਸ਼ਿਸ਼ ਕਰੂਗਾ ਤੇ ਜਿਹੜਾ ਠੰਡਾ ਪਾਣੀ ਹੋਊਗਾ ਉਹ ਥੱਲੇ ਆਊਗਾ। ਤਾਂ ਇਹ ਸਾਈਕਲ ਚੱਲਦਾ ਹੀ ਰਹੂਗਾ। ਇਹਨੂੰ ਆਪਾਂ ਕੀ ਕਹਿੰਦੇ? ਇਹਨੂੰ ਆਪਾਂ ਕਹਿੰਦੇ ਕਨਵੈਕਸ਼ਨ। ਐਡਵੈਕਸ਼ਨ ਕੀ ਹੁੰਦਾ ਹੈ? ਜਿਵੇਂ ਗਰਮੀਆਂ 'ਚ ਤੁਸੀਂ ਦੇਖਿਆ ਹੋਣਾ ਲੂ ਚੱਲਦੀ ਹੈ, ਹੁਣ ਮਈ ਜੂਨ ਦਾ ਮਹੀਨਾ ਚੱਲ ਰਿਹਾ, ਹੁਣ ਲੂ ਚੱਲਦੀ ਹੈ। ਲੂ ਦੇ ਵਿੱਚ ਕੀ ਹੁੰਦਾ ਹੈ? ਤੁਸੀਂ ਦੇਖੋਗੇ ਹੌਰੀਜ਼ੌਂਟਲ ਮੂਵਮੈਂਟ ਹੁੰਦੀ ਹੈ ਵਿੰਡ ਦੀ, ਹੌਰੀਜ਼ੌਂਟਲ ਵੇ 'ਚ ਹੀਟ ਟ੍ਰਾਂਸਫਰ ਹੋ ਰਹੀ ਹੈ, ਉਹ ਹੁੰਦਾ ਹੈ ਐਡਵੈਕਸ਼ਨ ਦਾ ਕੇਸ। ਫਿਰ ਅਗਲਾ ਕੇਸ ਹੈਗਾ ਰੇਡੀਏਸ਼ਨ ਦਾ। ਤੁਸੀਂ ਹੀਟਰ ਦੇਖਿਆ ਹੋਣਾ, ਪੁਰਾਣੇ ਜਿਹੜੇ ਹੀਟਰ ਹੁੰਦੇ ਸੀਗੇ, ਕੋਇਲ ਵਾਲੇ ਜਿਹੜੇ ਹੀਟਰ ਹੁੰਦੇ ਸੀਗੇ, ਹੁਣ ਤੁਸੀਂ ਦੂਰ ਲਾ ਲਓ ਹੀਟਰ ਨੂੰ, ਉੱਥੋਂ ਹੌਲੀ ਸੇਕ ਤੁਹਾਡੇ ਵੱਲ ਆਉਣਾ ਸ਼ੁਰੂ ਹੋ ਜਾਊਗਾ। ਹੁਣ ਉਰੇ ਕੋਈ ਜਿਹੜੀ ਰੇਜ਼ ਨੇ, ਜਿਹੜੀ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਨੇ, ਉਹ ਲੈ ਕੇ ਆ ਰਹੀ ਹੈ ਹੀਟ ਨੂੰ। ਜਿਵੇਂ ਕਿ ਸਨ ਦੇ ਕੇਸ ਆਪਾਂ ਦੇਖਦੇ ਹਾਂ, ਸਨ ਤੋਂ ਜਿਹੜੀ ਰੇਜ਼ ਆ ਰਹੀ ਹੈ ਉਹ ਰੇਡੀਏਸ਼ਨ ਦੇ ਥਰੂ ਆ ਰਹੀ ਹੈ। ਰੇਡੀਏਸ਼ਨ ਦੇ ਕੇਸ 'ਚ ਯੂ ਡੋਂਟ ਨੀਡ ਐਨੀ ਮਟੀਰੀਅਲ, ਐਨੀ ਪਰ ਸੇ ਲੈਟਸ ਸੇ ਮੀਡੀਅਮ, ਆਈ ਵੁੱਡ ਸੇ ਮਟੀਰੀਅਲ ਦੇ ਬਜਾਏ ਵੀ ਮੈਂ ਕਹਾਂਗਾ ਮੀਡੀਅਮ ਨਹੀਂ ਚਾਹੀਦਾ ਤੁਹਾਨੂੰ ਟਰੈਵਲ ਕਰਨ ਵਾਸਤੇ, ਵੈਕਿਊਮ 'ਚੋਂ ਵੀ ਟਰੈਵਲ ਹੋ ਜਾਊਗਾ। ਉਰੇ ਕੀ ਹੈ? ਫੋਟੋਨਸ ਨੇ ਜਿਹੜੇ ਰੇਡੀਏਸ਼ਨ, ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਨੂੰ ਆਪਣੇ ਨਾਲ ਲੈ ਕੇ ਆ ਰਹੇ ਹਨ, ਤੁਹਾਡੇ ਤੱਕ ਪਹੁੰਚ ਰਹੇ ਐਂਡ ਯੂ ਆਰ ਐਕਸਪੀਰੀਅੰਸਿੰਗ ਹੀਟ। ਪਹਿਲੇ ਕੇਸ ਤੁਸੀਂ ਦੇਖੋਗੇ ਕੰਟੈਕਟ ਦੀ ਲੋੜ ਹੈ, ਫਿਜ਼ੀਕਲ ਕੰਟੈਕਟ ਦੀ ਲੋੜ ਹੈ।
ਦੂਜੇ ਕੰਡਕਸ਼ਨ ਦੀ ਸੌਰੀ ਆਪਾਂ ਕਨਵੈਕਸ਼ਨ ਦੀ ਗੱਲ ਕਰਦੇ ਹਾਂ, ਫਲੂਇਡ ਦੀ ਮੂਵਮੈਂਟ ਹੋ ਰਹੀ ਹੈ ਆਪਣੇ ਜਾਂ ਗੈਸਿਸ ਦੀ ਮੂਵਮੈਂਟ ਹੋ ਰਹੀ ਹੈ। ਥਰਡ ਕੇਸ 'ਚ ਵੀ ਯੂ ਸੀ ਕਿ ਜਿਹੜਾ ਮਟੀਰੀਅਲ ਹੈ ਚਾਹੇ ਗੈਸਿਸ ਜਾਂ ਫਲੂਇਡ ਹੈ ਦੇ ਆਰ ਮੂਵਿੰਗ ਹੌਰੀਜ਼ੋਨਟਲੀ। ਫੋਰਥ ਕੇਸ 'ਚ ਆਪਾਂ ਰੇਡੀਏਸ਼ਨ ਦੀ ਜਦੋਂ ਗੱਲ ਕਰਦੇ ਹਾਂ, ਉਰੇ ਜਿਹੜੇ ਫੋਟੋਨਸ ਨੇ ਦੇ ਆਰ ਦ ਚਾਰਜ ਕੈਰੀਅਰ, ਦੇ ਆਰ ਦ ਕੈਰੀਅਰਸ ਆਫ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ, ਉਹ ਆ ਰਹੇ ਹੈ, ਦੇ ਆਰ ਪ੍ਰੋਡਿਊਸਿੰਗ ਦ એનર્ਜੀ, ਦੇ ਆਰ ਕੈਰਿੰਗ ਦ એનર્ਜੀ ਐਂਡ ਤੁਹਾਡੇ ਤੱਕ ਉਹ એનર્ਜੀ ਆ ਰਹੀ ਹੈ। ਸੋ ਕਨਵੈਕਸ਼ਨ ਦਾ ਆਨਸਰ ਜਿਹੜਾ ਹੈਗਾ ਉਹ ਟ੍ਰਾਂਸਫਰ ਆਫ ਹੀਟ ਵਾਇਆ ਵਰਟੀਕਲ ਮੂਵਮੈਂਟ ਆਫ 에ਅਰ ਕਰੰਟਸ ਔਰ ਹੀਟਡ ਫਲੂਇਡ, ਉਹ ਬਣਦਾ ਜੀ ਕਨਵੈਕਸ਼ਨ। ਨੈਕਸਟ, what is the approximate structural albedo of planet earth? ਹੁਣ albedo ਦੀ ਗੱਲ ਕਰਾਂ ਤਾਂ albedo ਇੱਕ ਫੰਡਾਮੈਂਟਲ ਪ੍ਰੋਪਰਟੀ ਹੈ, ਉਹ ਕਿਸੇ ਵੀ ਮਟੀਰੀਅਲ ਦੀ ਹੁੰਦੀ ਹੈ, to reflect back something. Now what is something? That something is light. ਜੇ ਕੋਈ ਲਾਈਟ ਮੇਰੀ ਬੋਡੀ ਤੇ ਆ ਰਹੀ ਹੈ ਤਾਂ ਜੋ ਲੈਟਸ ਸੇ ਮੈਂ ਸ਼ਰਟ ਦੀ ਗੱਲ ਕਰਾਂ, ਮੈਂ ਜੋ ਵਾਈਟ ਕਲਰ ਦੀ ਸ਼ਰਟ ਪਾਈ ਹੈ ਵਰਸਸ ਜੇ ਮੈਂ ਬਲੈਕ ਕਲਰ ਦੀ ਸ਼ਰਟ ਪਾਈ ਹੁੰਦੀ, ਮੰਨ ਲਓ ਮੈਂ ਇਸ ਕਲਰ ਦੀ ਸ਼ਰਟ ਪਾਈ ਹੁੰਦੀ, ਇਸ ਕਲਰ ਦੀ ਸ਼ਰਟ ਪਾਈ ਹੁੰਦੀ ਤੇ ਅੱਜ ਮੈਂ ਇਹ ਸ਼ਰਟ ਪਾਈ ਹੈ, ਇਹਨਾਂ ਦੋਹਾਂ ਦੇ ਵਿੱਚ ਕੀ ਫਰਕ ਹੈ? ਇਹਨਾਂ ਦੋਹਾਂ ਦੇ ਮਟੀਰੀਅਲ ਦੇ ਵਿੱਚ ਫਰਕ ਹੈ ਪਹਿਲੀ ਗੱਲ ਤਾਂ। ਦੂਜਾ, ਇਹਨਾਂ ਦੀ ਐਲਬੀਡੋ ਪ੍ਰੋਪਰਟੀ ਦੇ ਵਿੱਚ ਫਰਕ ਆ ਜਾਣਾ। ਹੁਣ ਵਾਈਟ ਕਲਰ ਆਪਾਂ ਜਨਰਲੀ ਦੇਖਦੇ ਹਾਂ, ਆਪਣੇ ਘਰ ਦੇ ਵੀ ਕਹਿੰਦੇ ਆ ਕਿ ਗਰਮੀਆਂ ਦੇ ਵਿੱਚ ਤੁਸੀਂ ਲਾਈਟ ਕੱਪੜੇ ਪਾਇਆ ਕਰੋ, ਲਾਈਟ ਕਲਰ ਦੇ ਕੱਪੜੇ ਪਾਇਆ ਕਰੋ। ਲਾਈਟ ਕਲਰਸ ਦੀ ਨਾ ਇੱਕ ਨਾਰਮਲ ਪ੍ਰੋਪਰਟੀ ਹੈ ਕਿ ਇਹਨਾਂ ਕੋਲ ਹਾਈ ਰਿਫਲੈਕਟਿਵਿਟੀ ਹੁੰਦੀ ਹੈ, ਯਾਨੀ ਕਿ ਇਹਨਾਂ ਦੇ ਕੇਸ 'ਚ ਜਿਹੜੀ ਇਨਕਮਿੰਗ ਰੇਡੀਏਸ਼ਨ ਆਊਗੀ ਉਹਨੂੰ ਅਬਜ਼ੌਰਬ ਘੱਟ ਕਰਦੇ ਆ, ਉਹਨੂੰ ਰਿਫਲੈਕਟ ਜ਼ਿਆਦਾ ਕਰਦੇ ਆ। ਬਲੈਕ ਦੇ ਕੇਸ 'ਚ ਕੀ ਹੁੰਦਾ? ਬਲੈਕ ਦੀ ਇੱਕ ਫੰਡਾਮੈਂਟਲ ਪ੍ਰੋਪਰਟੀ ਹੈ, ਬਲੈਕ ਕਲਰ ਅਬਜ਼ੌਰਬ ਜ਼ਿਆਦਾ ਕਰਦਾ ਹੈ, ਰਿਫਲੈਕਟ ਘੱਟ ਕਰਦਾ ਹੈ। ਤਾਂ ਇਹ ਜਿਹੜਾ ਰਿਫਲੈਕਟ ਘੱਟ ਕਰਨਾ, ਅਬਜ਼ੌਰਬ ਜ਼ਿਆਦਾ ਕਰਨਾ ਵਰਸਸ ਰਿਫਲੈਕਟ ਜ਼ਿਆਦਾ ਕਰਨਾ, ਅਬਜ਼ੌਰਬ ਘੱਟ ਕਰਨਾ, ਇਹ ਕਿਹਦੇ ਨਾਲ ਲਿੰਕਡ ਹੈ? ਇਹ ਲਿੰਕਡ ਹੈ ਵਿਦ ਦੀ ਐਲਬੀਡੋ ਪਾਰਟ। Albedo is actually a property which measures the reflectivity of a material, which measures the reflectivity of material. ਹੁਣ ਅਰਥ ਦੇ ਕੇਸ ਵਿੱਚ ਵੀ ਓਵਰਆਲ ਅਰਥ ਦੇ ਸਿਨੈਰੀਓ ਦੇ ਵਿੱਚ ਅਲਬੀਡੋ ਦੀ ਆਪਾਂ ਗੱਲ ਕਰਦੇ ਹਾਂ, ਆਪਾਂ ਇਹ ਗੱਲ ਕਰਦੇ ਹਾਂ ਕਿ ਇਨਕਮਿੰਗ ਸੋਲਰ ਰੇਡੀਏਸ਼ਨ ਜਿਹੜੀ ਆ ਰਹੀ ਹੈ, ਸਨ ਤੋਂ ਜਿਹੜੀ ਰੇਡੀਏਸ਼ਨ ਆ ਰਹੀ ਹੈ, ਉਹਦਾ ਕਿੰਨਾ ਪਾਰਟ ਜਿਹੜਾ ਹੈਗਾ ਉਹ ਅਰਥ ਅਬਜ਼ੌਰਬ ਕਰਦੀ ਹੈ ਤੇ ਕਿੰਨਾ ਪਹਿਲਾਂ ਹੀ ਰਿਫਲੈਕਟ ਕਰ ਦਿੰਦੀ ਹੈ। ਉਹ ਜਿਹੜਾ ਰਿਫਲੈਕਟ ਕਰਦੀ ਹੈ ਉਹ ਕਿਹਦਾ ਪਾਰਟ ਬਣਦਾ? ਉਹ ਰਿਫਲੈਕਟਿਵਿਟੀ ਦਾ ਪਾਰਟ ਬਣਦਾ ਤੇ ਉਹ ਐਲਬੀਡੋ ਦਾ ਪਾਰਟ ਬਣਦਾ। ਤੇ ਅਰਥ ਦੇ ਕੇਸ ਵਿੱਚ ਉਹ ਕਿੰਨਾ ਬਣਦਾ ਜੀ? ਉਹ 35% ਬਣਦਾ ਦੋਸਤੋ। 35% ਜਿਹੜਾ ਇਨਕਮਿੰਗ ਸੋਲਰ ਰੇਡੀਏਸ਼ਨ ਆ ਰਹੀ ਹੈ ਆਪਣੇ ਕੋਲ, ਉਹ ਕੋਈ ਵੀ ਪਾਰਟ ਪਲੇ ਨਹੀਂ ਕਰਦੀ ਅਰਥ ਦੇ ਟੈਂਪਰੇਚਰ ਨੂੰ ਚੇਂਜ ਕਰਨ ਦੇ ਵਿੱਚ, ਵਧਾਉਣ 'ਚ ਘਟਾਉਣ 'ਚ ਕੁਝ ਨਹੀਂ ਕਰਦੀ, ਕਿਉਂਕਿ ਉਹਨੂੰ ਪਹਿਲਾਂ ਹੀ ਰਿਫਲੈਕਟ ਕਰ ਦਿੱਤਾ ਜਾਂਦਾ ਹੈ। ਕਲਾਊਡਸ ਰਿਫਲੈਕਟ ਕਰ ਦਿੰਦੇ ਆ, ਸਨੋ ਕਵਰ ਰਿਫਲੈਕਟ ਕਰ ਦਿੰਦਾ ਹੈ, ਫਿਰ ਓਸ਼ੀਅਨ ਦਾ ਸਰਫੇਸ ਰਿਫਲੈਕਟ ਕਰ ਦਿੰਦਾ ਜੀ, ਰਾਈਟ। ਜਿਹੜਾ ਬਾਕੀ ਦਾ 65 ਬਚਦਾ ਉਹ ਅਬਜ਼ੌਰਬ ਕਰਦੇ ਆ ਆਪਾਂ, ਆਪਣਾ ਐਟਮੋਸਫੇਅਰ ਅਬਜ਼ੌਰਬ ਕਰਦਾ ਹੈ, ਅਰਥ ਦਾ ਸਰਫੇਸ ਅਬਜ਼ੌਰਬ ਕਰਦਾ ਹੈ, ਫਿਰ ਉਹ ਰੇਡੀਏਟ ਕਰਦਾ ਹੈ। ਇਹ ਜਿਹੜਾ ਹੈਗਾ ਇਹ ਅਰਥ ਦਾ ਹੀਟ ਬਜਟ ਦਾ ਪਾਰਟ ਬਣਦਾ ਹੈ। 35 ਜਿਹੜਾ ਹੈਗਾ ਉਹ ਕੁਝ ਵੀ ਨਹੀਂ ਕਰਦਾ, ਉਹਨੂੰ ਪਹਿਲਾਂ ਹੀ ਬਾਹਰ ਕੱਢ ਦਿੰਦੇ। ਸੋ albedo reflects the reflectivity part and it is 35%. ਜੇ ਮੈਂ ਤੁਹਾਨੂੰ ਪੁੱਛਾਂ ਕਿ ਸੋਲਰ ਸਿਸਟਮ ਵਿੱਚ ਪਲੈਨਟ ਕਿਹੜਾ ਜਿਹਦੀ ਸਭ ਤੋਂ ਜ਼ਿਆਦਾ ਰਿਫਲੈਕਟਿਵਿਟੀ ਹੈ, albedo ਹੈ, ਤੇ ਆਨਸਰ ਇਜ਼ ਵੀਨਸ। ਅਰਥ ਦੀ ਇਹ 35 ਹੈ ਤਾਂ ਵੀਨਸ ਦੀ ਹੈਗੀ ਹੈ ਲਗਭਗ 70 ਦੇ ਆਸ-ਪਾਸ। 70% ਇਨਸੀਡੈਂਟ ਲਾਈਟ ਨੂੰ ਪਹਿਲਾਂ ਹੀ ਰਿਫਲੈਕਟ ਕਰ ਦਿੰਦਾ ਵੀਨਸ। ਨੈਕਸਟ, ਹਾਂਜੀ, ਅ ਟੈਂਪਰੇਚਰ ਇਨਵਰਜਨ ਇਜ਼ ਮੈਟੀਰੀਓਲੋਜੀਕਲ ਕੰਡੀਸ਼ਨ ਵੇਅਰ। ਯਾਦ ਕਰੋ ਟੈਂਪਰੇਚਰ ਇਨਵਰਜਨ ਬਾਰੇ ਮੈਂ ਤੁਹਾਨੂੰ ਦੱਸਿਆ ਸੀਗਾ ਜਦੋਂ ਮੈਂ ਸਟ੍ਰੈਟੋਸਫੀਅਰ ਦੀ ਗੱਲ ਕੀਤੀ ਸੀਗੀ ਕਿ ਨਾਰਮਲੀ ਕੀ ਹੁੰਦਾ, ਲੈਪਸ ਰੇਟ ਦੇ ਮੁਤਾਬਕ ਕੀ ਹੁੰਦਾ ਕਿ ਫॉर ਐਵਰੀ ਇੰਕਰੀਜ਼ ਇਨ 1 ਕਿਲੋਮੀਟਰ ਯੂ ਐਕਸਪੀਰੀਅੰਸ ਅ 6.5 ਡਿਗਰੀ ਡ੍ਰੌਪ ਇਨ ਟੈਂਪਰੇਚਰ, ਜੋ ਕਿ ਲੈਪਸ ਰੇਟ ਕਹਿੰਦਾ। ਇਸ ਤਰੀਕੇ ਨਾਲ ਲੈਪਸ ਰੇਟ ਹੈਗਾ ਕਿ ਨਾਰਮਲ ਹਾਈਟ ਵਧਣ ਨਾਲ ਕਿੰਨਾ ਟੈਂਪਰੇਚਰ ਘਟੂਗਾ। ਤੇ ਜੋ ਕਿ ਆਪਾਂ ਨੂੰ ਉਲਟਾ ਕੇਸ ਦੇਖਣ ਨੂੰ ਮਿਲਦਾ ਹੈ ਜਦੋਂ ਆਪਾਂ ਸਟ੍ਰੈਟੋਸਫੀਅਰ ਦੇ ਵਿੱਚ ਜਾਂਦੇ ਹਾਂ। ਸਟ੍ਰੈਟੋਸਫੀਅਰ ਦੇ ਵਿੱਚ ਵਿਦ ਹਾਈਟ ਟੈਂਪਰੇਚਰ ਵਧਣਾ ਸ਼ੁਰੂ ਹੋ ਜਾਂਦਾ ਹੈ। ਦੈਟ ਇਜ਼ ਦ ਕੇਸ ਆਫ ਟੈਂਪਰੇਚਰ ਇਨਵਰਜਨ। ਜਦੋਂ ਕਿ ਤੁਸੀਂ ਦੇਖਣਾ ਸੀਗਾ ਹਾਈਟ ਦੇ ਨਾਲ ਟੈਂਪਰੇਚਰ ਘਟਣਾ ਸੀਗਾ, ਪਰ ਹਾਈਟ ਨਾਲ ਟੈਂਪਰੇਚਰ ਵਧਣਾ ਸ਼ੁਰੂ ਹੋ ਜਾਏ, ਦੈਟ ਇਜ਼ ਕਵਰਡ ਅੰਡਰ ਟੈਂਪਰੇਚਰ ਇਨਵਰਜਨ। ਤੇ ਉਸ ਤੋਂ ਮਗਰੋਂ ਯੂ ਐਕਸਪੀਰੀਅੰਸ ਦਿਸ ਥਿੰਗ ਕਿ ਜਿਹੜਾ ਥੋੜਾ ਨਾਰਮਲ ਟੈਂਪਰੇਚਰ ਡਿਸਟ੍ਰੀਬਿਊਸ਼ਨ ਹੈ ਉਹ ਆਲਟਰ ਹੋ ਚੁੱਕਿਆ। You have a colder air layer over here, then over that you have warmer layer, and then again you have a colder layer over sitting over there. So B, C option देखो जरा, warm air layer lie directly above the cooler layer near the ground. So C is the right answer. Next है जी, the permanent planetary winds that blow from subtropical high pressure cells towards subpolar
low pressure belts are called what? The permanent planetary winds ਦੀ ਗੱਲ ਹੋ ਰਹੀ ਹੈ ਜੀ ਉਰੇ। ਯਾਦ ਕਰੋ ਜਿਹੜਾ ਪ੍ਰੈਸ਼ਰ ਬੈਲਟਸ ਤੁਸੀਂ ਕਵਰ ਕੀਤਾ ਹੈ ਉਹਦੇ ਕੋਰਸਪੋਂਡਿੰਗ ਤੁਸੀਂ ਤਿੰਨ ਪ੍ਰੈਸ਼ਰ ਸੈਲਸ ਵੀ ਕਵਰ ਕੀਤੇ ਹੈਡਲੀ ਸੈਲ, ਫੈਰਲ ਸੈਲ, ਪੋਲਰ ਸੈਲ, ਤੇ ਤੁਸੀਂ ਪ੍ਰੈਸ਼ਰ ਬੈਲਟਸ ਕਵਰ ਕੀਤੀਆਂ ਹਨਾ, ਜਿਹਦੇ ਵਿੱਚ ਤੁਸੀਂ ਗੱਲ ਕੀਤੀ ਹੈ ਕਿ ਹਾਂ ਇਹ ਇਕੁਆਟੋਰੀਅਲ ਲੋ ਪ੍ਰੈਸ਼ਰ ਬੈਲਟ ਹੈ, ਦੈਨ ਸਬ ਟ੍ਰੋਪੀਕਲ ਹਾਈ ਪ੍ਰੈਸ਼ਰ ਬੈਲਟ ਹੈ, ਦੈਨ ਸਬ ਪੋਲਰ ਲੋ ਪ੍ਰੈਸ਼ਰ ਬੈਲਟ ਹੈ, ਦੈਨ ਪੋਲਰ ਹਾਈ ਪ੍ਰੈਸ਼ਰ ਬੈਲਟ ਹੈ। ਸਿਮਿਲਰਲੀ ਥੱਲੇ ਵਾਲੇ ਪਾਸੇ ਹੋ ਗਿਆ। ਤਾਂ 7 ਟਾਈਪ ਦੀਆਂ ਤੁਹਾਡੀਆਂ ਬੈਲਟਸ ਹੋ ਚੁੱਕੀਆਂ ਤੇ ਇਹਨਾਂ ਚੋਂ ਚੱਲਣ ਵਾਲੀਆਂ ਜਿਹੜੀ ਵਿੰਡਸ ਹੈ ਵਿਚ ਆ ਪਰਮਾਨੈਂਟ ਇਨ ਨੇਚਰ, ਉਹਨਾਂ ਨੂੰ ਆਪਾਂ ਪਲੈਨੇਟਰੀ ਵਿੰਡਸ ਵੀ ਕਹਿੰਦੇ ਹਾਂ। Planetary winds ਦੀ ਆਪਾਂ ਗੱਲ ਕਰੀਏ, they are blowing across the planet and they are permanent in nature. So the permanent planetary winds that blow from subtropical high pressure cell towards subpolar low pressure belts are called as what? Subtropical high pressure belts. Subtropical high pressure belts ਕਿੱਥੇ ਬਣਨ ਵਾਲੀਆਂ ਦੇਖੋ ਜ਼ਰਾ। ਪਹਿਲਾ ਇਕੁਆਟੋਰੀਅਲ low pressure region, ਉਸ ਤੋਂ ਬਾਅਦ subtropical high pressure region, ਉਸ ਤੋਂ ਬਾਅਦ subpolar low pressure region, then again you have polar high pressure region. ਹੁਣ ਕੁਐਸਚਨ ਕੀ ਕਹਿੰਦਾ ਹੈ ਕਿ ਸਬ ਟ੍ਰੋਪੀਕਲ ਹਾਈ ਪ੍ਰੈਸ਼ਰ ਸੈਲਸ ਤੋਂ ਸਬ ਪੋਲਰ ਲੋ ਪ੍ਰੈਸ਼ਰ ਵੱਲ ਜਾਊਗੀ, ਯਾਨੀ ਕਿ ਇੱਥੋਂ ਤੋਂ ਇੱਥੇ ਦੀ ਗੱਲ ਹੋ ਰਹੀ ਹੈ। ਇੱਥੋਂ ਇੱਥੇ ਕਿਵੇਂ ਜਾਊਗੀ? ਜਾਣਾ ਤਾਂ ਐ ਚਾਹੀਦਾ ਸੀਗਾ ਵਿੰਡ ਨੂੰ, ਪਰ ਕਿਆ ਉਹ ਇਸ ਤਰੀਕੇ ਨਾਲ ਜਾਏਗੀ? ਦ ਆਂਸਰ ਇਜ਼ ਨੋ। ਕਿਉਂ? ਇਹਦੇ ਰਸਤੇ ਤੇ ਕੀ ਲੱਗੂਗਾ? ਇਹਦੇ ਰਸਤੇ ਤੇ ਲੱਗੂਗਾ ਕੋਰੀਓਲਿਸ ਇਫੈਕਟ ਲੱਗੂਗਾ ਜੀ। ਫੈਰਲ ਲਾਅ ਕੀ ਕਹਿੰਦਾ ਹੈ? ਫੈਰਲ ਲਾਅ ਕਹਿੰਦਾ ਹੈ ਕਿ ਭਾਈ ਜੇ ਨਦਨ ਹੈਮੀਸਫੇਅਰ ਦੀ ਗੱਲ ਕਰਾਂ ਮੈਂ, ਨਦਨ ਹੈਮੀਸਫੇਅਰ ਦੇ ਵਿੱਚ ਜਿਹੜੀ ਮੂਵਮੈਂਟ ਹੋਗੀ ਉਹ ਟੁਵਾਰਡਸ ਰਾਈਟ ਸ਼ਿਫਟ ਹੋ ਜੂਗੀ, ਤੇ ਵਿੰਡਸ ਦੇ ਕੇਸ ਜਿਹੜੀ ਡਾਇਰੈਕਸ਼ਨ ਮਾਪੀ ਜਾਂਦੀ ਹੈ ਉਹ ਨਾਪੀ ਜਾਂਦੀ ਹੈ ਫਰੋਮ देयर ओरिजिन ਪਾਰਟ। ओरिजिन ਕਿੱਥੋਂ ਹੋਇਆ? ਐ ਨਹੀਂ ਲੱਗਦਾ ਕਿ ਯਾਰ ਇਹ ਵੈਸਟ ਵਾਲੇ ਪਾਸੇ ਤੋਂ ओरिजिन ਹੋ ਰਿਹਾ। ਜੇ ਮੈਂ ਇਸ ਐਰੋ ਨੂੰ ਐ ਸਟੱਡੀ ਕਰਾਂ, ਜਾਂ ਤਾਂ ਈਸਟ ਵਾਲੇ ਪਾਸੇ ਰਿਹਾ, ਪਰ ਇਹਦਾ ओरिजिन ਕਿੱਥੋਂ ਹੋਇਆ? ਇਹਦਾ ओरिजिन ਮੈਨੂੰ ਲੱਗਦਾ ਵੈਸਟ ਵਾਲੇ ਪਾਸੇ ਤੋਂ ਹੋਇਆ, ਤਾਂ ਹੈਂਸ ਦ ਨੇਮ ਵੈਸਟਰਲੀਜ਼। ਸੋ ਬੀ ਇਜ਼ ਦੀ ਰਾਈਟ ਆਂਸਰ। ਨੈਕਸਟ ਅੱਗੇ ਵਧਦੇ ਹਾਂ ਜੀ ਆਪਾਂ। ਇੱਕ ਵਾਰੀ ਇਸ ਨੂੰ ਜੋ ਮੈਂ ਸਾਰੀ ਗੱਲ ਕਹਾਣੀ ਸੁਣਾਈ ਸੀਗੀ ਉਹ ਇਹਦੇ ਵਿੱਚ ਕਵਰਡ ਹੈ ਜੀ, ਠੀਕ ਹੈ। ਇਹ ਇੰਪੋਰਟੈਂਟ ਹੈ, ਇਹਨੂੰ ਕਵਰ ਕਰਨਾ ਜ਼ਰੂਰੀ ਹੈ ਤੁਹਾਡੇ ਲਈ। ਨੈਕਸਟ ਹੈ ਜੀ, the ITCZ ਇੰਟਰਟ੍ਰੋਪੀਕਲ ਕਨਵਰਜੈਂਸ ਜ਼ੋਨ ਇਜ਼ ਕਰੈਕਟਰਾਈਜ਼ਡ ਬਾਈ ਵਾਟ? ITCZ ਦੀ ਜਦੋਂ ਆਪਾਂ ਗੱਲ ਕਰੀਏ ਤਾਂ ਜਦੋਂ ਆਪਾਂ ਪ੍ਰੈਕਟੀਕਲ ਪਾਰਟ ਦੇਖਦੇ ਹਾਂ, ਜਿਹੜਾ ਪਿਛਲੇ ਚਾਰਟ ਦੇ ਵਿੱਚ ਦੇਖਿਆ ਸੀਗਾ, ਇੰਟਰਟ੍ਰੋਪੀਕਲ ਕਨਵਰਜੈਂਸ ਜ਼ੋਨ। ਇੰਟਰਟ੍ਰੋਪੀਕਲ ਮਤਲਬ ਦੋਹਾਂ ਟ੍ਰੋਪਿਕਸ ਦੀ ਗੱਲ ਹੋਣ ਵਾਲੀ ਹੈ, ਸਬ ਟ੍ਰੋਪਿਕਸ ਦੀ ਗੱਲ ਹੋ ਰਹੀ ਹੈ, ਦੋਹਾਂ ਟ੍ਰੋਪਿਕਸ ਦੀ ਗੱਲ ਹੋ ਰਹੀ ਹੈ, ਨਦਰਨ ਹੈਮੀਸਫੇਅਰ ਦੇ ਟ੍ਰੋਪਿਕਸ ਦੀ ਗੱਲ ਹੋ ਰਹੀ ਹੈ ਤੇ ਸਦਰਨ ਹੈਮੀਸਫੇਅਰ ਦੇ ਟ੍ਰੋਪਿਕਸ ਦੀ ਗੱਲ ਹੋ ਰਹੀ ਹੈ। ਇਹਨਾਂ ਦੀ ਕਿਤੇ ਕਨਵਰਜੈਂਸ ਹੋ ਰਹੀ ਹੈ। ਇੰਟਰਟ੍ਰੋਪੀਕਲ ਕਨਵਰਜੈਂਸ ਜ਼ੋਨ ਦੀ ਗੱਲ ਕਰੀਏ, ਇਹ ਪ੍ਰੈਕਟੀਕਲ ਪਾਰਟ ਬਣਦਾ ਹੈ ਜੋ ਕਿ ਪਿੱਛੇ ਡਾਇਗਰਾਮ ਜਿਹੜਾ ਆਪਾਂ ਕਵਰ ਕੀਤਾ ਸੀਗਾ ਉਸ ਦੇ ਕੇਸ 'ਚ। ਸੋ ਇਟ ਇਜ਼ ਕਰੈਕਟਰਾਈਜ਼ਡ ਬਾਈ ਵਾਟ? ਕਿਹੋ ਜਿਹੀ ਕੰਡੀਸ਼ਨਸ ਉਰੇ ਦੇਖਣ ਨੂੰ ਮਿਲਦੀਆਂ ਆਪਾਂ ਨੂੰ? ਕੀ ਉਰੇ ਬਰਸਾਤ ਹੁੰਦੀ ਹੈ ਜਾਂ ਕੀ ਉਰੇ ਬਹੁਤ ਹਾਈ ਤੁਸੀਂ ਦੇਖੋ ਤੂਫਾਨ ਹੁੰਦਾ? ਕਿਸ ਤਰੀਕੇ ਦੀ ਕੰਡੀਸ਼ਨ ਹੁੰਦੀ ਹੈ ਜਦੋਂ ਆਪਾਂ ITCZ ਦੀ ਗੱਲ ਕਰ ਰਹੇ ਹਾਂ? ਦੇਖੋ ਦੋਹਾਂ ਟ੍ਰੋਪਿਕਸ ਤੋਂ ਹਵਾ ਆ ਰਹੀ ਹੈ, ਰਾਈਟ, ਤੇ ਉਰੇ ਕੀ ਹੈ ਤੁਸੀਂ ਦੇਖੋਗੇ ਇਕੁਏਟਰ ਦੇ ਆਸ-ਪਾਸ ਜਿਹੜਾ ਰੀਜਨ ਹੈਗਾ ਇਟ ਇਜ਼ ਇੰਟੈਂਸਲੀ ਹੀਟਡ, ਬਹੁਤ ਜ਼ਿਆਦਾ ਹੀਟ ਹੁੰਦੀ ਹੈ ਤੇ ਉਰੇ ਲੋ ਪ੍ਰੈਸ਼ਰ ਬਣਿਆ ਹੁੰਦਾ। ਲੋ ਪ੍ਰੈਸ਼ਰ ਬਣਿਆ ਤਾਂ ਮਤਲਬ ਹਵਾ ਨੇ ਕੀ ਕਰਨਾ? ਹਵਾ ਨੇ ਉੱਤੇ ਉੱਠਣਾ ਸ਼ੁਰੂ ਹੋ ਜਾਣਾ। ਹਵਾ ਉੱਤੇ ਉੱਠੂਗੀ ਤੇ ਇਹ ਹੈ ਤਾਂ ਹੈ ਨਹੀਂ ਕਿ ਵੈਕਿਊਮ ਬਣ ਜੂਗਾ। ਜਿਹੜੀ ਹਵਾ ਉੱਤੇ ਉੱਠੀ ਹੈ ਉਹਨੂੰ ਭਰਨ ਵਾਸਤੇ ਸਰਫੇਸ ਤੇ ਦੋਹਾਂ ਪਾਸਿਓਂ ਹਵਾ ਆਣੀ ਸ਼ੁਰੂ ਹੋ ਜੂਗੀ, ਦੋਹਾਂ ਪਾਸਿਓਂ ਹਵਾ ਆਣੀ ਸ਼ੁਰੂ ਹੋਗੀ ਐਂਡ ਇਟ ਵਿਲ ਅਗੇਨ ਰਾਈਜ਼ ਅਪ ਐਂਡ ਇਟ ਵਿਲ ਫਾਰਮ ਅ ਸਾਈਕਲ ਲਾਈਕ ਦਿਸ, ਰਾਈਟ। ਕੁਝ ਇਸ ਤਰੀਕੇ ਦਾ ਸਾਈਕਲ ਚੱਲਣਾ ਸ਼ੁਰੂ ਹੋ ਜਾਊਗਾ। ਤਾਂ ਇਹਦੇ ਬਾਰੇ ਪੁੱਛਿਆ ਜਾ ਰਿਹਾ ਕਿ ਕਿਸ ਨੇਚਰ ਦਾ, ਕਿਸ ਤਰੀਕੇ ਦੀ ਕੈਰੈਕਟਰਿਸਟਿਕ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ। ਪਹਿਲੇ ਦੀ ਗੱਲ ਕਰੀਏ, ਹਾਈ ਐਟਮੋਸਫੇਰਿਕ ਪ੍ਰੈਸ਼ਰ ਐਂਡ ਸਿੰਕਿੰਗ ਡਰਾਈ ਹੈ। ਹਾਂਜੀ, ਕਿਆ ਇਹ ਟਰੂ ਹੈ? ਨੋ, ਸਿੰਕਿੰਗ ਡਰਾਈ ਏਅਰ ਤਾਂ ਹੈ ਹੀ ਨਹੀਂ ਉਰੇ। ਸਿੰਕਿੰਗ ਡਰਾਈ ਏਅਰ ਕਿੱਥੇ ਹੈ? ਸਿੰਕਿੰਗ ਡਰਾਈ ਏਅਰ ਤਾਂ ਸਰ 30 ਡਿਗਰੀ ਨਾਰਥ 30 ਡਿਗਰੀ ਸਾਊਥ ਦੇ ਕੋਲ ਹੈ। ਉਰੇ ਤਾਂ ਹਵਾ ਸਗੋਂ ਉੱਤੇ ਉੱਠ ਰਹੀ ਹੈ, ਤਾਂ ਇਹ ਆਪਸ਼ਨ ਹੋ ਗਿਆ ਇਨਕਰੈਕਟ। ਦੈਨ ਹੈਵੀ ਐਂਟੀ ਸਾਈਕਲੋਨਿਕ ਵਿੰਡਸ ਮੂਵਿੰਗ ਕਲੌਕਵਾਈਜ਼। ਐਂਟੀ ਸਾਈਕਲੋਨਿਕ ਵਿੰਡਸ ਕਦੋਂ ਬਣਦੀਆਂ? ਜਦੋਂ ਆਪਾਂ ਗੱਲ ਕਰੀਏ ਜਿਹੜੀ ਤੁਸੀਂ ਦੇਖੋਗੇ ਹਵਾ ਉੱਤੋਂ ਥੱਲੇ ਆਏਗੀ, ਉੱਤੇ ਥੱਲੇ ਆਊਗੀ, ਉਹ ਐਂਟੀ ਸਾਈਕਲੋਨਿਕ ਕੰਡੀਸ਼ਨ ਬਣਾਊਗੀ। ਜਦੋਂ ਹਵਾ ਥੱਲੋਂ ਉੱਤੇ ਉੱਠ ਰਹੀ ਹੈ ਉਹ ਸਾਈਕਲੋਨਿਕ ਕੰਡੀਸ਼ਨ ਹੀ ਬਣਾਉਂਦੀ ਹੈ। ਤਾਂ ਇਹ ਜਿਹੜਾ ਹੈਗਾ ਇਹ ਵੀ ਗਲਤ ਹੋ ਗਿਆ। ਫਿਰ ਸਟਰੋਂਗ ਪੋਲਰ ਫਰੰਟਲ ਫਾਰਮੇਸ਼ਨ। ਪੋਲਰ ਫਰੰਟਲ ਫਾਰਮੇਸ਼ਨ ਦਾ ਬਣਨ ਦਾ ਸਕੋਪ ਹੀ ਨਹੀਂ ਹੈਗਾ। ਪੋਲਰ ਫਰੰਟਸ ਕਿੱਥੇ ਬਣਦੇ? ਪੋਲਰ ਫਰੰਟਸ ਤਾਂ ਤੁਸੀਂ ਦੇਖੋਗੇ ਪੋਲਰ ਏਰੀਆਸ ਦੇ ਵਿੱਚ ਬਣਦੇ, ਸਬ ਪੋਲਰ ਲੋ ਦੇ ਕੋਲ ਬਣਦੇ ਆ, ਦੋ ਕੰਟਰਾਸਟਿੰਗ ਏਅਰ ਮਾਸ ਮਿਲਦੇ ਆ।
ਤਾਂ ਉਹ ਇੱਕ ਸੈਪਰੇਟ ਗੱਲ ਬਣਦੀ ਹੈ, ਉਰੇ ਤਾਂ ਕਿਤੇ ਨਹੀਂ ਬਣਦੀ। ਬੀ ਦੀ ਗੱਲ ਕਰੀਏ, ਕਾਮ ਕੰਡੀਸ਼ਨਸ, ਲੋ ਪ੍ਰੈਸ਼ਰ ਐਂਡ ਰਾਈਜ਼ਿੰਗ 에ਅਰ ਕਰੰਟਸ ਨੀਅਰ ਦੀ ਇਕੁਏਟਰ। ਕਾਮ ਕੰਡੀਸ਼ਨਸ ਹੈ ਜੀ ਉਰੇ। ਜੇ ਤੁਸੀਂ ITCZ ਦੇ ਵਿੱਚ ਬਿਲਕੁਲ ਥੱਲੇ ਬੈਠ ਵੀ ਜਾਓਗੇ, ਯੂ ਵੋਂਟ ਐਕਸਪੀਰੀਅੰਸ ਹੈਵੀ 에ਅਰ ਫਲੋ, ਕਿਉਂਕਿ ਜਿੰਨੀ ਵੀ ਹਵਾ ਆ ਰਹੀ ਹੈ ਉਹ ਤੁਹਾਡੇ ਤੱਕ ਨਹੀਂ ਆ ਪਾਉਗੀ, ਉਹ ਪਹਿਲਾਂ ਹੀ ਉੱਤੇ ਉੱਠਣਾ ਸ਼ੁਰੂ ਹੋ ਜੂਗੀ। ਤਾਂ ਉਰੇ ਤੁਹਾਨੂੰ ਬੜੀ ਕਾਮ ਕੰਡੀਸ਼ਨਸ ਮਿਲੇਗੀ ਐਂਡ ਯੂ ਵਿਲ ਸੀ ਕਿ ਹਾਂ ਉਰੇ ਲੋ ਪ੍ਰੈਸ਼ਰ ਰੀਜਨ ਹੈਗਾ ਐਂਡ 에ਅਰ ਇਜ਼ ਬੀਇੰਗ ਅਪਲਿਫਟਡ ਬਾय the heated part. So B is the right answer. Next, according to Farrell law, हाँ जी थोड़ी देर पहले दस्या सीगा मैं गल कर रहा सीगा about the Coriolis effect. The Coriolis effect ਦੇ ਕੇਸ ਚ which is driven by the Farrell law ਕੀ ਕਹਿੰਦਾ ਹੈ? Winds are deflected to dash in the northern hemisphere and to the dash in the southern hemisphere. northern ਦੇ ਕੇਸ ਚ ਕੀ ਹੁੰਦਾ ਜੀ? Towards right. ਤੇ southern ਦੇ ਕੇਸ ਕੀ ਹੁੰਦਾ ਹੈ? southern ਦੇ ਕੇਸ ਤੁਸੀਂ ਦੇਖੋਗੇ towards left ਹੁੰਦਾ ਹੈ, towards left ਹੁੰਦਾ ਹੈ, right? So right and the left part. Next है जी, which of the following atmospheric circulation cell operates as a thermally indirect cell in the mid latitude 30 to 60 degree north या फिर south? ਕਿਹੜਾ ਸੈੱਲ ਬਣਦਾ 30 to 60 ਡਿਗਰੀ? ਆਪਾਂ ਯਾਦ ਹੈ ਆਪਾਂ ਪ੍ਰੈਸ਼ਰ ਬਿਲਡਸ ਕਵਰ ਕੀਤੀਆਂ ਤੇ ਆਪਾਂ ਤਿੰਨ ਸੈਲਸ ਦੀ ਗੱਲ ਕੀਤੀ ਸੀਗੀ, ਹੈਡਲੀ ਸੈੱਲ, ਫੈਰਲ ਸੈੱਲ ਤੇ ਪੋਲਰ ਸੈੱਲ। ਹੁਣ ਜਿਹੜੇ ਦੋ ਸੈਲਸ ਨੇ, ਹੈਡਲੀ ਸੈੱਲ ਤੇ ਪੋਲਰ ਸੈੱਲ, ਆ ਤਾਂ ਥਰਮਲੀ ਇੰਡਿਊਸਡ ਨੇ ਜੀ। ਇਹ ਤਾਂ ਪ੍ਰੋਪਰ ਟੈਂਪਰੇਚਰ ਕਰਕੇ ਹੀ ਬਣੇ ਆ, ਜੇ ਨਾ ਟੈਂਪਰੇਚਰ ਦੇ ਵਿੱਚ ਫਰਕ ਹੁੰਦਾ ਤਾਂ ਇਹਨਾਂ ਨੇ ਨਹੀਂ ਬਣਨਾ ਸੀ। ਪਰ ਜਿਹੜਾ ਵਿਚਾਰਲਾ ਸੈੱਲ ਹੈ ਵਿਚ ਇਜ਼ ਫੈਰਲ ਸੈੱਲ, ਇਟ ਇਜ਼ ਡਾਇਨਾਮਿਕਲੀ ਇੰਡਿਊਸਡ, ਇਟ ਇਜ਼ ਇਨਡਾਇਰੈਕਟ ਇਨ ਨੇਚਰ। ਇਹ because ਟੈਂਪਰੇਚਰ ਦਾ ਕੰਟਰਾਸਟ ਹੈ ਉਹਦੇ ਕਰਕੇ ਨਹੀਂ ਬਣਿਆ ਹੈਗਾ, ਇਟ ਇਜ਼ ਬਿਕੋਜ਼ ਆਫ ਦਾ ਰੋਟੇਸ਼ਨ ਆਫ ਦੀ ਅਰਥ। ਰੋਟੇਸ਼ਨ ਦੇ ਨਾਲ ਲਿੰਕ ਹੁੰਦਾ ਹੈ ਜੀ ਇਹ, ਤਾਂ ਕਰਕੇ ਇਹਨੂੰ ਆਪਾਂ ਡਾਇਨਾਮਿਕਲ ਇੰਡਿਊਸ ਕਹਿੰਦੇ ਹਾਂ, ਰਾਈਟ? ਜੇ ਅਰਥ ਰੋਟੇਟ ਨਾ ਕਰ ਰਹੀ ਹੁੰਦੀ ਤਾਂ ਤੁਸੀਂ ਦੇਖੋ ਕਿ ਜੇ ਇਹ ਇਕੁਏਟਰ ਹੈ, ਇਕੁਏਟਰ ਤੋਂ ਹਵਾ ਨੇ ਉੱਤੇ ਉੱਠਣਾ ਸੀਗਾ, ਉਹਦੀ ਟੈਂਡੈਂਸੀ ਕੀ ਹੈ? ਉਹਦੀ ਟੈਂਡੈਂਸੀ ਹੈ ਟੂ ਮੂਵ ਟੂਵਰਡਸ ਪੋਲਸ। ਤੇ ਜੇ ਅਰਥ ਰੋਟੇਟ ਨਾ ਕਰਦੀ ਤਾਂ ਉਹਨੇ ਪ੍ਰੋਪਰ ਪੋਲਸ ਕੋਲ ਪਹੁੰਚ ਜਾਣਾ ਸੀਗਾ, ਪਰ ਪੋਲਸ ਕੋਲ ਨਹੀਂ ਪਹੁੰਚ ਪਾਉਂਦੀ। ਉਹਦਾ ਕਾਰਨ ਇਹ ਹੈ ਕਿ ਰਾਹ ਦੇ ਵਿੱਚ ਕੀ ਹੁੰਦਾ ਹੈ, ਰਾਹ ਦੇ ਵਿੱਚ ਕੋਰੀਓਲਿਸ ਇਫੈਕਟ ਵੱਧ ਤੋਂ ਵੱਧ ਲੱਗਣਾ ਸ਼ੁਰੂ ਹੋ ਜਾਂਦਾ ਹੈ ਤੇ ਉਹ ਹਵਾ ਦੀ ਟੈਂਡੈਂਸੀ ਕੁਝ ਇਸ ਤਰੀਕੇ ਨਾਲ ਘੁੰਮਣ ਦੀ ਹੋ ਜਾਂਦੀ ਹੈ, ਟੂਵਰਡਸ ਰਾਈਟ and eventually it cools down and it sinks at 30 degree north, right? So ਇਹ ਜਿਹੜਾ ਪਾਰਟ ਹੈਗਾ, ਇਹ ਜਿਹੜਾ ਪਾਰਟ ਉਰੇ ਐਂਡ ਹੋ ਰਿਹਾ ਹੈ, ਇਹ ਐਂਡ ਹੋ ਰਿਹਾ ਬਿਕੋਜ਼ ਆਫ ਦਾ ਰੋਟੇਸ਼ਨ ਆਫ ਦੀ ਅਰਥ। ਜੇ ਨਹੀਂ ਹੁੰਦੀ ਤਾਂ ਇਹ ਪ੍ਰੋਪਰ ਪੋਲ ਤੱਕ ਜਾਂਦਾ ਤੇ ਪੋਲ ਤੋਂ ਹਵਾ ਥੱਲੇ ਵਾਪਸ ਟੂਵਰਡਸ ਇਕੁਏਟਰ ਆਉਂਦੀ, ਇਹ ਨਹੀਂ ਹੋ ਪਾ ਰਿਹਾ। ਪੋਲ ਤੇ ਕੇਸ ਵਿੱਚ ਤੁਸੀਂ ਦੇਖਦੇ ਹੋ ਕਿ ਇੱਕ ਹਾਈ ਪ੍ਰੈਸ਼ਰ ਬਣਿਆ ਹੁੰਦਾ ਹੈ ਐਟ ਦੀ ਸਰਫੇਸ ਤੇ ਉਹ ਟੂਵਰਡਸ ਇਕੁਏਟਰ ਜਾਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਵੀ ਨਹੀਂ ਜਾ ਪਾਉਂਦਾ। ਯੂ ਵਿਲ ਸੀ ਕਿ ਦੋ ਪਾਸਿਓਂ ਇੱਕ ਪਾਸੇ ਠੰਡਾ 에ਅਰ ਮਾਸ ਤੇ ਦੂਜੇ ਪਾਸੇ ਵਾਰਮਰ 에ਅਰ ਮਾਸ ਆਉਣਾ ਸ਼ੁਰੂ ਹੋ ਜਾਂਦਾ ਹੈ। ਉਹ ਵੀ ਕਿਉਂ ਹੋ ਰਿਹਾ? ਬਿਕੋਜ਼ ਆਫ ਦੀ ਰੋਟੇਸ਼ਨ ਆਫ ਦੀ ਅਰਥ। ਤਾਂ ਜਿਹੜੇ ਦੋ ਸੈੱਲ ਹੈ, ਹੈਡਲੀ ਸੈੱਲ ਤੇ ਪੋਲਰ ਸੈੱਲ ਜਿਹੜਾ ਹੈਗਾ, ਦੇ ਆਰ ਬਿਕੋਜ਼ ਆਫ ਦ ਥਰਮਲ ਪਾਰਟ ਆਫ ਦੀ ਅਰਥ। ਦਿਸ ਸੈਕਿੰਡ ਵਨ, ਮਿਡਲ ਵਨ, ਫੈਰਲ ਜਿਹੜਾ ਹੈਗਾ, ਉਹ ਇਨਡਾਇਰੈਕਟਲੀ ਬਣਦਾ ਹੈ ਜੀ ਐਂਡ ਇਟ ਇਜ਼ ਡਾਇਨਾਮਿਕਲ ਇੰਡਿਊਸਡ। ਸੋ ਫੈਰਲ ਸੈੱਲ ਦੀ ਆਪਾਂ ਗੱਲ ਕਰੀਏ, this is thermally indirect cell mid latitude ਦੇ ਵਿੱਚ 30 ਡਿਗਰੀ north ਤੇ 60 ਡਿਗਰੀ north ਦੇ ਵਿੱਚ ਐਕਟ ਕਰਦਾ ਹੈ। feral cell is the answer, right? 0 to 30 ਕਿਹੜਾ ਐਕਟ ਕਰਦਾ ਹੈ? 0 to 30 ਐਕਟ ਕਰਦਾ ਹੈ ਹੈਡਲੀ ਸੈੱਲ। 30 to 60 ਕਿਹੜਾ ਐਕਟ ਕਰਦਾ ਹੈ? ਇਹ ਕਰਦਾ ਜੀ feral cell। ਤੇ 60 ਤੋਂ ਬਾਹਰ ਉਹ ਕਿਹੜਾ ਕਰਦਾ ਹੈ? ਉਹ ਕਰਦਾ ਪੋਲਰ ਸੈੱਲ। ਵੋਕਰ ਸੈੱਲ ਦੀ ਗੱਲ ਕਰੀਏ ਤਾਂ ਵੋਕਰ ਸੈੱਲ ਤੱਕ ਸਰਕੂਲੇਸ਼ਨ ਹੈ, ਇਹ ਤਾਂ ਸਰਫੇਸ ਤੇ ਹੋਣ ਵਾਲੀ ਸਰਕੂਲੇਸ਼ਨ ਹੈ, ਰਾਈਟ? ਇਹ ਜਿਵੇਂ ਆਪਾਂ ਐਲੀਨੋ ਦੀ ਗੱਲ ਕਰਦੇ ਹਾਂ, ਆਪਾਂ ਲਾ ਨੀਨਾ ਦੀ ਗੱਲ ਕਰਦੇ ਹਾਂ, ਉਹ ਵੋਕਰ ਸੈੱਲ ਨੂੰ ਫੋਲੋ ਕਰਦੇ ਆ। ਉਹਦਾ ਰਾਈਜ਼ਿੰਗ ਲਿੰਬ, ਉਹਦਾ ਡਿਸੈਂਡਿੰਗ ਲਿੰਬ, ਰਾਈਜ਼ਿੰਗ ਲਿੰਬ, ਡਿਸੈਂਡਿੰਗ ਲਿੰਬ, ਉਹ ਵੋਕਰ ਸੈੱਲ ਸਰਕੂਲੇਸ਼ਨ ਹੈ। ਪਰ ਉਹਦਾ ਐਟਮੋਸਫੇਅਰ, ਹਾਇਰ ਐਂਡ ਦੀ ਐਟਮੋਸਫੇਅਰ ਨਾਲ ਕੋਈ ਸੰਬੰਧ ਨਹੀਂ ਹੈਗਾ। ਤਾਂ ਫੈਰਲ ਸੈੱਲ ਇਜ਼ ਦੀ ਰਾਈਟ ਆਂਸਰ। ਨੈਕਸਟ ਹੈ ਜੀ, local winds that blow from the sea towards the land during daytime due to differential heatings are called। ਹੁਣ ਜਦੋਂ ਪਹਿਲਾਂ ਮੈਂ ਵਿੰਡ ਬਾਰੇ ਦੱਸ ਰਿਹਾ ਸੀਗਾ, ਵਿੰਡ ਦੀ ਜਿਹੜੀ ਡਾਇਰੈਕਸ਼ਨ ਹੁੰਦੀ ਹੈ ਉਹ ਕਿਹਦੇ ਨਾਲ ਲਿੰਕ ਹੁੰਦੀ ਹੈ? ਫਰੋਮ ਇਟਸ origin। ਵਿੰਡ ਦਾ ਜਿਹੜਾ ਨਾਮ ਹੈਗਾ ਉਹ ਉਹਦੇ origin ਨਾਲ ਲਿੰਕ ਹੁੰਦਾ ਹੈ। ਤਾਂ ਜਦੋਂ ਆਪਾਂ ਗੱਲ ਕਰ ਰਹੇ ਹਾਂ ਲੋਕਲ ਵਿੰਡ ਦੀ, ਤੇ ਆਪਾਂ ਗੱਲ ਕਰ ਰਹੇ ਹਾਂ ਕਿ that is blowing from sea toward the land during the daytime। ਸੀ ਤੋਂ ਲੈਂਡ ਵੱਲ ਜਾ ਰਹੀ ਹੈ, ਸਮੁੰਦਰ ਤੋਂ
ਲੈਂਡ ਵੱਲ ਜਾ ਰਹੀ ਹੈ, ਉਹ ਵਿੰਡ ਦਾ ਨਾਂ ਕੀ ਹੋਊਗਾ, ਬਰੀਜ਼ ਦਾ ਨਾਂ ਕੀ ਹੋਊਗਾ। ਯਾਨੀ ਕਿ ਸੀ ਤੋਂ ਆ ਰਹੀ ਹੈ, ਜੇ ਸੀ ਤੋਂ ਆ ਰਹੀ ਹੈ ਤਾਂ ਆਪਾਂ ਨੂੰ ਕੀ ਕਹਾਂਗੇ, ਜੇ ਸੀ ਤੋਂ ਆ ਰਹੀ ਹੈ ਤਾਂ ਆਪਾਂ ਨੂੰ ਕਹਾਂਗੇ ਸੀ ਬਰੀਜ਼। ਹੁਣ ਆਂਦੀ ਕਿਉਂ ਹੈ, ਉਹ ਆਂਦੀ ਇਸ ਲਈ ਹੈ ਕਿ ਗਰਮੀਆਂ ਦੇ ਵਿੱਚ ਕੀ ਹੁੰਦਾ ਹੈ, ਦਿਨੇ ਕੀ ਹੁੰਦਾ ਹੈ, ਉਰੇ ਵਾਟਰ ਹੈ, ਉਰੇ ਲੈਂਡ ਹੈ। ਲੈਂਡ ਦੀ ਜਿਹੜੀ ਸਪੈਸੀਫਿਕ ਹੀਟ ਕੈਪੈਸਿਟੀ ਹੈਗੀ ਹੈ ਉਹ ਦੋਸਤੋ ਕੀ ਹੈ, ਉਹ ਹੈ ਘੱਟ, ਲੋ। ਇਹਦੀ ਵਾਟਰ ਦੀ ਹੈਗੀ ਹੈ ਹਾਈ। ਤਾਂ ਦਿਨ ਦੀ ਗੱਲ ਕਰਾਂ ਤਾਂ ਇਹਦਾ ਟੈਂਪਰੇਚਰ ਹੈਗਾ ਸੌਖਾ ਜਿਹਾ ਵੱਧਦਾ ਨਹੀਂ ਹੈਗਾ, ਪਰ ਇਹਦਾ ਟੈਂਪਰੇਚਰ ਬਹੁਤ ਛੇਤੀ ਵਧਣਾ ਸ਼ੁਰੂ ਹੋ ਜਾਂਦਾ। ਟੈਂਪਰੇਚਰ ਵਧਣਾ ਸ਼ੁਰੂ ਹੋ ਗਿਆ ਤਾਂ ਜਿਹੜੀ ਹਵਾ ਉਰੇ ਜ਼ਮੀਨ ਤੇ ਹੈਗੀ ਹੈ ਇਹ ਉੱਤੇ ਉੱਠਣਾ ਸ਼ੁਰੂ ਹੋ ਜਾਂਦੀ ਹੈ। ਇਹ ਉੱਤੇ ਉੱਠਣਾ ਸ਼ੁਰੂ ਹੋ ਜੂਗੀ ਤਾਂ ਸਮੁੰਦਰ ਤੋਂ ਹਵਾ ਆਣੀ ਸ਼ੁਰੂ ਹੋ ਗਈ ਇਹਨੂੰ ਭਰਨ ਵਾਸਤੇ। ਤਾਂ ਜਿਹੜੀ ਸਮੁੰਦਰੋਂ ਹਵਾ ਆ ਰਹੀ ਹੈ ਉਸੇ ਨੂੰ ਆਪਾਂ ਕੀ ਕਹਿ ਰਹੇ ਹਾਂ, ਉਸੇ ਨੂੰ ਆਪਾਂ ਕਹਿ ਰਹੇ ਹਾਂ ਸੀ ਬਰੀਜ਼। ਤੇ ਜਦੋਂ ਰਾਤ ਦਾ ਵੇਲਾ ਹੁੰਦਾ ਤਾਂ ਡਾਇਰੈਕਸ਼ਨ ਉਲਟੀ ਹੋ ਜਾਂਦੀ ਹੈ, ਜ਼ਮੀਨ ਛੇਤੀ ਠੰਡੀ ਹੋ ਜਾਂਦੀ ਹੈ, ਸਮੁੰਦਰ ਛੇਤੀ ਠੰਡਾ ਨਹੀਂ ਹੁੰਦਾ ਹੈਗਾ। ਤਾਂ ਇੱਥੇ ਤੁਸੀਂ ਦੇਖੋਗੇ ਇੱਥੇ ਹਾਈ ਪ੍ਰੈਸ਼ਰ ਬਣ ਜਾਂਦਾ, ਇੱਥੇ ਉਹਨਾਂ ਹਾਈ ਪ੍ਰੈਸ਼ਰ ਨਹੀਂ ਬਣਦਾ ਤੇ ਹਵਾ ਕੁਝ ਇਸ ਤਰੀਕੇ ਨਾਲ ਚੱਲਣਾ ਸ਼ੁਰੂ ਹੋ ਜਾਂਦੀ। ਸੋ ਉਹ ਲੈਂਡ ਬਰੀਜ਼ ਦਾ ਕੇਸ ਬਣਦਾ ਰਾਤ ਦਾ। ਸੋ ਸੀ ਬਰੀਜ਼ ਇਜ਼ ਦੀ ਰਾਈਟ ਆਂਸਰ। ਜਦੋਂ ਆਪਾਂ ਗੱਲ ਕਰਦੇ ਹਾਂ ਵੈਲੀ ਬਰੀਜ਼ ਤੇ ਮਾਊਂਟੇਨ ਬਰੀਜ਼ ਦੀ ਗੱਲ ਕਰੀਏ ਤਾਂ ਉਰੇ ਵੀ ਤੁਸੀਂ ਦੇਖੋਗੇ ਮਾਊਂਟੇਨਸ ਦੀ ਕੇਸ 'ਚ ਆਪਾਂ ਗੱਲ ਕਰਦੇ ਹਾਂ ਕੁਝ ਇਸ ਤਰੀਕੇ ਨਾਲ। ਦਿਨੇ ਕੀ ਹੋਊਗਾ, ਦਿਨੇ ਯੂ ਵਿਲ ਸੀ ਕਿ ਇਹ ਜਿਹੜੀ ਸਲੋਪਸ ਨੇ, ਆਹ ਜਿਹੜੀ ਸਲੋਪਸ ਨੇ ਮਾਊਂਟੇਨ ਵੈਲੀਜ਼ ਦੀ, ਉਰੇ ਜ਼ਿਆਦਾ ਸਨਲਾਈਟ ਪਊਗੀ ਐਸ ਕੰਪੇਅਰ ਟੂ ਦਿਸ ਵੈਲੀ ਵਾਲਾ ਰੀਜਨ। ਜੇ ਜ਼ਿਆਦਾ ਸਨਲਾਈਟ ਪੈ ਰਹੀ ਹੈ ਤਾਂ ਤੁਸੀਂ ਦੇਖੋਗੇ ਕਿ ਇੱਥੇ ਜਿਹੜੀ ਹਵਾ ਹੈ ਉਹ ਵੀ ਗਰਮ ਹੋਊਗੀ ਤੇ ਉੱਤੇ ਉੱਠਣ ਦੀ ਕੋਸ਼ਿਸ਼ ਕਰੂਗੀ, ਉਰੇ ਲੋ ਪ੍ਰੈਸ਼ਰ ਬਣਾਉਗੀ ਦੋਵੇਂ ਪਾਸੇ, ਤੇ ਇਹ ਲੋ ਪ੍ਰੈਸ਼ਰ ਨੂੰ ਭਰਨ ਵਾਸਤੇ ਹਵਾ ਥੱਲਿਓਂ ਉੱਤੇ ਜਾਣ ਦੀ ਕੋਸ਼ਿਸ਼ ਕਰੂਗੀ, ਤੇ ਥੱਲਿਓਂ ਉੱਤੋਂ ਜਾ ਰਹੀ ਹੈ ਮਤਲਬ ਵੈਲੀ ਤੋਂ ਮਾਊਂਟੇਨ ਵੱਲ ਨੂੰ ਜਾ ਰਹੀ ਹੈ ਤਾਂ ਆਪਾਂ ਇਹਨੂੰ ਕੀ ਕਹਾਂਗੇ, ਆਪਾਂ ਇਹਨੂੰ ਕਹਾਂਗੇ ਵੈਲੀ ਬਰੀਜ਼। ਵੈਲੀ ਬਰੀਜ਼ ਕਦੋਂ ਚੱਲਦੀ ਹੈ ਜੀ, ਇਹ ਡੇ ਟਾਈਮ ਤੇ ਚੱਲਦੀ ਹੈ। ਮਾਊਂਟੇਨ ਬਰੀਜ਼ ਉਲਟਾ ਕੇਸ ਕਰ ਲਓ, ਇਹ ਰਾਤ ਦੇ ਵੇਲੇ ਕਰੂਗੀ। ਰਾਤ ਦੇ ਵੇਲੇ ਕੀ ਹੋਊਗਾ, ਰਾਤ ਦੇ ਵੇਲੇ ਆਹ ਜਿਹੜਾ ਪਾਰਟ ਹੈਗਾ, ਇਹ ਜਿਹੜਾ ਪਾਰਟ ਹੈਗਾ ਸਲੋਪਸ ਦਾ ਜਿਹੜਾ ਪਾਰਟ ਹੈਗਾ, ਇਟ ਵਿਲ ਲੂਜ਼ ਇਟਸ ਹੀਟ ਰੈਪਿਡਲੀ। ਕਿਉਂ, ਕਿਉਂਕਿ ਸਰਫੇਸ ਜ਼ਿਆਦਾ ਹੈ, ਰੇਡੀਏਸ਼ਨ ਫਟਾਫਟ ਬਾਹਰ ਜਾਊਗੀ ਦੋਹਾਂ ਪਾਸੇ, ਤੇ ਆਹ ਜਿਹੜਾ ਪਾਰਟ ਹੈ ਇਹ ਠੰਡਾ ਹੋਣਾ ਸ਼ੁਰੂ ਹੋ ਜਾਊਗਾ। ਦ ਮੂਮੈਂਟ ਇਟ ਗੈਟਸ ਕੋਲਡਰ ਇਟ ਗੈਟਸ ਹੈਵੀਅਰ, ਤੇ ਜਿਹੜੀ ਹਵਾ ਹੈਗੀ ਅੰਡਰ ਦ ਇਨਫਲੂਐਂਸ ਆਫ ਗ੍ਰੈਵਿਟੀ ਬਹੁਤ ਛੇਤੀ ਬਹੁਤ ਤੇਜ਼ੀ ਨਾਲ ਥੱਲੇ ਜਾਣ ਦੀ ਕੋਸ਼ਿਸ਼ ਕਰੂਗੀ। ਤੇ ਇਹ ਇਸ ਤਰੀਕੇ ਨਾਲ ਜਾ ਰਹੀ ਹੈ, ਮਾਊਂਟੇਨ ਤੋਂ ਥੱਲੇ ਜਾ ਰਹੀ ਹੈ, ਮਤਲਬ ਮਾਊਂਟੇਨ ਬਰੀਜ਼, ਰਾਈਟ। ਚਲਿਏ ਨੈਕਸਟ ਆਪਾਂ ਅੱਗੇ ਵਧਦੇ ਹਾਂ। ਹਾਂਜੀ, ਹੁਣ ਆਪਾਂ ਗੱਲ ਕਰਦੇ ਹਾਂ which is linked to the extratropical cyclones. Extratropical cyclones ਦੇ case they are frontal in origin, मतलब ਦੋ contrasting air mass ਚਾਹੀਦੇ ਹੈ, ਉਹਨਾਂ ਦੇ ਮਿਲਣ ਨਾਲ ਹੀ ਇੱਕ extra tropical cyclone ਬਣੂਗਾ। ਬੇਸਿਕ ਫੰਡਾਮੈਂਟਲ ਡਿਫਰੈਂਸ ਹੁੰਦਾ ਬਿਟਵੀਨ ਟ੍ਰੋਪੀਕਲ ਐਂਡ ਐਕਸਟਰਾ ਟ੍ਰੋਪੀਕਲ ਸਾਈਕਲੋਨ। ਟ੍ਰੋਪੀਕਲ ਦੇ ਕੇਸ ਤੁਸੀਂ ਦੇਖਦੇ ਹੋ ਕਿ ਉਹ ਟ੍ਰੋਪੀਕਲ ਰੀਜਨਸ ਦੇ ਵਿੱਚ ਸਥਿਤ ਹੁੰਦਾ ਹੈ। ਦੇ ਡੋਂਟ ਯੂਜੂਅਲੀ ਗੋ ਬਿਯੋਂਡ 30 ਡਿਗਰੀ ਨਾਰਥ ਐਂਡ 30 ਡਿਗਰੀ ਸਾਊਥ। 0 ਡਿਗਰੀ ਤੇ ਨਹੀਂ ਪਾਏ ਜਾਂਦੇ ਕਿਉਂਕਿ ਕੋਰਿਓਲਿਸ ਇਫੈਕਟ 0 ਹੁੰਦਾ। ਪਰ ਟ੍ਰੋਪੀਕਲ ਸਾਈਕਲੋਨ ਨੂੰ ਬਣਾਉਣ ਵਾਸਤੇ ਕੁਝ ਐਸੈਂਸ਼ੀਅਲ ਕੰਡੀਸ਼ਨ ਚਾਹੀਦੀ ਹੁੰਦੀਆਂ। ਪਹਿਲਾ ਹੈ ਕਿ ਤੁਹਾਨੂੰ ਇੱਕ ਵਾਰਮ ਸੀ ਸਰਫੇਸ ਟੈਂਪਰੇਚਰ ਚਾਹੀਦਾ, ਉੱਤੇ 27 ਡਿਗਰੀ ਦੇ ਆਸ-ਪਾਸ ਤੁਹਾਨੂੰ ਟੈਂਪਰੇਚਰ ਚਾਹੀਦਾ, ਉਹ ਹੀ ਕੰਡਿਊਸਿਵ ਕੰਡੀਸ਼ਨ ਬਣਦਾ। ਫਿਰ ਵਰਟੀਕਲ ਵਿੰਡ ਸ਼ੇਅਰ, ਜਿਹੜੀ ਹੌਰੀਜ਼ੌਂਟਲ ਵਿੰਡ ਚੱਲ ਰਹੀ ਹੈ ਉਹ ਲਗਭਗ 0 ਹੋਣੀ ਚਾਹੀਦੀ ਹੈ। ਇਹ ਕੰਡੀਸ਼ਨਸ ਬਣਦੀਆਂ ਟ੍ਰੋਪੀਕਲ ਦੀ, ਐਂਡ ਦੇ ਆਰ ਟ੍ਰੋਪੀਕਲ ਸਾਈਕਲੋਨ, ਦੇ ਆਰ ਥਰਮਲ ਇਨ ਓਰੀਜਨ, ਟੈਂਪਰੇਚਰ ਨਾਲ ਸੰਬੰਧ ਹੈ ਜਿਹਦਾ। ਜਦੋਂ ਆਪਾਂ ਇਹਦੀ ਗੱਲ ਕਰੀਏ ਐਕਸਟਰਾ ਟ੍ਰੋਪੀਕਲ ਦੀ, ਦੇ ਆਰ ਡਾਇਨਾਮਿਕ ਇਨ ਓਰੀਜਨ, ਇਹਨਾਂ ਦਾ ਟੈਂਪਰੇਚਰ ਨਾਲ ਸੰਬੰਧ ਸਿੱਧਾ ਨਹੀਂ ਬੈਠ ਜਾਏਗਾ। ਇਹ ਬਣਦਾ ਉਦੋਂ ਹੈ ਜਦੋਂ ਕੰਟਰਾਸਟਿੰਗ 에ਅਰ ਮਾਸ, ਇੱਕ ਵਾਰਮਰ 에ਅਰ ਮਾਸ ਤੇ ਇੱਕ ਕੋਲਡਰ 에ਅਰ ਮਾਸ, ਆ ਦੋ 에ਅਰ ਮਾਸ ਮਿਲਦੇ ਹੈ ਤੇ ਇੱਕ ਫਰੰਟ ਬਣਦਾ ਹੈ। ਹੁਣ ਫਰੰਟ ਦਾ ਨਾਂ ਕੀ ਪੈਂਦਾ, ਫਰੰਟ ਦਾ ਨਾਂ ਇਸ ਤਰੀਕੇ ਨਾਲ ਪੈਂਦਾ, ਜੇ ਕੋਲਡਰ ਫਰੰਟ ਜੇ ਆਪਾਂ ਗੱਲ ਕਰੀਏ, ਜਿਹੜਾ ਕੋਲਡਰ 에ਅਰ ਮਾਸ ਹੈ ਜੋ ਸੱਜਾ ਹੱਥ ਹੈ ਮੇਰਾ, ਇਟ ਇਜ਼ ਪੁਸ਼ਿੰਗ ਅਗੇਂਸਟ ਦੀ ਵਾਰਮਰ 에ਅਰ ਮਾਸ। ਇਹ ਵਾਰਮਰ 에ਅਰ ਮਾਸ ਦੇ ਅਗੇਂਸਟ ਜਾਣ ਦੀ ਕੋਸ਼ਿਸ਼ ਕਰ ਰਿਹਾ, ਤਾਂ ਜਿਹੜਾ ਫਰੰਟ ਬਣੂਗਾ ਉਹਨੂੰ ਆਪਾਂ ਕੋਲਡਰ ਫਰੰਟ ਕਹਾਂਗੇ। ਜੇ ਵਾਰਮਰ 에ਅਰ ਮਾਸ ਜਿਹੜਾ ਹੈਗਾ ਇਟ ਇਜ਼ ਪੁਸ਼ਿੰਗ ਅਗੇਂਸਟ ਦੀ ਕੋਲਡਰ ਫਰੰਟ, ਤਾਂ ਆਪਾਂ ਕਹਾਂਗੇ ਇਹ ਵਾਰਮ ਫਰੰਟ ਹੈ, ਰਾਈਟ। ਤਾਂ ਇਹ ਫਰੰਟ ਬਣ ਰਹੇ। ਜਦੋਂ ਆਪਾਂ ਗੱਲ ਕਰਦੇ ਹਾਂ ਕਿ ਐਕਲੂਡਡ ਫਰੰਟ ਦੀ ਗੱਲ, ਐਕਲੂਡਡ ਫਰੰਟ ਉਦੋਂ ਬਣਦਾ ਹੈ ਵੈਨ ਕੋਲਡਰ 에ਅਰ ਮਾਸ ਇਟ ਇਜ਼ ਰੋਟੇਟਿੰਗ, ਤੇ ਉਹਨੇ ਵਾਰਮਰ 에ਅਰ ਮਾਸ ਨੂੰ ਉੱਤੇ ਅਪਲਿਫਟ ਕਰਤਾ, ਤਾਂ ਉੱਤੇ ਚੱਕਤਾ, ਤਾਂ ਹੁਣ ਸਿਰਫ ਥੱਲੇ ਕੋਲਡਰ 에ਅਰ ਮਾਸ ਰਹਿ ਚੁੱਕਿਆ, ਵਾਰਮਰ 에ਅਰ ਮਾਸ ਬਿਲਕੁਲ ਉੱਤੇ ਜਾ ਚੁੱਕਿਆ। ਹੁਣ ਇਹ ਐਕਲੂਡਡ ਫਰੰਟ ਦਾ ਜਿਹੜਾ ਕੇਸ ਬਣਦਾ ਹੈ, ਇਟ ਇੰਡੀਕੇਟਸ ਦੀ ਡੈਥ ਆਫ ਦੀ ਐਕਸਟਰਾ ਟ੍ਰੋਪੀਕਲ ਸਾਈਕਲੋਨ। ਸਿੱਧਾ ਸਵਾਲ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਡੈਥ ਆਫ ਟ੍ਰੋਪੀਕਲ ਸਾਈਕਲੋਨ ਜਿਹੜੀ ਹੈਗੀ ਹੈ ਉਹ ਕਿਹੜੇ ਫਰੰਟ ਨਾਲ ਲਿੰਕਡ ਹੈ,
ਆਨਸਰ ਵੁੱਡ ਬੀ ਓਕਲੂਡਡ ਫਰੰਟ। ਜੇ ਪੁੱਛਿਆ ਜਾਂਦਾ ਹੈ ਕਿ ਐਕਸਟਰਾ ਟ੍ਰੋਪਿਕਲ ਸਾਈਕਲੋਨ ਹੈ ਉਹ ਫਰੰਟਲ ਇਨ origin ਹੈ, the answer is yes, ਬਗੈਰ ਫਰੰਟ ਤੋਂ ਉਹ ਨਹੀਂ ਬਣ ਸਕਦਾ। ਯੂ ਨੀਡ ਈਦਰ ਅ ਵਾਰਮ ਫਰੰਟ ਔਰ ਕੋਲਡ ਫਰੰਟ, ਉਹਦੇ ਥਰੂ ਹੀ ਐਕਸਟਰਾ ਟ੍ਰੋਪਿਕਲ ਸਾਈਕਲੋਨ ਬਣੂਗਾ। ਦ ਮੂਮੈਂਟ ਥੀਸ ਟੂ 에ਅਰ ਮਾਸਸ ਸਟਾਰਟ ਟੂ ਇੰਟਰੈਕਟ, ਵਾਰਮਰ 에ਅਰ ਮਾਸ ਜਿਹੜਾ ਹੈਗਾ ਉਹ ਉੱਤੇ ਉੱਠਣ ਦੀ ਕੋਸ਼ਿਸ਼ ਕਰੂਗਾ। ਜੇ ਉੱਤੇ ਉੱਠ ਰਿਹਾ ਤਾਂ ਮਤਲਬ ਸਰਫੇਸ ਤੇ ਲੋ ਪ੍ਰੈਸ਼ਰ ਬਣ ਰਿਹਾ, ਤਾਂ ਇਵੈਂਚੁਅਲੀ ਸਰਾਊਂਡਿੰਗ 에ਅਰ ਜਿਹੜੀ ਹੈਗੀ ਹੈ ਉਹ ਇਹਨੂੰ ਭਰਨ ਦੀ ਕੋਸ਼ਿਸ਼ ਕਰਨਗੇ। ਤਾਂ ਇਹ ਸਾਈਕਲ ਚੱਲਦਾ ਰਹੂਗਾ। ਇਵੈਂਚੁਅਲੀ ਜੇ ਸਾਰਾ ਵਾਰਮਰ 에ਅਰ ਮਾਸ ਉੱਤੇ ਲਿਫਟ ਹੋ ਜਾਂਦਾ ਤਾਂ ਫਿਰ ਥੱਲੇ ਸਿਰਫ ਕੋਲਡਰ 에ਅਰ ਮਾਸ ਬਚਦਾ। ਜੇ ਸਿਰਫ ਥੱਲੇ ਕੋਲਡਰ 에ਅਰ ਮਾਸ ਬਚਦਾ ਤਾਂ ਮਤਲਬ ਹੁਣ ਦੋ ਫਰੰਟ ਦੀ ਜਿਹੜੀ ਕੈਟਾਗਰੀ ਸੀ ਉਹ ਡਿਫੀਟ ਹੋ ਜਾਂਦੀ ਹੈ, ਐਂਡ ਇਟ ਇੰਡੀਕੇਟਸ ਦ ਡੈਥ ਆਫ extra tropical cyclone. So when a fast moving cold air mass runs into warmer air mass, fast moving cold air mass ਦੀ ਗੱਲ ਹੋ ਰਹੀ ਹੈ, it is running against the warmer air mass, ਤਾਂ ਉਹਨੂੰ ਆਪਾਂ ਕੀ ਕਹਾਂਗੇ, ਉਹਨੂੰ ਆਪਾਂ ਕੀ ਕਹਾਂਗੇ, cold front ਕਹਾਂਗੇ ਦੋਸਤੋ, ਰਾਈਟ। ਜੇ ਉਲਟਾ ਕਰਨੇ ਆਪਾਂ warmer air mass is running into colder air mass ਤਾਂ ਆਪਾਂ ਕਹਾਂਗੇ ਉਰੇ warm front। नेक्स्ट है जी एक्स्ट्रा ट्रॉपिकल और टेम्परेट साइक्लोन डिफर फ्रॉम ट्रॉपिकल साइक्लोन्स बिकॉज टेम्परेट साइक्लोन्स की करते हैं आर एंटायरली फ्रंटो जियोग्राफिकल इन ओरिजिन फॉर्मिंग अलोंग द पोलर फ्रंट्स। हमने थोड़ा दस्या कि फ्रंट्स दे थ्रू ही बनते हैं, बगैर फ्रंट तो ये नहीं बन सकते, राइट। सो आ देखो ऑप्शन ए जिहड़ा हैगा आर ड्रिवन बाय लेटेंट हीट ऑफ कंडेंसेशन ओवर वार्म ओशियंस, आता ट्रॉपिकल साइक्लोन का केस बनता है। फिर आई की गल करिए फॉर्म क्लीयर काम आइज इन द कोर सेंटर्स, यह भी ट्रॉपिकल साइक्लोन का फीचर है जी। फिर गल करिए मूव स्ट्रिक्टली फ्रॉम ईस्ट टू वेस्ट फॉलोइंग द ट्रेड विंड्स, ईस्ट टू वेस्ट की गल हो रही है, ईस्ट टू वेस्ट। जेडे ट्रॉपिकल साइक्लोन होने हैं दे यूजुअली मूव ईस्ट टू वेस्ट, क्यों, अंडर द इन्फ्लुएंस ऑफ प्लैनेटरी विंड्स या फिर ईस्टर्लीज, क्योंकि ट्रॉपिक्स ਦੇ ਵਿੱਚ ਈਸਟਰਲੀਜ਼ ਕੁਝ ਇਸ ਤਰੀਕੇ ਨਾਲ ਮੂਵ ਕਰ ਰਹੀਆਂ ਤੇ ਦੇ ਆਰ ਮੂਵਿੰਗ ਅੰਡਰ ਦ ਇਨਫਲੂਐਂਸ ਆਫ ਈਸਟਰਲੀਜ਼। ਜਦੋਂ ਆਪਾਂ ਫਰੰਟਸ ਦੀ ਗੱਲ ਕਰਦੇ ਹਾਂ, ਆਪਾਂ ਟੈਂਪਰੇਟ ਸਾਈਕਲੋਨ ਦੀ ਗੱਲ ਕਰਦੇ ਹਾਂ, ਯੂਜੂਅਲੀ ਦੇ ਆਰ ਮੂਵਿੰਗ ਅੰਡਰ ਦ ਇਨਫਲੂਐਂਸ ਆਫ ਵੈਸਟਰਲੀਜ਼। क्लियर है जी, चलो नेक्स्ट। हाँ जी, द परसेंटेज रेशियो ऑफ एक्चुअल वाटर वेपर प्रेजेंट इन द एयर टू द टोटल मॉइस्चर ऑफ एयर कैन होल्ड एट द टेम्परेचर इज कॉल्ड व्हाट। की कहा जाता है कि किन्ना एक टाइम ते रेशियो की गल हो रही है अपनी, एक्चुअल वाटर वेपर प्रेजेंट इन द एयर टू द टोटल मॉइस्चर द एयर कैन होल्ड, कि एक समय ते किन्ना पानी एक एयर पार्सल दे विच मॉइस्चर फॉर्म दे विच मौजूद हैगा फिलहाल दी घड़ी विच, ते वो किन्ना इस पर्टिकुलर टाइम ते इस पर्टिकुलर टेंपरेचर ते किन्ना होल्ड करके रख सकती है। ਇਹਦੇ ਜਿਹੜੀ ਰੇਸ਼ੀਓ ਹੈਗੀ ਇਹਨੂੰ ਕੀ ਕਿਹਾ ਜਾਂਦਾ ਹੈ, ਇਹਦੀ ਰੇਸ਼ੀਓ ਨੂੰ ਕੀ ਕਿਹਾ ਜਾਂਦਾ ਹੈ, ਐਬਸੋਲੂਟ ਹਿਊਮਿਡਿਟੀ, ਸਪੈਸਿਫਿਕ ਹਿਊਮਿਡਿਟੀ, ਫਿਰ ਰਿਲੇਟਿਵ ਹਿਊਮਿਡਿਟੀ ਜਾਂ ਫਿਰ ਡਿਊ ਪੁਆਇੰਟ ਟੈਂਪਰੇਚਰ। ਜਦੋਂ ਆਪਾਂ ਗੱਲ ਕਰਦੇ ਹਾਂ ਐਬਸੋਲੂਟ ਹਿਊਮਿਡਿਟੀ ਦੀ, ਔਰ ਮੈਂ ਸਿੰਪਲ ਗੱਲ ਕਰ ਰਿਹਾ, ਔਰ ਮੈਂ ਉਹਦੀ ਕੈਪੈਸਿਟੀ ਦੀ ਗੱਲ ਹੀ ਨਹੀਂ ਕਰ ਰਿਹਾ, ਔਰ ਮੈਂ ਉਹਦੀ ਕੈਪੈਸਿਟੀ ਦੀ ਗੱਲ ਹੀ ਨਹੀਂ ਕਰ ਰਿਹਾ, ਮੈਂ ਸਿਰਫ ਇਹਨਾਂ ਦੇਖ ਰਿਹਾ ਕਿ ਕਿੰਨਾ ਪਾਣੀ ਵੇਪਰ ਫਾਰਮ ਦੇ ਵਿੱਚ ਇਸ ਪਾਰਟਿਕੂਲਰ एयर ਦੇ ਵਿੱਚ ਮੌਜੂਦ ਹੈ, ਬਸ ਹੋਰ ਕੁਝ ਨਹੀਂ ਕਰ ਰਿਹਾ। ਐਬਸੋਲੂਟ ਟਰਮਸ ਦੇ ਵਿੱਚ ਗੱਲ ਕਰ ਰਿਹਾ ਮੈਂ ਇਹ ਨਹੀਂ ਦੇਖ ਰਿਹਾ ਕਿ ਇਹ ਕਿੰਨਾ ਹੋਲਡ ਕਰ ਸਕਦੀ ਹੈ ਕਿੰਨਾ ਨਹੀਂ ਕਰ ਸਕਦੀ, ਉਹਦੀ ਗੱਲ ਹੀ ਨਹੀਂ ਕਰ ਰਿਹਾ, ਮੈਂ ਸਿਰਫ ਇੰਨੀ ਗੱਲ ਕਰ ਰਿਹਾ ਕਿ ਕਿੰਨਾ ਪਾਣੀ ਫਿਲਹਾਲ ਦੀ ਘੜੀ ਵਿੱਚ ਇਸ ਪਾਰਟਿਕੂਲਰ 에ਅਰ ਪਾਰਸਲ ਵਿੱਚ ਪ੍ਰੈਜ਼ੈਂਟ ਹੈ, ਬਸ। ਦੂਜੀ ਦੀ ਗੱਲ ਕਰੀਏ ਸਪੈਸਿਫਿਕ ਹਿਊਮਿਡਿਟੀ, ਸਪੈਸਿਫਿਕ ਹਿਊਮਿਡਿਟੀ ਦੀ ਗੱਲ ਕਰੀਏ ਤਾਂ ਉਰੇ ਮੈਂ ਗੱਲ ਕਰੂੰਗਾ ਕਿ ਕਿੰਨਾ ਵਾਟਰ ਉਸ 에ਅਰ ਦੇ ਵਿੱਚ ਮੌਜੂਦ ਹੈ ਡਿਵਾਈਡਡ ਬਾय वाटर प्लस एयर का जो बाकी का मास है वो कितना है, उरे मैं ग्राम्स की गल कर रहा, स्पैसिफिक ह्यूमिडिटी की गल हो रही है और प्रॉपर ग्राम्स के गल करना। जब मैं उरे गल करना रिलेटिव ह्यूमिडिटी की गल करता, रिलेटिव ह्यूमिडिटी के इट्स एन इंपॉर्टेंट कंसैप्ट, तो यह ही यूज होता है अक्रॉस दी मेटेरोलॉजिकल डिपार्टमेंट्स टू प्रिडिक्ट वैदर रेन होने वाली है नहीं होने वाली, कदों होगी कदों नहीं होगी, वो सारी चीज़ां रिलेटिव ह्यूमिडिटी नाल लिंक होंदी है। रिलेटिव ह्यूमिडिटी की कहती है कि आपां उरे की स्टडी करना है कि एयर कोल किन्ना मॉइस्चर हैगा फिलहाल दी घड़ी विच एट अ गिवन टेंपरेचर। जे टेंपरेचर चेंज हो जाऊगा तो उहदे नाल उहदी मॉइस्चर होल्डिंग कैपेसिटी भी चेंज हो जाऊगी, वर्सिस किन्ना वो मैक्सिमम टेंपरेचर इस मैक्सिमम टेंपरेचर ते होल्ड कर सकती है। जे रिलेटिव ह्यूमिडिटी 80% है, इसका मतलब ये है
ਕਿ ਇਸ ਪਾਰਟਿਕੂਲਰ ਟੈਂਪਰੇਚਰ ਤੇ 80 ਯੂਨਿਟ ਪਾਣੀ ਉਸ ਸੈਚੂਰੇਸ਼ਨ ਦੇ ਕੋਲ ਪਹੁੰਚ ਚੁੱਕਾ ਹੈ, 20 ਯੂਨਿਟ ਹੋਰ ਆ ਸਕਦਾ ਸੀਗਾ ਉਸ ਪਾਰਟਿਕੂਲਰ 에ਅਰ ਪਾਰਸਲ ਦੇ ਵਿੱਚ। ਜੇ 75 ਹੈ ਤਾਂ ਮਤਲਬ 25 ਯੂਨਿਟ ਪਾਣੀ ਹਲੇ ਹੋਰ ਆ ਸਕਦਾ ਹੈ। ਜੇ 95 ਹੈ ਤਾਂ ਮਤਲਬ ਹੁਣ ਸਿਰਫ 5 ਯੂਨਿਟ ਪਾਣੀ ਆ ਸਕਦਾ ਹੈ ਐਕਸਟਰਾ ਐਟ ਦੈਟ ਪਾਰਟਿਕੂਲਰ ਟੈਂਪਰੇਚਰ। ਹੁਣ ਜੇ ਮੈਂ ਟੈਂਪਰੇਚਰ ਵਧਾਤਾ, ਟੈਂਪਰੇਚਰ ਵਧਾਉਣ ਨਾਲ ਦੋਸਤੋ ਮੋਇਸਚਰ ਹੋਲਡਿੰਗ ਕੈਪੈਸਿਟੀ ਜਿਹੜੀ ਹੁੰਦੀ ਹੈ 에ਅਰ ਦੀ ਉਹ ਵੀ ਵੱਧ ਜਾਂਦੀ ਹੈ। ਦੁਬਾਰਾ ਦੱਸ ਰਿਹਾ, ਟੈਂਪਰੇਚਰ ਵਧਾਉਣ ਨਾਲ ਮੋਇਸਚਰ ਹੋਲਡਿੰਗ ਕੈਪੈਸਿਟੀ ਉਸ ਪਾਰਟਿਕੂਲਰ 에ਅਰ ਪਾਰਸਲ ਦੀ ਵੱਧ ਜਾਂਦੀ ਹੈ। ਤਾਂ ਕਰਕੇ ਜਿਹੜੀ ਗਰਮ ਹਵਾ ਹੁੰਦੀ ਹੈ, ਡਰਾਈ 에ਅਰ ਜਿਹੜੀ ਹੁੰਦੀ ਹੈ, ਉਹਦੀ ਮੋਇਸਚਰ ਹੋਲਡਿੰਗ ਕੈਪੈਸਿਟੀ ਵੀ ਜਿਹੜੀ ਹੁੰਦੀ ਹੈ ਉਹ ਜ਼ਿਆਦਾ ਹੁੰਦੀ ਹੈ ਐਸ ਕੰਪੇਅਰ ਟੂ ਕੋਲਡਰ 에ਅਰ ਮਾਸ, ਰਾਈਟ। ਤਾਂ ਇਸ ਲਈ ਡੈਜ਼ਰਟ ਤੋਂ ਜਿਹੜੀ ਆਉਣ ਵਾਲੀਆਂ ਹਵਾ ਹੁੰਦੀਆਂ ਤੁਸੀਂ ਦੇਖਦੇ ਹੋ ਕਿ ਉਹਦੇ ਨਾਲ ਤੁਹਾਨੂੰ ਬਰਸਾਤ ਤੁਹਾਨੂੰ ਦੇਖਣ ਨੂੰ ਨਹੀਂ ਮਿਲਦੀ, ਕਿਉਂਕਿ ਆਲਰੇਡੀ ਦੇ ਆਰ ਵੈਰੀ ਹੌਟ ਐਂਡ ਦੇ ਹੈਵ ਹਾਈ ਮੋਇਸਚਰ ਹੋਲਡਿੰਗ ਕੈਪੈਸਿਟੀ ਐਸ ਕੰਪੇਅਰ ਟੂ ਅ ਨਾਰਮਲ 에ਅਰ ਮਾਸ। ਜੇ ਮੈਂ ਟੈਂਪਰੇਚਰ ਘਟਾਉਣਾ ਸ਼ੁਰੂ ਕਰ ਦਾਂਗਾ ਤਾਂ ਇਵੈਂਚੁਅਲੀ ਜਿਹੜੀ 에ਅਰ ਹੈ ਉਹਦਾ ਮੋਇਸਚਰ ਹੋਲਡਿੰਗ ਕੈਪੈਸਿਟੀ ਵੀ ਘਟਣੀ ਸ਼ੁਰੂ ਹੋ ਜੂਗੀ। ਹੁਣ ਮੰਨ ਲਓ ਆਪਾਂ ਰਿਲੇਟਿਵ ਹਿਊਮਿਡਿਟੀ ਦੇਖੀ 95%, 5% ਜਾਂ 5 ਯੂਨਿਟ ਪਾਣੀ ਹੋਰ ਹੈ ਜੋ ਉੱਥੇ ਆ ਸਕਦਾ ਹੈ। ਉਸ ਤੋਂ ਮਗਰੋਂ ਫਿਰ ਕੀ ਹੋਊਗਾ? ਉਸ ਤੋਂ ਮਗਰੋਂ ਜੇ ਕੋਈ ਪਾਣੀ ਆਇਆ ਤਾਂ ਫਿਰ ਕੀ ਹੋਊਗਾ ਸਰ? ਉਸ ਤੋਂ ਮਗਰੋਂ ਉਹ ਆਪਾਂ ਕਹਾਂਗੇ ਪੁਆਇੰਟ ਆਫ ਸੈਚੂਰੇਸ਼ਨ, ਸੈਚੂਰੇਟ ਹੋ ਚੁੱਕੀ ਹੈ 에ਅਰ। ਇਸ ਤੋਂ ਬਾਅਦ ਜੇ ਹੁਣ ਕੋਈ ਪਾਣੀ ਉੱਥੇ ਆਂਦਾ ਹੈ, ਪਾਣੀ ਕਿਸੇ ਫਾਰਮ ਦੇ ਵਿੱਚ ਉਸ 에ਅਰ ਪਾਰਸਲ ਦੇ ਵਿੱਚ ਆਂਦਾ ਹੈ ਤਾਂ ਉਹ ਬਾਅਦ ਵਿੱਚ ਕੰਡੈਂਸ ਹੋਣਾ ਸ਼ੁਰੂ ਹੋ ਜਾਊਗਾ, ਕੰਡੈਂਸੇਸ਼ਨ ਉਸ ਤੋਂ ਬਾਅਦ ਸ਼ੁਰੂ ਹੋ ਜੂਗੀ। ਹੁਣ ਜੇ 100% ਰਿਲੇਟਿਵ ਹਿਊਮਿਡਿਟੀ ਆ ਚੁੱਕੀ ਹੈ ਤਾਂ ਉਸ ਤੋਂ ਬਾਅਦ ਹੋਰ ਰਿਲੇਟਿਵ ਹਿਊਮਿਡਿਟੀ ਨਹੀਂ ਹੋ ਸਕਦੀ, 101 ਨਹੀਂ ਹੋ ਸਕਦੀ, 102 ਨਹੀਂ ਹੋ ਸਕਦੀ, 100 ਤੋਂ ਬਾਅਦ ਸਿਰਫ ਕੰਡੈਂਸੇਸ਼ਨ ਹੀ ਹੁੰਦੀ ਹੈ। ਕੰਡੈਂਸੇਸ਼ਨ ਮਤਲਬ ਹੁਣ ਉਹਨੇ ਲਿਕੁਇਡ ਫਾਰਮ ਦੇ ਵਿੱਚ ਜਿੰਨਾ ਵੀ ਪਾਣੀ ਆਊਗਾ ਉਹ ਲਿਕੁਇਡ ਫਾਰਮ ਦੇ ਵਿੱਚ ਉੱਥੇ ਡਿਪੋਜ਼ਿਟ ਹੋਣਾ ਸ਼ੁਰੂ ਹੋ ਜਾਊਗਾ, ਰਾਈਟ। ਸੋ ਇਹ ਜਿਹੜੇ ਪੁਆਇੰਟ ਤੇ ਜਿਹੜੇ ਟੈਂਪਰੇਚਰ ਤੇ ਹੁੰਦੀ ਹੈ ਉਹਨੂੰ ਆਪਾਂ ਕੀ ਕਹਿੰਦੇ ਹਾਂ? ਡਿਊ ਪੁਆਇੰਟ ਟੈਂਪਰੇਚਰ। ਡਿਊ ਪੁਆਇੰਟ ਟੈਂਪਰੇਚਰ ਤੇ ਹੁੰਦਾ ਹੈ। ਸੈਚੂਰੇਟ ਹੋ ਗਈ ਐਟ ਡਿਊ ਪੁਆਇੰਟ ਟੈਂਪਰੇਚਰ, ਟੈਂਪਰੇਚਰ ਜਿਹੜੇ ਤੇ ਹੋਈ ਹੈ ਉਹਨੂੰ ਆਪਾਂ ਡਿਊ ਪੁਆਇੰਟ ਕਹਾਂਗੇ। ਸੈਚੂਰੇਸ਼ਨ ਫੇਜ਼ ਹੈ ਜੀ, ਤੇ ਉਹ ਕਿਹਦੇ ਨਾਲ ਲਿੰਕ ਹੈ? ਉਹ ਰਿਲੇਟਿਵ ਹਿਊਮਿਡਿਟੀ ਨਾਲ ਲਿੰਕ ਹੈ। ਜੇ ਰਿਲੇਟਿਵ ਹਿਊਮਿਡਿਟੀ 100% ਹੋ ਗਈ ਤਾਂ ਆਪਾਂ ਨੂੰ ਕਹਾਂਗੇ ਸੈਚੂਰੇਟਿਡ 에ਅਰ, ਤੇ ਜਿਹੜੇ ਟੈਂਪਰੇਚਰ ਤੇ ਹੋ ਰਹੀ ਹੈ ਉਹਨੂੰ ਆਪਾਂ ਕੀ ਕਹਾਂਗੇ? ਡਿਊ ਪੁਆਇੰਟ। ਸੋ B is the right answer. Next, high altitude clouds that are thin, white and look like small ripples or grains of sand on the beach are classified as. Types of clouds ਦੇ ਅਕਸਰ ਕੁਐਸਚਨ ਪੁੱਛ ਲੈਂਦੇ ਆ, ਕਿਹੜੇ ਕਿਹੜੇ? ਸਿੰਪਲ ਤੁਸੀਂ ਦੇਖੋਗੇ ਕਿ ਕਲਾਉਡਸ ਦੇ ਨਾਮ ਦੇ ਨਾਲ ਹੀ ਡਾਇਰੈਕਟ ਕੁਐਸਚਨ ਪੁੱਛਿਆ ਜਾਂਦਾ ਹੈ ਐਂਡ ਦੇ ਆਰ ਵੈਰੀ ਈਜ਼ੀ ਆਈ ਵੁੱਡ ਸੇ। ਤੁਸੀਂ ਇੱਕ ਵਾਰ ਦੇਖੋ, ਜ਼ਰਾ ਗੋ ਥਰੂ ਕਰੋ ਇਹਨੂੰ। ਆ ਦੇਖੋ, ਹਾਈ, ਮਿਡਲ, ਲੋ, ਇਹ ਕੈਟੇਗਰੀਜ਼ ਆਫ ਕਲਾਉਡਸ ਨੇ। ਹਾਈ ਕਲਾਉਡਸ ਜਨਰਲੀ ਆਪਾਂ ਦੇਖਦੇ ਹਾਂ 6000 ਮੀਟਰ ਤੋਂ ਉਚਾਈ ਵੱਲ ਜਦੋਂ ਆਪਾਂ ਜਾਂਦੇ ਹਾਂ ਤਾਂ ਆਪਾਂ ਹਾਈ ਕਲਾਉਡਸ ਦੀ ਕੈਟੇਗਰੀ ਨੂੰ ਕਵਰ ਕਰਦੇ ਹਾਂ। ਮਿਡਲ ਕਲਾਉਡ ਦੀ ਕੈਟੇਗਰੀ ਹੁੰਦੀ ਹੈ 6000 ਤੋਂ ਲੈ ਕੇ 2000 ਮੀਟਰ ਦੀ ਕੈਟੇਗਰੀ। 2000 ਤੋਂ ਥੱਲੇ ਆਪਾਂ ਲੋ ਕਲਾਉਡਸ ਨੂੰ ਕਵਰ ਕਰਦੇ ਹਾਂ। ਹੁਣ ਇੱਕ ਟ੍ਰਿਪ ਦੱਸ ਦੇਣਾ, ਟ੍ਰਿਕ ਵੀ ਕੀ ਹੈ ਕਿ ਸਿਰਸ ਜਦੋਂ ਵਰਡ ਨਾਲ ਆ ਗਿਆ, ਸਿਰ ਜਦੋਂ ਵਰਡ ਨਾਲ ਆ ਗਿਆ ਤਾਂ ਉਹ ਕੈਟੇਗਰੀ ਬਣ ਜਾਂਦੀ ਹੈ ਹਾਈ ਕਲਾਉਡਸ ਦੀ। ਹਾਈ ਕਲਾਉਡਸ ਦੀ ਜਦੋਂ ਆਲਟ ਵਰਡਸ ਨਾਲ ਆ ਗਿਆ, ਆਲਟ ਵਰਡ ਜਦੋਂ ਨਾਲ ਆ ਗਿਆ ਤਾਂ ਆਪਾਂ ਉਦੋਂ ਗੱਲ ਕਰਦੇ ਹਾਂ ਮਿਡਲ ਰੇਂਜ ਦੇ ਕਲਾਉਡਸ, ਰਾਈਟ। ਸੋ ਉਰੇ ਕੁਝ 4-5 ਕਲਾਉਡਸ ਦੀ ਕੈਟੇਗਰੀਜ਼ हैं ਜਿਨ੍ਹਾਂ ਤੋਂ ਕੁਐਸਚਨ ਪੁੱਛੇ ਜਾਂਦੇ ਆ। ਪਹਿਲੀ ਹੈਗੀ ਸੀਰੋ ਸਟ੍ਰੇਟਸ ਜਾਂ ਫਿਰ ਸੀਰਸ ਜਾਂ ਫਿਰ ਸੀਰੋ ਕਿਊਮੁਲਸ। ਆ ਜਿਹੜੀ ਕੈਟੇਗਰੀ ਇਸ ਤੋਂ ਪੁੱਛਿਆ ਜਾਂਦਾ ਹੈ। ਇਹ ਜਿਹੜੇ ਹੈਗੇ ਆ ਦੇ ਆਰ ਆਈਸੀ ਇਨ ਨੇਚਰ, ਯਾਨੀ ਕਿ ਇਹ ਜਿਹੜੇ ਕਲਾਉਡਸ ਹੈ ਕਿਉਂਕਿ ਟੈਂਪਰੇਚਰ ਇੰਨਾ ਘੱਟ ਹੈ, ਤੁਸੀਂ ਆਪ ਦੇਖੋ 6000 ਤੋਂ ਉੱਤੇ ਜਾ ਰਹੇ ਹਾਂ ਉਰੇ ਆਪਾਂ, ਉਹ ਟੈਂਪਰੇਚਰ ਇਟ ਇਜ਼ ਬਿਲੋ ਦ 0 ਡਿਗਰੀ। ਤਾਂ ਉਰੇ ਜਿਹੜੇ ਆਈਸ ਪਾਰਟੀਕਲਸ ਹੈ ਉਹਨਾਂ ਕਰਕੇ ਹੀ ਇਹ ਕਲਾਉਡਸ ਬਣਦੇ ਆ ਐਂਡ ਦੇ ਆਰ ਨਾਟ ਰਿਸਪੌਂਸਿਬਲ ਫॉर ਰੇਨ ਲਈ ਬਿਲਕੁਲ ਰਿਸਪੌਂਸਿਬਲ ਨਹੀਂ ਹੈਗੇ, ਬਟ ਦੇ ਆਰ ਦ ਹਾਈਐਸਟ ਵਨ ਕਲਾਉਡਸ ओवर देयर। ਸੋ ਸੀਰੋ स्ट्रेटस मतलब लाइन दी फॉर्म से रेंज है सीरो स्ट्रेटस, राइट। देन वी हैव सिरस, बड़े थिन फेदर लाइक क्लाउड्स ने, एंड सीरो क्यूमुलस की गल हो रही है कुछ वो ਆਪਾਂ ਕਾਟਨ ਦੇ ਪਫ ਜਿਵੇਂ ਹੁੰਦੇ ਆ ਨਾ ਉਵੇਂ ਉਸ ਤਰੀਕੇ ਦੀ ਹੈਗੀ, ਰਾਈਟ। ਸੀਰੋ ਕਿਊਮੁਲਸ। ਫਿਰ ਆਪਾਂ ਗੱਲ ਕਰਦੇ ਆ ਆਲਟ ਦੀ, ਆਲਟੋ ਸਟ੍ਰੇਟਸ ਦੀ ਗੱਲ ਕਰਾਂਗੇ ਤਾਂ ਅਗੇਨ ਸਟ੍ਰੇਟਸ मतलब लेयर की गल हो रही है, आल्ट मतलब मिडल रीजन की गल हो रही है। फिर आल्टो क्यूमुलस अगेन गॉबलर फॉर्म, अगेन कॉटन टाइप फॉर्म, आल्टो क्यूमुलस। फिर आप गल करते हैं लो के केस तो उरे आप स्टेटस की गल कर सकते हैं, स्टेटो क्यूमुलस की गल कर सकते हैं, क्यूमुलस की गल कर सकते हैं। उस तो बाद आप गल करिए रेन बेयरिंग क्लाउड्स किहड़े हुंदे हैं, वेरी इंपॉर्टेंट, जिहदे नाल निम्बो वर्ड लग जाता है, निम्बो वर्ड जिहदे नाल लग जाता है वो रेन बेयरिंग बन जाता है।
ਤਾਂ ਨਿੰਬੋਸਟ੍ਰੇਟਸ ਇਜ਼ ਰੇਨ ਬੀਅਰਿੰਗ, ਜਿਹਦੇ ਕਰਕੇ ਬਰਸਾਤ ਹੁੰਦੀ ਹੈ, ਰਾਈਟ। ਇਸ ਤੋਂ ਬਾਅਦ ਇੰਪੋਰਟੈਂਟ ਹੈਗਾ ਜੀ ਕਿਊਮੂਲੋਨਿੰਬਸ, ਅਗੇਨ ਵਰਡ ਕਿਉਂਕਿ ਨਿੰਬੋ ਲੱਗ ਚੁੱਕਿਆ। ਕਿਊਮੂਲੋਨਿੰਬਸ ਦੀ ਗੱਲ ਕਰੋ ਤਾਂ ਇਹ ਉਹ ਕਲਾਊਡ ਹੈ ਜਿਹਦਾ ਵਰਟੀਕਲ ਐਕਸਟੈਂਟ ਬਹੁਤ ਹਾਈ ਹੈ, ਵਰਟੀਕਲ ਐਕਸਟੈਂਟ ਬਹੁਤ ਹਾਈ ਹੈ। ਤੁਸੀਂ ਆਪ ਦੇਖੋ ਕਿ ਇਹ ਜ਼ਮੀਨ ਦੇ ਥੱਲੇ, ਜ਼ਮੀਨ ਥੱਲੇ ਤਾਂ ਨਹੀਂ ਕਹਿ ਸਕਦੇ, ਜ਼ਮੀਨ ਦੇ ਇੱਕ ਸਰਫੇਸ ਤੇ ਤੁਸੀਂ ਦੇਖੋ ਕਿ 1000 ਕਿਲੋਮੀਟਰ ਦੇ ਆਸ-ਪਾਸ, ਸੌਰੀ 1000 ਮੀਟਰ ਤੋਂ ਸ਼ੁਰੂਆਤ ਹੋ ਰਿਹਾ, 1 ਕਿਲੋਮੀਟਰ ਦੇ ਆਸ-ਪਾਸ ਬਿਲਕੁਲ ਨੀਚੇ ਆਇਆ ਹੋਇਆ ਕਲਾਊਡ ਹੈ, ਠੀਕ ਹੈ। ਇਹਦਾ ਤੁਸੀਂ ਵਰਟੀਕਲ ਐਕਸਟੈਂਟ ਦੇਖੋ ਕਿੰਨਾ ਜ਼ਿਆਦਾ ਹੈ, ਇਹਦਾ ਵਰਟੀਕਲ ਐਕਸਟੈਂਟ ਕਿੰਨਾ ਜ਼ਿਆਦਾ ਹੈ। ਇਟ ਇਜ਼ ਗੈਟਿੰਗ ਅਪ ਟਿਲ ਦ ਹਾਈ ਕਲਾਊਡਸ ਕੈਟੇਗਰੀ, ਰਾਈਟ। ਸੋ ਇੱਕ ਇਸ ਤਰੀਕੇ ਦਾ ਇੱਕ ਕਲਾਊਡ ਬਣਦਾ ਹੋਇਆ ਹੈ ਤੇ ਦਿਖਦਾ, ਤੇ ਜਿੱਥੇ ਇਹ ਕਲਾਊਡ ਜਾਂਦਾ ਉੱਥੇ ਇੰਟੈਂਸ ਰੇਨਫਾਲ ਕਰਕੇ ਆਉਂਦਾ ਹੈ ਕਿਊਮੂਲੋਨਿੰਬਸ ਕਲਾਊਡਸ। ਜਾਨੀ ਤੁਸੀਂ ਦੇਖੋਗੇ ਇਕੁਏਟਰ ਦੇ ਅਰਾਊਂਡ, ਕਿਉਂਕਿ ਇਵੈਪੋਰੇਸ਼ਨ ਇੰਨੀ ਹਾਈ ਹੁੰਦੀ ਹੈ, ਟੈਂਪਰੇਚਰ ਵੀ ਉਨਾ ਹਾਈ ਹੈ, ਉਹਦੇ ਕਰਕੇ ਹਵਾ ਜਿਹੜੀ ਹੈ ਕਿ ਉੱਤੇ ਜਾਈ ਜਾਂਦੀ ਹੈ, ਇੱਕ ਗ੍ਰੇਟ ਵਰਟੀਕਲ ਡਰਾਫਟ ਦਾ ਇੱਕ ਕਲਾਊਡ ਬਣ ਜਾਂਦਾ ਹੈ, ਉਹਨੂੰ ਆਪਾਂ ਕਹਿੰਦੇ ਕਿਊਮੂਲੋਨਿੰਬਸ ਕਲਾਊਡਸ। ਤੇ ਉਹਦੇ ਨਾਲ ਬਹੁਤ ਹੀ ਜ਼ਿਆਦਾ ਕਨਵੈਕਟਿਵ ਰੇਨਫਾਲ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ, ਹਾਈ ਇੰਟੈਂਸਿਟੀ ਰੇਨਫਾਲ ਦੇਖਣ ਨੂੰ ਮਿਲਦੀ। ਸੋ in this case, high altitude clouds that are thin, white and look like small ripples or grains, ਉਹ ਕਿਹੜੇ ਬਣਦੇ ਆ ਜੀ? ਉਹ ਬਣਦੇ ਆ ਸਿਰੋ ਕਿਊਮੂਲਸ। ਆਲਟੋਸਟ੍ਰੇਟਸ ਨਹੀਂ ਬਣਨਗੇ, ਸਟ੍ਰੇਟੋ ਕਿਊਮੂਲਸ ਨਹੀਂ ਬਣਨਗੇ, ਤੇ ਨਿੰਬੋਸਟ੍ਰੇਟਸ ਵੀ ਨਹੀਂ ਬਣਨਗੇ। ਆਪਾਂ ਸਾਰੇ ਚੀਜ਼ਾਂ ਕਵਰ ਕਰ ਚੁੱਕੇ ਹਾਂ। ਨੈਕਸਟ ਹੈਗਾ ਜੀ, ਹਾਂਜੀ, cloud is dark gray, holds a lot of moisture and brings continuous steady rain or snow over a wide area. Rain bearing cloud ਕਿਹੜਾ ਜੀ? ਨਿੰਬੋਸਟ੍ਰੇਟਸ ਹੈ, ਲਾਸਟ ਸਲਾਈਡ ਦੇ ਵਿੱਚ ਆਪਾਂ ਕਵਰ ਕੀਤਾ। ਨੈਕਸਟ, what type of rainfall is common in equatorial region? ਇਕੁਏਟਰ ਦੇ ਕੇਸ 'ਚ ਜਦੋਂ ਗਰਮੀ ਇੰਟੈਂਸ ਪੈਂਦੀ ਹੈ, ਦੁਪਹਿਰ ਦੇ ਟਾਈਮ 'ਚ ਬਹੁਤ ਜ਼ਿਆਦਾ ਧੁੱਪ ਪੈਣੀ ਸ਼ੁਰੂ ਹੁੰਦੀ ਹੈ। ਇਵੈਂਚੁਅਲੀ ਯੂ ਵਿਲ ਸੀ ਇਕੁਏਟਰ ਦੇ ਆਸ-ਪਾਸ ਓਸ਼ੀਅਨਸ ਵੀ ਨੇ, ਰਾਈਟ। ਸੋ ਵਾਟਰ ਦੀ ਅਵੇਲੇਬਿਲਿਟੀ ਵੀ ਹੈ ਐਂਡ ਵਾਟਰ ਸਟਾਰਟਸ ਟੂ ਹੀਟ ਅਪ। ਇਵੈਂਚੁਅਲੀ ਕੀ ਹੋਗਾ? ਇਵੈਪੋਰੇਸ਼ਨ ਹੋਣਾ ਸ਼ੁਰੂ ਹੋ ਜਾਊਗੀ, ਇਵੈਪੋਰੇਸ਼ਨ ਹੋਣਾ ਸ਼ੁਰੂ ਹੋਊਗੀ ਦੁਪਹਿਰ ਤੋਂ ਬਾਅਦ। ਤੇ ਇਵੈਪੋਰੇਸ਼ਨ ਹੁੰਦੇ ਕਿਉਂਕਿ ਟੈਂਪਰੇਚਰ ਵੀ ਜ਼ਿਆਦਾ ਹੈ ਤੇ ਮੋਇਸਚਰ ਕੰਟੈਂਟ ਵੀ ਕਾਫੀ ਹੈ, ਇਵੈਂਚੁਅਲੀ ਤੁਸੀਂ ਦੇਖੋਗੇ ਇੱਕ ਬਹੁਤ ਹਾਈਟ ਵਾਲਾ ਇੱਕ ਕਲਾਊਡ ਬਣਨਾ ਸ਼ੁਰੂ ਹੋ ਜਾਂਦਾ, ਕਿਊਮੂਲੋਨਿੰਬਸ ਕਲਾਊਡਸ ਬਣਨਾ ਸ਼ੁਰੂ ਹੋ ਜਾਂਦੇ ਐਂਡ ਦੇ ਕਾਜ਼ ਵੈਰੀ ਹੈਵੀ ਰੇਨਫਾਲ, ਜਿਹਨੂੰ ਆਪਾਂ ਕਹਿੰਦੇ ਆ ਕਨਵੈਕਟਿਵ ਰੇਨਫਾਲ। ਸੋ ਕਨਵੈਕਟਿਵ ਰੇਨਫਾਲ ਇਜ਼ ਦੀ ਰਾਈਟ ਆਂਸਰ। orographic ਰੇਨਫਾਲ ਕਿੱਥੇ ਹੁੰਦੀ ਹੈ ਦੋਸਤੋ? orographic ਰੇਨਫਾਲ ਹੁੰਦੀ ਹੈ ਔਨ ਦ ਵਿੰਡਵਰਡ ਸਾਈਡ ਆਫ ਮਾਊਂਟੇਨ। ਵਿੰਡਵਰਡ ਮਤਲਬ ਇਹ ਵਾਲੇ ਪਾਸੇ ਜਿੱਥੋਂ ਵਿੰਡ ਆ ਰਹੀ ਹੈ, ਵਿੰਡ ਕਰਕੇ ਕੀ ਹੋ ਰਿਹਾ? ਵਿੰਡ ਕਰਕੇ ਜਿਹੜਾ ਮੋਇਸਚਰ ਹੈਗਾ, ਮੋਇਸਚਰ ਲੇਡਨ 에ਅਰ ਹੈ, ਉਹਨੂੰ ਅਪਲਿਫਟ ਕੀਤਾ ਜਾ ਰਿਹਾ, ਅਪਲਿਫਟ ਕੀਤਾ। ਜਦੋਂ ਅਪਲਿਫਟ ਹੋਣਾ ਸ਼ੁਰੂ ਹੋ ਜੂਗੀ, ਜਿਹੜਾ ਹਵਾ ਇੱਥੋਂ ਜਾ ਰਹੀ ਸੀ ਉੱਤੇ ਜਾਣਾ ਸ਼ੁਰੂ ਹੋ ਜੂਗੀ, ਤਾਂ ਉੱਤੇ ਜਾਓਗੇ ਤਾਂ ਉਹਦਾ ਟੈਂਪਰੇਚਰ ਘਟੂਗਾ। ਦੀ ਆਂਸਰ ਇਜ਼ ਯੈਸ, ਬਿਲਕੁਲ ਘਟੂਗਾ। ਜੇ ਘਟੂਗਾ ਤਾਂ ਕੀ ਉਹਦੀ ਮੋਇਸਚਰ ਹੋਲਡਿੰਗ ਕੈਪੈਸਿਟੀ ਵੀ ਘਟੂਗੀ? ਯਾਦ ਕਰੋ, ਮੈਂ ਥੋੜੀ ਦੇਰ ਪਹਿਲਾਂ ਰਿਲੇਟਿਵ ਹਿਊਮਿਡਿਟੀ ਦਾ ਕਨਸੈਪਟ ਕਰਾਇਆ, ਉਹਦੀ ਮੋਇਸਚਰ ਹੋਲਡਿੰਗ ਕੈਪੈਸਿਟੀ ਵੀ ਘਟੂਗੀ। ਜੇ ਮੋਇਸਚਰ ਹੋਲਡਿੰਗ ਕੈਪੈਸਿਟੀ ਘਟਣਾ ਸ਼ੁਰੂ ਹੋਊਗੀ ਤਾਂ ਜਿੰਨੀ ਉਹਦੇ ਕੋਲ ਮੋਇਸਚਰ ਹੈਗਾ ਸੈਚੂਰੇਟ ਹੋਣਾ ਸ਼ੁਰੂ ਹੋਊਗਾ। ਯੈਸ, 100 ਡਿਗਰੀ ਰਿਲੇਟਿਵ ਹਿਊਮਿਡਿਟੀ ਅਚੀਵ ਹੋਣ ਤੋਂ ਬਾਅਦ ਬਾਕੀ ਦਾ ਪਾਣੀ ਕੰਡੈਂਸ ਹੋਣਾ ਸ਼ੁਰੂ ਹੋ ਜਾਊਗਾ, ਕਲਾਊਡ ਫਾਰਮੇਸ਼ਨ ਹੋਊਗੀ ਐਂਡ ਇਵੈਂਚੁਅਲੀ ਯੂ ਵਿਲ ਸੀ ਅ ਲੋਟ ਆਫ ਰੇਨਫਾਲ ਇਨ ਦਿਸ ਏਰੀਆ। ਇਹੀ ਕੇਸ ਤੁਹਾਨੂੰ ਹਿਮਾਲਿਆਸ ਦੇ ਫੁੱਟਹਿਿਲਸ ਤੇ ਦੇਖਣ ਨੂੰ ਮਿਲਦਾ ਹੈ, ਇਹੀ ਕੇਸ ਤੁਹਾਨੂੰ ਵੈਸਟਰਨ ਘਾਟਸ ਦੇ ਕੇਸ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਦੂਜੀ ਸਾਈਡ ਕੋਈ ਬਰਸਾਤ ਨਹੀਂ ਹੋਊਗੀ, ਇਹਨੂੰ ਕਹਿੰਦੇ ਲੀਵਰਡ ਸਾਈਡ ਬਿਲਕੁਲ ਸੁੱਕਾ ਹੋਊਗਾ, ਕੋਈ ਬਰਸਾਤ ਨਹੀਂ ਹੋਣ ਵਾਲੀ ਉਰੇ, ਠੀਕ ਹੈ। ਤਾਂ ਇਹ ਬਣ ਗਿਆ ਆਪਣਾ orographic rainfall and then we have cyclonic rainfall caused by the tropical cyclone and then we have frontal rainfall। ਜਦੋਂ ਦੋ ਫਰੰਟਸ ਮਿਲ ਰਹੇ ਹਨ, ਵਾਰਮਰ ਫਰੰਟ ਇਜ਼ ਬੀਇੰਗ ਅਪਲਿਫਟਡ ਤੇ ਇਵੈਂਚੁਅਲੀ ਜਦੋਂ ਅਪਲਿਫਟ ਹੋ ਰਿਹਾ ਤਾਂ ਉਹਦੀ ਜਿਹੜੀ ਮੋਇਸਚਰ ਹੈਗੀ ਹੈ ਉਹ ਵੀ ਉੱਤੇ ਜਾਂਦੇ ਹਵਾ ਜਿਹੜੀ ਠੰਡੀ ਹੋਊਗੀ, ਕੰਡੈਂਸ ਹੋਊਗਾ, ਇਟ ਵਿਲ ਕਾਜ਼ ਰੇਨਫਾਲ। ਸੋ ਬਟ ਜਦੋਂ ਇਕੁਏਟਰ ਦੀ ਗੱਲ ਕਰੀਏ ਆਪਾਂ ਤਾਂ ਹੀਟਿੰਗ ਦੇ ਨਾਲ ਜਿਹੜੀ ਰੇਨਫਾਲ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਉਹ ਹੁੰਦੀ ਹੈ ਕਨਵੈਕਟਿਵ ਰੇਨਫਾਲ। ਸੋ ਆਈ ਬਿਲੀਵ ਦਿਸ ਲੈਕਚਰ ਵਾਸ ਹੈਲਪਫੁਲ ਫॉर ਯੂ, ਥੈਂਕ ਯੂ ਵੈਰੀ ਮਚ। ਕੱਲ ਆਪਾਂ ਇੰਡੀਅਨ ਜੀਓਗ੍ਰਾਫੀ ਦੇ ਸੀਰੀਜ਼ ਦੇ ਨਾਲ ਸ਼ੁਰੂ ਕਰਾਂਗੇ, ਜੋ ਇੰਪੋਰਟੈਂਟ MCQs ਬਣ ਸਕਦੇ ਫਰਮ ਇੰਡੀਅਨ ਜੀਓਗ੍ਰਾਫੀ, ਵਿਲ ਟਰਾਈ ਕਵਰਿੰਗ ਦੈਟ। ਥੈਂਕ ਯੂ ਵੈਰੀ ਮਚ।